10 ਦੀ 7 ਕੱਢਾਂਗੇ। ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰੀਆ ਦੇ ਕਿਸੇ ਨਗਰ ਵਿੱਚ ਨਾ ਵੜਨਾ, ਸਗੋਂ ਇਸਰਾਇਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ ਅਤੇ ਤੁਰਦੇ ਤੁਰਦੇ ਪ੍ਰਚਾਰ ਕਰਕੇ ਆਖੋ, ਭਈ ਸਵਰਗ ਦਾ ਰਾਜ ਨੇੜੇ ਆਇਆ ਹੈ। ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਵਾਲੋ, ਕੋੜੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਸਾਂ ਮੁਫਤ ਲਿਆ ਹੈ, ਮੁਫਤ ਹੀ ਦਿਓ। ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਆਪਣੇ ਕਮਰ ਕੱਸੇ ਵਿੱਚ ਲਓ, ਅਤੇ ਨਾ ਰਾਹ ਦੇ ਲਈ ਝੋਲਾ, ਨਾ 2 ਕੁੜਤੇ, ਨਾ ਜੁੱਤੀ, ਨਾ ਲਾਠੀ ਲਓ। ਕਿਉਂ ਜੋ ਕੰਮ ਆਪਣੇ ਭੋਜਨ ਦਾ ਹੱਕਦਾਰ ਹੈ। ਅਤੇ ਜਿਸ ਨਗਰ ਜਾਂ ਜਿਸ ਪਿੰਡ ਵਿੱਚ ਵੜੋ, ਪੁੱਜੋ, ਭਈ ਦੇਖੋ ਕੋਈ ਲਾਇਕ ਹੈ ਜਾਂ ਨਹੀਂ, ਅਤੇ ਜਿੰਨਾ ਚਿਰ ਨਾ ਤੁਰੋ ਉੱਥੇ ਹੀ ਟਿਕੋ। ਔਰ ਘਰ ਵਿੱਚ ਵੜਦਿਆਂ ਉਸ ਦੀ ਸੁਖ ਮੰਗੋ, ਅਤੇ ਜੇ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਵਿੱਚ ਪਹੁੰਚੇ, ਅਤੇ ਜੇ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ। ਅਤੇ ਜੋ ਕੋਈ ਤੁਹਾਨੂੰ ਕਬੂਲ ਨਾ ਕਰੇ, ਨਾ ਤੁਹਾਡੀਆਂ ਗੱਲਾਂ ਸੁਣੇ, ਤਾਂ ਤੁਸੀਂ ਉਸ ਘਰ ਅਥਵਾ ਉਸ ਨਗਰ ਤੋਂ ਬਾਹਰ ਨਿਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸਿੱਟੋ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਾਈ ਨਿਆਂ ਦੇ ਦਿਨ ਉਸ ਨਗਰ ਨਾਲ ਸਦੂਮ ਅਤੇ ਅਮੂਰਾ ਦੇਸ਼ ਦਾ ਹਾਲ ਚੱਲਣ ਯੋਗ ਹੋਵੇਗਾ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਸਵਰਗੀ ਪਿਤਾ, ਇੱਕ ਵਾਰ ਫਿਰ ਤੇਰੀ ਪਾਕ ਪਵਿੱਤਰ ਹਜ਼ੂਰੀ ਵਿੱਚ ਆਉਂਦੇ ਹਾਂ ਮੇਰੇ ਲਾਰਡ ਪ੍ਰਭੂ ਯਿਸੂ ਮਸੀਹ। ਸੱਚਮੁੱਚ ਖੁਦਾਵੰਦ ਤੇਰੇ ਵਚਨ ਸੱਚ ਤੇ ਆਮੀਨ ਹਨ। ਖੁਦਾਵੰਦਾ ਜੋ ਕੁਝ ਖੁਦਾਵੰਦ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ, ਸਭ ਦਾ ਸਭ ਪ੍ਰਭੂ ਯਿਸੂ ਮਸੀਹ ਸੱਚ ਹੈ ਖੁਦਾਵੰਦਾ, ਆਮੀਨ ਹੈ ਖੁਦਾਵੰਦਾ। ਤੇ ਪ੍ਰਭੂ ਯਿਸੂ ਮਸੀਹ ਸਭ ਭੇਤਾਂ ਨੂੰ ਖੁਦਾਵੰਦਾ ਕਿਸੇ ਹੋਰ ਨੇ ਨਹੀਂ ਪ੍ਰਭੂ ਜੀ, ਤੇਰੇ ਹੀ ਇੱਕ ਸਤਵੇਂ ਆਤਮੇ ਦੇ ਜਿਹਦਾ ਨਾਮ ਭਾਈ ਵਿਲੀਅਮ ਮੈਰੀ ਬ੍ਰੈਨਮ ਸੀ, ਤੇਰਾ ਦੂਤ ਉਸਨੇ ਆ ਕੇ ਖੋਲ ਦਿੱਤਾ ਖੁਦਾਵੰਦਾ। ਤੇ ਅੱਜ ਕੋਈ ਵੀ ਗੁਪਤ ਭੇਤ ਨਹੀਂ ਰਿਹਾ ਖੁਦਾਵੰਦਾ, ਸਭ ਕੁਝ ਖੁੱਲ ਚੁੱਕਿਆ ਹੈ ਪ੍ਰਭੂ ਯਿਸੂ ਮਸੀਹ। ਤੂੰ ਆਪਣੀ ਲਾੜੀ ਨੂੰ ਖੁਦਾਵੰਦਾ ਪਿਆਰ ਕਰਦਾ ਹੈ, ਤੂੰ ਆਪਣੀ ਲਾੜੀ ਦੇ ਲਈ ਖੁਦਾਵੰਦਾ ਇਹਨਾਂ ਵਚਨਾਂ ਨੂੰ ਸ਼ਿੰਗਾਰ ਦੇ ਤੌਰ ਤੇ ਦਿੱਤਾ ਹੈ ਖੁਦਾਵੰਦਾ, ਕਿਉਂਕਿ ਤੇਰੀ ਲਾੜੀ ਵਚਨ ਦੇ ਨਾਲ ਸ਼ਿੰਗਾਰੀ ਹੋਈ ਹੈ ਖੁਦਾਵੰਦਾ, ਨਾ ਕਿ ਸੰਸਾਰ ਦੇ ਨਾਲ ਪ੍ਰਭੂ ਯਿਸੂ ਮਸੀਹ। ਕਿਉਂਕਿ ਖੁਦਾਵੰਦਾ ਸੰਸਾਰ ਦੇ ਨਾਲ ਸਿਰਫ ਸੰਸਾਰਿਕ ਲੋਕ ਸ਼ਿੰਗਾਰ ਕਰਦੇ ਹਨ ਖੁਦਾਵੰਦਾ, ਲੇਕਿਨ ਤੇਰੀ ਦੁਲਹਨ ਤੇਰੀ ਲਾੜੀ ਸਿਰਫ ਤੇ ਸਿਰਫ ਤੇਰੇ ਵਚਨਾਂ ਨਾਲ ਸ਼ਿੰਗਾਰ ਕਰਦੀ ਹੈ ਖੁਦਾਵੰਦਾ। ਇਹੀ ਤੇਰੀ ਲਾੜੀ ਦੀ ਖੂਬੀ ਤੇ ਤੇਰੀ ਲਾੜੀ ਦੀ ਲਿਆਕਤ ਹੈ ਖੁਦਾਵੰਦਾ ਪ੍ਰਭੂ ਯਿਸੂ ਮਸੀਹ। ਤੇਰੀ ਲਾੜੀ ਦੀ ਨਿਸ਼ਾਨੀ ਹੈ ਖੁਦਾਵੰਦਾ, ਹਮੇਸ਼ਾ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦੀ ਹੈ। ਤੂੰ ਦਇਆ ਕਰ, ਕਿਰਪਾ ਕਰ ਪ੍ਰਭੂ ਯਿਸੂ ਮਸੀਹ। ਬੋਲਣ ਵਾਲਾ ਕੋਈ ਮਨੁੱਖ ਨਾ ਹੋਵੇ, ਮਾਂਸ ਤੇ ਲਹੂ ਨਾ ਹੋਵੇ, ਬੋਲਣ ਵਾਲਾ ਤੇਰਾ ਪਵਿੱਤਰ ਆਤਮਾ ਹੋਵੇ। ਸਭਨਾਂ ਤੇ ਦਇਆ ਕਰਨੀ ਹੈ, ਕਿਰਪਾ ਕਰਨੀ ਹੈ। ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਜਿੰਦਾ ਜਲਾਲੀ ਸਾਮਰਥੀ ਨਾਮ ਦਿੰਦੇ ਹਾਂ, ਆਮੀਨ। ਹਾਲੇਲੂਇਆ। ਬੈਠ ਜਾਗੇ ਸਾਰੇ। ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਖੁਦਾ ਦਾ ਵਚਨ ਕਹਿੰਦਾ ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਪੈਣਾ, ਕਹਿੰਦਾ ਨਾ ਸਾਮਰੀਆ ਦੇ ਕਿਸੇ ਨਗਰ ਵਿੱਚ ਵੜਨਾ। ਹੁਣ ਖੁਦਾਵੰਦ ਆਪਣੇ ਲੋਕਾਂ ਨੂੰ, ਆਪਣੇ ਚੇਲਿਆਂ ਨੂੰ ਕੀ ਕਰ ਰਿਹਾ ਸੀ? ਤਗੀਦ ਦੇ ਰਿਹਾ ਸੀਗਾ। ਅੱਜ ਵੀ ਖੁਦਾਵੰਦ ਕਹਿੰਦਾ ਆ ਵੀ ਤੁਸੀਂ ਸਿਰਫ ਤੇ ਸਿਰਫ ਵਚਨ ਦਾ ਪ੍ਰਚਾਰ ਕਰੋ, ਵਚਨ ਦੀ ਵਡਿਆਈ ਕਰੋ, ਵਚਨ ਤੋਂ ਇਲਾਵਾ ਤੁਸੀਂ ਕੋਈ ਕੰਮ ਨਹੀਂ ਕਰਨਾ। ਬਾਈਬਲ ਇਸ ਚੀਜ਼ ਨੂੰ ਸਾਫ਼ ਬਿਆਨ ਕਰਦੀ ਹੈ। ਉਹ ਕਹਿੰਦਾ ਜੇ ਕੋਈ ਤੁਹਾਨੂੰ ਨਾ ਕਬੂਲ ਕਰੇ, ਨਾ ਤੁਹਾਡੀਆਂ ਗੱਲਾਂ ਨੂੰ ਕਬੂਲ ਕਰੇ, ਤਾਂ ਕਹਿੰਦਾ ਜਿਹੜੀ ਧੂੜ ਆ ਉਹਨੂੰ ਝਾੜ ਸੁੱਟੋ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾ ਦੇ ਦੇਸ਼ ਦਾ ਹਾਲ ਚੱਲਣ ਯੋਗ ਹੋਵੇਗਾ। ਹੁਣ ਬਾਈਬਲ ਬਿਆਨ ਕਰਦੀ ਹੈ, ਕਹਿੰਦਾ ਜੇ ਕੋਈ ਤੁਹਾਡਾ ਵਚਨ ਨਹੀਂ ਸੁਣਦਾ ਤੇ ਤੁਸੀਂ ਫਿਰ ਕੁਝ ਨਹੀਂ ਕਹਿ ਸਕਦੇ ਉਸ ਮਨੁੱਖ ਨੂੰ। ਉਹ ਨਿਆਂ ਥੱਲੇ ਚਲਾ ਗਿਆ। ਭਾਈ ਬ੍ਰੈਨਮ ਨੇ ਕਿਹਾ, ਇਸ ਯੁੱਗ ਦੇ ਨਬੀ ਨੇ ਕਿਹਾ, ਜਦੋਂ ਮੌਤ ਕਿਸੇ ਦੇ ਕੋਲ ਆਉਂਦੀ ਹੈ, ਕਹਿੰਦੇ ਮੌਤ ਤੋਂ ਭਿਆਨਕ ਕੋਈ ਚੀਜ਼ ਨਹੀਂ ਹੁੰਦੀ, ਲੇਕਿਨ ਇੱਕ ਮੌਤ ਤੋਂ ਭਿਆਨਕ ਵੀ ਇੱਕ ਚੀਜ਼ ਹੈਗੀ ਆ, ਜਿਹਨੂੰ ਬ੍ਰਦਰ ਬ੍ਰੈਨਮ ਨੇ ਕਿਹਾ ਨਿਆਂ। ਕਹਿੰਦਾ ਮੌਤ ਤੋਂ ਬੰਦੇ ਘੱਟ ਡਰਦੇ ਆ, ਲੇਕਿਨ ਜਦੋਂ ਨਿਆਂ ਆਵੇਗਾ ਕਹਿੰਦਾ ਇੰਨਾ ਭਿਆਨਕ ਹੋਵੇਗਾ ਤੇ ਲੋਕੀ ਕੁਝ ਬੋਲ ਨਹੀਂ ਸਕਣਗੇ, ਕਿਉਂਕਿ ਮੌਤ ਤੋਂ ਵੀ ਭਿਆਨਕ ਭਾਈ ਬ੍ਰੈਨਮ ਨੇ ਕਿਹਾ ਨਿਆਂ ਆ। ਇਸ ਕਰਕੇ ਜਦੋਂ ਅਸੀਂ ਕਿਸ ਨੂੰ ਪ੍ਰਚਾਰ ਕਰਦੇ ਆ ਜਾਂ ਸਮੇਂ ਦਾ ਸੰਦੇਸ਼ ਸੁਣਾਉਂਦੇ ਆ, ਇਹ ਵਿਸ਼ਵਾਸੀ ਲੋਕ ਸਮੇਂ ਦਾ ਸੰਦੇਸ਼ ਸੁਣਾਉਂਦੇ ਆ ਲੋਕਾਂ ਨੂੰ, ਜਦੋਂ ਨਹੀਂ ਸੁਣਦੇ ਤੇ ਉਹ ਕਿਹਦੇ ਥੱਲੇ ਚਲੇ ਜਾਂਦੇ ਆ? ਨਿਆਂ ਦੇ ਥੱਲੇ ਚਲੇ ਜਾਂਦੇ। ਤੇ ਨਿਆਂ ਕੋਈ ਨਹੀਂ ਝੱਲ ਸਕਦਾ। ਮੌਤ ਨੂੰ ਲੋਕੀ ਝੱਲ ਸਕਦੇ ਆ, ਮੌਤ ਦੀ ਤਕਲੀਫ ਨੂੰ ਲੋਕ ਝੱਲ ਸਕਦੇ ਆ, ਨਬੀ ਨੇ ਕਿਹਾ, ਲੇਕਿਨ ਨਿਆਂ ਨੂੰ ਝੱਲਣਾ ਬਹੁਤ ਔਖਾ ਆ, ਬਹੁਤ ਔਖਾ ਆ। ਜਦੋਂ ਖੁਦਾ ਦੇ ਅੱਗੇ ਲੋਕਾਂ ਨੇ ਖੜਨਾ ਤੇ ਉਹਨੇ ਨਿਆਂ ਕਰਕੇ ਕਹਿਣਾ ਆ, ਹੇ ਬੁਰਿਆਰੋ ਮੇਰੇ ਕੋਲੋਂ ਦੂਰ ਚਲੇ ਜਾਓ, ਕਿਉਂਕਿ ਮੈਂ ਤੁਹਾਨੂੰ ਜਾਣਦਾ ਹੀ ਨਹੀਂ। ਕਿਉਂਕਿ ਬਾਈਬਲ ਤੇ ਵੀ ਬਿਆਨ ਕਰਦੀ ਆ, ਕਹਿੰਦਾ ਨਾ ਤੁਸੀਂ ਕਿਸੇ ਕੋ ਪੈਸੇ ਲੈਣੇ ਆ। ਬਾਈਬਲ 'ਚ ਸਾਫ਼ ਲਿਖਿਆ, ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਆਪਣੇ ਕਮਰ ਕੱਸੇ ਵਿੱਚ ਲਓ, ਅਤੇ ਨਾ ਰਾਹ ਦੇ ਲਈ ਝੋਲਾ, ਨਾ ਕੁੜਤੇ ਲਓ। ਕਹਿੰਦਾ ਕੰਮ ਆਪਣੇ ਭੋਜਨ ਦਾ ਹੱਕਦਾਰ ਆ। ਕਹਿੰਦਾ ਜੇ ਕੋਈ ਸੇਵਕਾਈ ਕਰਦਾ ਆ ਤੇ ਖੁਦਾਵੰਦ ਉਹਨੂੰ ਆਪਣੇ ਆਪ ਹੀ ਦੇਖਦਾ ਆ, ਲੇਕਿਨ ਜੇ ਕੋਈ ਸੇਵਕਾਈ ਦੇ ਵਿੱਚ ਲੋਕਾਂ ਕੋਲ ਪੈਸੇ ਮੰਗਦਾ ਵੀ ਮੈਂ ਭੂਤ ਕੱਢਣੇ, ਮੈਨੂੰ 10,000 ਦਿਓ, ਮੈਨੂੰ 20,000 ਦਿਓ, ਤੇ ਉਸ ਚੀਜ਼ ਦਾ ਉਹਨੂੰ ਹਿਸਾਬ ਦੇਣਾ ਪਵੇਗਾ। ਕਿਉਂਕਿ ਬਾਈਬਲ ਦਸ਼ਮਾਂਸ਼ ਤੇ ਭੇਟਾਂ ਤੋਂ ਇਲਾਵਾ ਕਿਸੇ ਹੋਰ ਚੀਜ਼ ਬਾਰੇ ਬਿਆਨ ਨਹੀਂ ਕਰਦੀ।
ਬਾਈਬਲ ਦੇ ਵਿੱਚ ਸਿਰਫ ਦਸ਼ਮਾਂਸ਼ ਤੇ ਭੇਟਾਂ ਬਾਰੇ ਬਿਆਨ ਕੀਤਾ ਗਿਆ ਹੈ। ਲੇਕਿਨ ਖੁਦਾ ਦੇ ਲੋਕ ਜਿਹੜੇ ਸੱਚੇ ਲੋਕ ਆ ਉਹਨਾਂ ਨੂੰ ਹੀ ਸਮਝ ਇਹ ਚੀਜ਼ਾਂ ਦੀ, ਜਿਹੜੇ ਸੰਸਾਰਿਕ ਲੋਕ ਆ ਇਹ ਚੀਜ਼ਾਂ ਦੀ ਸਮਝ ਨਹੀਂ ਰੱਖਦੇ। ਇਸ ਕਰਕੇ ਖੁਦਾਵੰਦ ਨੇ ਕਿਹਾ, ਕਹਿੰਦਾ ਉਪਰੰਤ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਸੁਰਗ ਵਿੱਚ ਜੋ ਹੈ ਉਸ ਦਾ ਇਕਰਾਰ ਕਰਾਂਗਾ। ਕਹਿੰਦਾ ਜੇ ਮਨੁੱਖਾਂ ਦੇ ਅੱਗੇ ਕੋਈ ਮੇਰਾ ਇਕਰਾਰ ਕਰੂਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਉਸ ਦਾ ਇਕਰਾਰ ਕਰਾਂਗਾ, ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਸਵਰਗ ਵਿੱਚ ਹੈ ਉਸ ਦਾ ਇਨਕਾਰ ਕਰੂੰਗਾ। ਜੇ ਕੋਈ ਅੱਜ ਧਰਤੀ ਤੇ ਰਹਿੰਦੇ ਹੋਏ ਖੁਦਾ ਦੇ ਜਿਉਂਦੇ ਵਚਨ ਦਾ ਇਨਕਾਰ ਕਰਦਾ ਆ ਤੇ ਉਹ ਵੀ ਫਿਰ ਖੁਦਾ ਦੇ ਅੱਗੇ ਇਨਕਾਰੀ ਹੋ ਗਿਆ ਇੱਕ ਤਰ੍ਹਾਂ ਦਾ, ਉਹਨੂੰ ਕੋਈ ਪ੍ਰਤੀਫਲ ਨਹੀਂ ਮਿਲਣਾ ਫਿਰ। ਇਸ ਕਰਕੇ ਖੁਦਾ ਦਾ ਵਚਨ ਕਹਿੰਦਾ ਤੁਸੀਂ ਮੇਰੇ ਵਚਨ ਦਾ ਇਕਰਾਰ ਕਰੋ, ਮੇਰੇ ਵਚਨ ਨੂੰ ਮੰਨੋ। ਇਹ ਨਾ ਸਮਝੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ, ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ। ਖੁਦਾ ਦਾ ਵਚਨ ਕਹਿੰਦਾ ਮੈਂ ਤਲਵਾਰ ਚਲਾਉਣ ਆਇਆ, ਕਿਉਂ ਜੋ ਮੈਂ ਮਨੁੱਖ ਨੂੰ ਉਸਦੇ ਪਿਓ ਤੋਂ ਅਤੇ ਧੀ ਨੂੰ ਉਸਦੀ ਮਾਂ ਤੋਂ ਅਤੇ ਨੂੰਹ ਨੂੰ ਉਸਦੀ ਸੱਸ ਤੋਂ ਅੱਡ ਕਰਨ ਆਇਆ ਹਾਂ, ਔਰ ਮਨੁੱਖ ਦੇ ਵੈਰੀ ਉਸਦੇ ਘਰ ਦੇ ਹੀ ਹੋਣਗੇ। ਜੇ ਕੋਈ ਪਿਓ ਜਾਂ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਯੋਗ ਨਹੀਂ, ਅਤੇ ਜੋ ਕੋਈ ਪੁੱਤਰ ਜਾਂ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਯੋਗ ਨਹੀਂ, ਅਤੇ ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਤੁਰੇ ਮੇਰੇ ਯੋਗ ਨਹੀਂ। ਖੁਦਾ ਦਾ ਵਚਨ ਕਹਿੰਦਾ ਆ ਪਹਿਲ ਮੇਰੀ ਆ। ਖੁਦਾਵੰਦ ਕਦੇ ਵੀ ਕਿਸ ਨੂੰ ਪਹਿਲ ਨਹੀਂ ਦਿੰਦਾ, ਹਮੇਸ਼ਾ ਪਹਿਲ ਪ੍ਰਭੂ ਯਿਸੂ ਮਸੀਹ ਆਪਣੀ ਚਾਹੁੰਦਾ ਹੈ। ਉਹ ਕਹਿੰਦਾ ਨਾ ਤੁਸੀਂ ਆਪਣੇ ਬੱਚਿਆਂ ਨੂੰ ਨਾ ਰਿਸ਼ਤੇਦਾਰਾਂ ਕਿਸੇ ਨੂੰ ਪਹਿਲ ਨਾ ਦਿਓ, ਹਮੇਸ਼ਾ ਖੁਦਾ ਦੇ ਵਚਨ ਨੂੰ ਪਹਿਲ ਦਿਓ। ਕਹਿੰਦਾ ਜੇ ਤੁਸੀਂ ਮੇਰਾ ਇਨਕਾਰ ਕਰੋਗੇ ਤੇ ਮੈਂ ਵੀ ਆਪਣੇ ਪਿਤਾ ਦੇ ਸਾਹਮਣੇ ਤੁਹਾਡਾ ਇਨਕਾਰ ਕਰਾਂਗਾ। ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ ਉਹ ਉਸ ਨੂੰ ਗਵਾਵੇਗਾ, ਪਰ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗਵਾਈ ਹੈ ਉਸ ਨੂੰ ਲੱਭ ਪਵੇਗਾ। ਉਹ ਕਹਿੰਦਾ ਜੇ ਤੁਸੀਂ ਮੇਰੇ ਵਾਸਤੇ ਇਸ ਸੰਸਾਰ ਦੇ ਵਿੱਚ ਆਪਣੀ ਜਿਹੜੀ ਜਾਨ ਆ ਤੁਸੀਂ ਉਹਨੂੰ ਤਿਆਗ ਦਿੰਦੇ ਹੋ, ਆਪਣੀ ਜਾਨ ਨੂੰ ਮੁੱਲਵਾਨ ਨਹੀਂ ਜਾਣਦੇ ਤੇ ਖੁਦਾ ਦੇ ਵਚਨ ਨੂੰ ਮੁੱਲਵਾਨ ਜਾਣਦੇ ਹੋ ਤੇ ਤੁਹਾਨੂੰ ਇਹਦਾ ਪ੍ਰਤੀਫਲ ਮਿਲੇਗਾ। ਤੁਹਾਨੂੰ ਪਤਾ ਬਹੁਤ ਲੋਕ ਜਿਹੜੇ ਸਰੀਰ ਨਾਲ ਭਰੇ ਆ ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਆਪਣਾ ਜੀਵਨ ਦੇਖਣਾ, ਆਪਣੇ ਬੱਚੇ ਦੇਖਣੇ ਆ, ਦੁਨੀਆਦਾਰੀ ਦੇਖਣੀ ਆ, ਖੁਦਾ ਦਾ ਵਚਨ ਫਿਰ ਦੇਖ ਲਾਂਗੇ। ਲੇਕਿਨ ਖੁਦਾਵੰਦ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਪ੍ਰਭੂ ਯਿਸੂ ਮਸੀਹ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਆ ਜਿਨ੍ਹਾਂ ਦੇ ਅੰਦਰ ਉਹਦਾ ਆਤਮਾ ਤੇ ਉਹਦੀ ਆਗਿਆਕਾਰੀ ਆ। ਇਸ ਕਰਕੇ ਅੱਜ ਲੋਕਾਂ ਦੇ ਉੱਪਰ ਕੀ ਆ ਪ੍ਰਭਾਵ ਬਹੁਤ ਗਲਤ ਪਿਆ ਹੋਇਆ ਹੈ। ਜਿਹੜਾ ਮੇਰਾ ਅੱਜ ਦਾ ਵਿਸ਼ਾ ਆ ਉਹ ਪ੍ਰਭਾਵ ਦੇ ਉੱਪਰ ਆ। ਭਾਈ ਬ੍ਰੈਨਮ ਨੇ ਕਿਹਾ ਆ ਲੋਕਾਂ ਦਾ ਪ੍ਰਭਾਵ ਬਹੁਤ ਮਾੜਾ ਆ। ਅੱਜ ਬਹੁਤ ਮਾੜੇ ਪ੍ਰਭਾਵ ਦੇ ਵਿੱਚ ਲੋਕ ਰਹਿ ਰਹੇ ਆ। ਲੋਕ ਰੀਸ ਕਰਦੇ ਆ ਇੱਕ ਦੂਜਿਆਂ ਦੀ, ਫਿਲਮ ਸਟਾਰਾਂ ਦੀ ਰੀਸ ਕਰਦੇ ਆ, ਦੁਨੀਆਦਾਰੀ ਦੀ ਰੀਸ ਕਰਦੇ ਆ, ਆਂਢ ਗੁਆਂਢ ਦੀ ਰੀਸ ਕਰਦੇ ਆ। ਲੇਕਿਨ ਉਹ ਕਹਿੰਦਾ ਤੁਸੀਂ ਕਿਸੇ ਦੀ ਰੀਸ ਨਾ ਕਰੋ, ਤੁਸੀਂ ਮੇਰੇ ਵਚਨ ਦੀ ਰੀਸ ਕਰੋ, ਮੇਰੀ ਰੀਸ ਕਰੋ। ਜਿੱਦਾਂ ਦਾ ਸਾਡਾ ਪ੍ਰਭੂ ਯਿਸੂ ਮਸੀਹ ਸੀ ਅਸੀਂ ਉਦਾਂ ਦਾ ਬਣਨਾ ਆ। ਨਬੀ ਨੇ ਕਿਹਾ, ਇੱਕ ਵਾਰੀ ਭਾਈ ਬ੍ਰੈਨਮ ਨੇ ਇੱਕ ਸਟੋਰੀ ਦੱਸੀ। ਉਹ ਕਹਿੰਦੇ ਇੱਕ ਕ੍ਰਿਸਮਸ ਦਾ ਸਮਾਂ ਸੀਗਾ ਤੇ ਕੀ ਹੋਇਆ, ਇੱਕ ਸ਼ਰਾਬੀ ਮਨੁੱਖ ਸੀ। ਇੱਕ ਸ਼ਰਾਬੀ ਮਨੁੱਖ ਗਿਫਟ ਲੈ ਕੇ ਗਿਆ, ਹਰ ਕਿਸ ਨੂੰ ਮੈਰੀ ਕ੍ਰਿਸਮਸ ਕਹਿ ਰਿਹਾ ਆ, ਤੇ ਜਿੱਥੇ ਜਾਂਦਾ ਸੀ ਸ਼ਰਾਬ ਪੀਂਦਾ ਸੀ। ਉਹ ਜਦੋਂ ਸ਼ਰਾਬ ਪੀ ਕੇ ਉਹ ਰੱਜ ਗਿਆ, ਉਹਦਾ 7 ਸਾਲ ਦਾ ਬੇਟਾ ਵੀ ਉਹਦੇ ਨਾਲ ਸੀਗਾ। ਜਦੋਂ ਉਹ ਮਨੁੱਖ ਵਾਪਸ ਉਸ ਜਗ੍ਹਾ ਤੋਂ ਆ ਰਿਹਾ ਸੀ, ਰਾਤ ਦਾ ਸਮਾਂ ਸੀਗਾ ਤੇ ਬਰਫ਼ ਪਈ ਹੋਈ ਸੀ, ਤੇ ਕੀ ਹੋਇਆ, ਜਿਹੜਾ ਉਹਦਾ ਬੇਟਾ ਸੀ ਉਹ ਪਿੱਛੇ ਪਿੱਛੇ ਆ ਰਿਹਾ ਸੀ ਤੇ ਉਹ ਵੀ ਆਪਣੇ ਪਿਤਾ ਦੇ ਕਦਮਾਂ ਦੇ ਉੱਪਰ ਕਦਮ ਰੱਖ ਰਿਹਾ ਸੀਗਾ। ਤੇ ਉਹਦਾ ਪਿਤਾ ਕਹਿੰਦਾ ਤੂੰ ਇਦਾਂ ਕਿਉਂ ਚੱਲ ਰਿਹਾ ਆ? ਉਹ ਕਹਿੰਦਾ ਮੈਂ ਤੁਹਾਡੇ ਲਕਸ਼ੇ ਕਦਮ ਤੇ ਚੱਲ ਰਿਹਾ, ਤੁਹਾਡੇ ਪੇੜਾਂ ਤੇ ਮੈਂ ਚੱਲ ਰਿਹਾ, ਜੋ ਤੁਸੀਂ ਨਿਸ਼ਾਨ ਛੱਡੇ ਮੈਂ ਉਹਦੇ ਉੱਪਰ ਚੱਲ ਰਿਹਾ ਆ। ਨਬੀ ਕਹਿੰਦਾ ਦੇਖੋ ਤੁਹਾਡਾ ਪ੍ਰਭਾਵ ਕਿੱਦਾਂ ਦਾ ਆ। ਜੇ ਕੋਈ ਪਿਤਾ ਆ ਕੋਈ ਗਲਤ ਕੰਮ ਕਰਦਾ ਹੈ, ਕੋਈ ਮਾਂ ਪਿਓ ਗਲਤ ਸਿਸਟਮ ਦੇ ਵਿੱਚ ਚੱਲਦੇ, ਉਹਦੇ ਬੱਚੇ ਵੀ ਉਸੇ ਤਰ੍ਹਾਂ ਚੱਲਦੇ ਆ। ਜੇ ਮਾਂ ਪਿਓ ਆਤਮਿਕ ਆ ਤੇ ਉਹਦੇ ਬੱਚੇ ਵੀ ਆਤਮਿਕ ਹੋਣਗੇ। ਕਦੇ ਏਦਾਂ ਨਹੀਂ ਹੋ ਸਕਦਾ ਵੀ ਮਾਂ ਪਿਓ ਆਤਮਿਕ ਹੋਣ ਤੇ ਬੱਚੇ ਆਤਮਿਕ ਨਾ ਹੋਣ, ਕਿਉਂਕਿ ਪ੍ਰਭਾਵ ਹੁੰਦਾ ਆ ਘਰ ਦੇ ਵਿੱਚ। ਜੇ ਤੁਹਾਡੇ ਬੱਚੇ ਆਤਮਿਕ ਨਹੀਂ ਆ, ਤੁਹਾਡਾ ਪਰਿਵਾਰ ਆਤਮਿਕ ਨਹੀਂ ਆ, ਇਹਦਾ ਮਤਲਬ ਨਬੀ ਨੇ ਕਿਹਾ ਕੁਛ ਨਾ ਕੁਛ ਗੜਬੜ ਆ, ਤੁਹਾਡੇ ਅੰਦਰ ਖੁਦਾ ਦਾ ਆਤਮਾ ਨਹੀਂ ਹੈ। ਤੁਸੀਂ ਸੰਸਾਰ ਦੀ ਰੀਸ ਕਰਦੇ ਹੋ, ਸੰਸਾਰ ਵਰਗੂ ਚੱਲਦੇ ਹੋ। ਕਿਉਂਕਿ ਨਬੀ ਕਹਿੰਦਾ ਚਰਚ ਵਿੱਚ ਆ ਕੇ ਬਹੁਤ ਲੋਕ ਦਿਖਾਵਾ ਕਰਦੇ ਆਤਮਿਕ ਹੋਣ ਦਾ, ਲੇਕਿਨ ਤੁਸੀਂ ਉਹਨਾਂ ਦੇ ਕਮਰੇ ਵਿੱਚ ਜਾਓ ਜਿੱਥੇ ਉਹ ਸੌਂਦੇ ਆ, ਜਿੱਥੇ ਰਹਿੰਦੇ ਆ, ਜਾ ਕੇ ਦੇਖੋ ਵਚਨ ਨੂੰ ਪਹਿਲ ਦਿੰਦੇ ਆ। ਬਾਈਬਲਾਂ ਉਹਨਾਂ ਦੀ ਪਈਆਂ ਉਸ ਜਗ੍ਹਾ ਤੇ ਪਈਆਂ, ਜਾਂ ਉਹਨਾਂ ਨੇ ਕੁਝ ਘਰਾਂ ਦੇ ਵਿੱਚ ਹੋਰ ਪੋਸਟਰ ਲਾਏ ਆ, ਕਿੱਦਾਂ ਦੀ ਚੀਜ਼ਾਂ ਰੱਖੀਆਂ ਹੋਈਆਂ। ਕਹਿੰਦੇ ਤੁਸੀਂ ਇਹਦੇ ਰੂਮ ਦੇ ਵਿੱਚ ਜਾ ਕੇ ਤੁਸੀਂ ਉਹਨੂੰ ਵੇਖ ਸਕਦੇ ਹੋ। ਕਿਉਂਕਿ ਤੁਹਾਨੂੰ ਪਤਾ ਨਬੀ ਕਹਿੰਦਾ ਜਦੋਂ ਵੀ ਨਬੀ ਭਾਈ ਬ੍ਰੈਨਮ ਕਿਸੇ ਜਗ੍ਹਾ ਤੇ ਜਨਾਜ਼ਾ ਪੜਨ ਜਾਂਦੇ ਸੀਗੇ ਤੇ ਉਹ ਲੋਕਾਂ ਬਾਰੇ ਜ਼ਿਆਦਾ ਨਹੀਂ ਸੀ ਬੋਲਦੇ। ਉਹ ਇਸ ਕਰਕੇ ਨਹੀਂ ਸੀ ਬੋਲਦੇ, ਉਹ ਕਹਿੰਦੇ ਸੀਗੇ ਭਾਈ ਬ੍ਰੈਨਮ ਕਹਿੰਦੇ ਮੇਰੇ ਨਾਲ ਉਹ ਜ਼ਿਆਦਾ
ਜਿਹੜੇ ਲੋਕ ਇਹਦੇ ਨਾਲ ਰਹਿੰਦੇ ਸੀ, ਇਸ ਬੰਦੇ ਨੂੰ, ਇਹਨਾਂ ਭੈਣ ਭਾਈਆਂ ਨੂੰ ਇਸ ਭਾਈ ਦਾ ਜੀਵਨ ਪਤਾ ਆ। ਪਰਿਵਾਰ ਦੇ ਮਨੁੱਖ ਨੂੰ ਪਤਾ ਹੁੰਦਾ ਜੀਵਨ ਦਾ। ਬਾਹਰਲਾ ਬੰਦਾ ਆ ਕੇ ਤੇ ਕੁਝ ਵੀ ਕਹੂਗਾ ਵੀ ਇਹ ਭੈਣ ਭਾਈ ਬਹੁਤ ਵਧੀਆ, ਲੇਕਿਨ ਜਿਹੜਾ ਬੰਦਾ ਨਾਲ ਰਹਿੰਦਾ 24 ਘੰਟੇ, ਉਹਨਾਂ ਨੂੰ ਪਤਾ ਹੁੰਦਾ ਵੀ ਇਸ ਭੈਣ ਭਾਈ ਦਾ ਜੀਵਨ ਕਿੱਦਾਂ ਦਾ ਆ। ਹਰੇਕ ਨੂੰ ਪਤਾ ਹੁੰਦਾ ਆ। ਇਸ ਕਰਕੇ ਜਿਹੜੇ ਤੁਸੀਂ ਦੇਖਿਆ ਹੋਊਗਾ, ਜਦੋਂ ਕਿਸੇ ਦਾ ਜਨਾਜ਼ਾ ਪੜਿਆ ਜਾਂਦਾ ਤੇ ਮਿਸ਼ਨਰੀ ਪਾਸਟਰ ਜਾਂਦੇ ਆ, ਜਥੇਬੰਦੀਆਂ ਦੇ ਪਾਸਟਰ ਜਾ ਕੇ ਕਹਿੰਦੇ ਆ, ਭਾਵੇਂ ਉਹ ਬੰਦਾ ਸ਼ਰਾਬ ਪੀਂਦਾ ਹੋਇਆ ਮਰ ਗਿਆ, ਉਹਦਾ ਪ੍ਰਭਾਵ ਬਹੁਤ ਮਾੜਾ ਰਿਹਾ ਹੋਵੇ, ਉਹ ਜਾ ਕੇ ਕਹਿਣਗੇ ਇਹ ਤਾਂ ਖੁਦਾ ਦੇ ਰਾਹ 'ਚ ਚਲਾ ਗਿਆ। ਲੇਕਿਨ ਜੇ ਉਸ ਸਥਾਨ ਦੇ ਵਿੱਚ ਸੰਦੇਸ਼ ਦਾ ਭਾਈ ਜਾਵੇ ਤੇ ਉਹ ਇਹੀ ਪ੍ਰਚਾਰ ਕਰੇਗਾ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੁਕਤੀ ਆ। ਜਦੋਂ ਤੱਕ ਕੋਈ ਯਿਸੂ ਮਸੀਹ ਦੇ ਨਾਮ 'ਚ ਬਸਮਾ ਨਹੀਂ ਲੈਂਦਾ, ਜੀਵਨ ਨਹੀਂ ਬਤੀਤ ਕਰਦਾ, ਖੁਦਾ ਦੇ ਰਾਹ 'ਚ ਨਹੀਂ ਜਾ ਸਕਦਾ। ਲੇਕਿਨ ਮਿਸ਼ਨਰੀ ਜਿਹੜੇ ਲੋਕ ਵਿਕਾਊ ਆ, ਜਿਨ੍ਹਾਂ ਨੂੰ ਵਚਨ ਦੀ ਸਮਝ ਨਹੀਂ ਆ, ਉਹ ਲੋਕ ਕੁਝ ਵੀ ਜਾ ਕੇ ਪ੍ਰਚਾਰ ਕਰਦੇ ਆ। ਲੇਕਿਨ ਪ੍ਰਚਾਰ ਗਿਆਨ ਦੇ ਨਾਲ ਨਹੀਂ ਹੁੰਦਾ, ਪ੍ਰਚਾਰ ਹਲੀਮੀ ਦੇ ਨਾਲ ਹੁੰਦਾ ਆ, ਉਹਦੀ ਸਮਝ ਦੇ ਨਾਲ ਪ੍ਰਚਾਰ ਹੁੰਦਾ ਆ। ਗਿਆਨ ਦੇ ਨਾਲ ਪ੍ਰਚਾਰ ਨਹੀਂ ਹੁੰਦਾ ਵੀ ਬਾਈਬਲ ਪੜ੍ਹ ਲਈ ਆ ਤੇ ਕੋਈ ਵੀ ਪ੍ਰਚਾਰਕ ਬਣ ਜੂਗਾ। ਨਬੀ ਕਹਿੰਦਾ ਬਹੁਤ ਲੋਕ ਪ੍ਰਚਾਰਕ ਆ, ਆਪਣੀ ਸਮਝ ਦਾ ਸਹਾਰਾ ਲੈ ਕੇ ਪ੍ਰਚਾਰ ਕਰਦੇ ਆ, ਲੇਕਿਨ ਜਦੋਂ ਤੱਕ ਕਰਾਰ ਕੀਤਾ ਹੋਇਆ ਪਵਿੱਤਰ ਆਤਮਾ ਹੀ ਨਹੀਂ ਆ ਕੇ ਬੋਲੇ ਤੇ ਉਹ ਪ੍ਰਚਾਰ ਥੋਥਾ ਪ੍ਰਚਾਰ। ਤੁਹਾਨੂੰ ਪਤਾ ਪਵਿੱਤਰ ਆਤਮਾ ਪ੍ਰਚਾਰ ਕਰਦਾ, ਬੰਦਾ ਪ੍ਰਚਾਰ ਨਹੀਂ ਕਰਦਾ ਪੁਲਪਿਟ ਤੋਂ। ਜੇ ਕੋਈ ਸੋਚੇ ਬੰਦਾ ਪ੍ਰਚਾਰ ਕਰ ਰਿਹਾ, ਬੰਦੇ ਦੀ ਇੰਨੀ ਹੈਸੀਅਤ ਨਹੀਂ ਆ ਵੀ ਉਹ ਖੜ ਕੇ ਖੁਦਾ ਦੇ ਵਚਨ ਦਾ ਖੁਲਾਸਾ ਕਰ ਸਕੇ। ਲੇਕਿਨ ਜਦੋਂ ਪਵਿੱਤਰ ਆਤਮਾ ਆਂਦਾ ਆ ਤੇ ਉਹ ਕੀ ਕਰਦਾ? ਵਚਨ ਦਾ ਖੁਲਾਸਾ ਕਰਦਾ ਆ। ਇਸ ਕਰਕੇ ਨਬੀ ਕਹਿੰਦਾ ਆ ਹਮੇਸ਼ਾ ਵਚਨ ਦੇ ਅਨੁਸਾਰ ਤੁਹਾਡਾ ਜੀਵਨ ਹੋਵੇ, ਕਦੇ ਵੀ ਵਚਨ ਤੋਂ ਬਾਹਰ ਤੁਹਾਡਾ ਜੀਵਨ ਨਹੀਂ ਹੋਣਾ ਚਾਹੀਦਾ। ਆਓ ਅਸੀਂ ਪੜ੍ਹਦੇ ਹਾਂ ਪਹਿਲਾ ਕੁਰਿੰਥੀਆਂ 3 ਦੀ 16। ਪਹਿਲਾ ਕੁਰਿੰਥੀਆਂ 3 ਦੀ 16। ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ? ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਵਰ ਉਸ ਦਾ ਨਾਸ਼ ਕਰੇਗਾ, ਕਿਉਂ ਜੋ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ ਹੋ। ਹੁਣ ਬਾਈਬਲ ਕੀ ਬਿਆਨ ਕਰਦੀ ਆ? ਪਹਿਲਾ ਕੁਰਿੰਥੀਆਂ 3 ਦੀ 16 ਚ ਲਿਖਿਆ ਆ, ਕਹਿੰਦਾ ਤੁਸੀਂ ਨਹੀਂ ਜਾਣਦੇ ਵੀ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ। ਪਰਮੇਸ਼ਵਰ ਦੀ ਹੈਕਲ ਕੀ ਆ? ਲੋਕ ਸੋ ਕਹਿੰਦੇ ਆ ਪ੍ਰਭੂ ਮੇਰੇ ਘਰ ਦੇ ਵਿੱਚ ਆ ਜਾ। ਕਿਹੜੇ ਮਿੱਟੀ ਦੇ ਘਰ 'ਚ ਪ੍ਰਭੂ ਨਹੀਂ ਰਹਿੰਦਾ ਕਦੇ ਵੀ। ਪਰਮੇਸ਼ਵਰ ਨੂੰ ਵੀ ਇੱਕ ਘਰ ਚਾਹੀਦਾ ਆ। ਜਿੱਦਾਂ ਸਾਨੂੰ ਇੱਕ ਘਰ ਚਾਹੀਦਾ ਆ ਰਹਿਣ ਵਾਸਤੇ, ਅਸੀਂ ਮਿੱਟੀ ਦੇ ਘਰ 'ਚ ਰਹਿੰਦੇ ਹਾਂ, ਇਸੇ ਤਰ੍ਹਾਂ ਪਰਮੇਸ਼ਵਰ ਵੀ ਇੱਕ ਘਰ 'ਚ ਰਹਿੰਦਾ। ਉਹ ਘਰ ਕੌਣ ਆ? ਅਸੀਂ ਉਹ ਘਰ ਆ, ਤੁਸੀਂ ਤੇ ਮੈਂ ਉਹ ਘਰ ਆ, ਸਾਡੀਆਂ ਦੇਹਾਂ, ਸਾਡਾ ਹਿਰਦੇ ਉਹ ਘਰ ਆ ਜਿਹਦੇ ਵਿੱਚ ਖੁਦਾਵੰਦ ਨੇ ਰਹਿਣਾ ਆ। ਤੇ ਉਹ ਕਹਿੰਦਾ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਵਰ ਉਸ ਦਾ ਨਾਸ਼ ਕਰੇਗਾ। ਅੱਜ ਲੋਕ ਕਿੱਦਾਂ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰ ਰਹੇ ਆ? ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪ੍ਰਭਾਵ ਨਬੀ ਨੇ ਕਿਹਾ ਸੰਸਾਰ ਦਾ ਪ੍ਰਭਾਵ ਲੋਕਾਂ ਦੇ ਉੱਪਰ ਆ। ਉਹ ਰੀਸ ਕਰਦੇ ਆ, ਜਵਾਨ ਭੈਣ ਭਾਈ ਰੀਸ ਕਰਦੇ ਆ ਫਿਲਮ ਸਟਾਰਾਂ ਦੀ। ਉਹਨੇ ਬਾਲ ਉਦਾਂ ਦੇ ਰੱਖੇ ਆ, ਮੈਂ ਵੀ ਬਾਲ ਉਦਾਂ ਦੇ ਰੱਖੂੰਗੀ। ਉਹਨੇ ਲੰਬੇ ਲੰਬੇ ਨੋਹ ਰੱਖੇ ਆ, ਨੇਲਸ ਰੱਖੇ, ਮੈਂ ਵੀ ਰੱਖਾਂਗੀ। ਉਹਨੇ ਬਾਲ ਕਟਵਾਏ ਆ, ਮੈਂ ਵੀ ਬਾਲ ਕਟਾਵਾਂਗੀ। ਤੇ ਭਾਈ ਕਿੱਦਾਂ ਰੀਸ ਕਰਦੇ ਆ? ਉਹ ਕਹਿੰਦੇ ਉਸ ਫਿਲਮ ਸਟਾਰ ਦੇ ਬਾਲ ਖੜੇ ਆ, ਦਾੜੀ 'ਚ ਨੁਕਰਾ ਆ, ਮੈਂ ਵੀ ਇਸੇ ਤਰ੍ਹਾਂ ਕਰੂੰਗਾ। ਪ੍ਰਭਾਵ, ਜੇ ਪ੍ਰਭਾਵ ਖੁਦਾ ਦੇ ਵਚਨ ਦਾ ਆ, ਉਹਦੇ ਪਵਿੱਤਰ ਲੋਕਾਂ ਦਾ, ਤੇ ਸ਼ੈਤਾਨ ਵੀ ਆਪਣਾ ਪ੍ਰਭਾਵ ਛੱਡਦਾ ਆ। ਅੱਜ ਪੂਰੀ ਦੁਨੀਆ ਸ਼ੈਤਾਨ ਦੇ ਪ੍ਰਭਾਵ ਹੇਠ ਆ, ਲੇਕਿਨ ਇੱਕ ਛੋਟਾ ਝੁੰਡਾ ਜਿਹਦਾ ਨਾਮ ਲਾੜੀ ਆ, ਉਹ ਕਦੇ ਕਿਸੇ ਦੇ ਪ੍ਰਭਾਵ ਦੇ ਹੇਠ ਨਹੀਂ ਜਾਂਦੀ। ਕਿਉਂਕਿ ਲਾੜੀ ਹਮੇਸ਼ਾ ਵਚਨ ਦੇ ਨਾਲ ਸ਼ਿੰਗਾਰ ਕਰਦੀ ਆ ਤੇ ਵਚਨ ਹੀ ਲਾੜੀ ਦਾ ਖਾਣਾ ਆ। ਲਾੜੀ ਦਾ ਖਾਣਾ ਕੀ ਆ? ਲਾੜੀ ਉਹ ਪਵਿੱਤਰ ਲੋਕ ਆ ਜਿਨ੍ਹਾਂ ਦਾ ਰੈਪਚਰ ਵਿੱਚ ਜਿਨ੍ਹਾਂ ਨੇ ਜਾਣਾ ਹੈ। ਉਹ ਵਚਨ ਦਾ ਖਾਣਾ ਖਾਂਦੇ ਆ, ਜੋ ਵਚਨ ਕਹਿੰਦਾ ਉਹਦੇ ਅਨੁਸਾਰ ਉਹ ਜੀਵਨ ਬਤੀਤ ਕਰਦੇ ਆ। ਹੁਣ ਖਾਣੇ ਵੀ ਦੋ ਤਰ੍ਹਾਂ ਦੇ ਆ, ਪਾਣੀ ਵੀ ਦੋ ਤਰ੍ਹਾਂ ਦੇ ਆ। ਇੱਕ ਪਾਣੀ ਜੀਵਨ ਦਾ ਜਲ ਯਿਸੂ ਮਸੀਹ ਆ, ਖਾਣਾ ਵਚਨ ਆ ਖੁਦਾ ਦਾ। ਇੱਕ ਖਾਣਾ ਸੰਸਾਰ ਦਾ ਖਾਣਾ ਆ, ਇੱਕ ਪਾਣੀ ਸੰਸਾਰ ਦਾ ਪਾਣੀ ਆ ਜਿਹੜਾ ਮੌਤ ਵੱਲ ਲੈ ਕੇ ਜਾਂਦਾ। ਹੁਣ ਇਹ ਚੋਣ ਕਿਹਨੇ ਕਰਨੀ ਆ? ਚੋਣ ਖੁਦ ਮਨੁੱਖਾਂ ਨੇ ਕਰਨੀ ਆ, ਕਿਉਂਕਿ ਪਰਮੇਸ਼ਵਰ ਕਿਸ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰਦਾ। ਖੁਦਾ ਨੇ ਨੂਹ ਦੇ ਸਮੇਂ ਦੇ ਵਿੱਚ ਵੀ ਕਿਹਾ ਸੀਗਾ ਤੋਬਾ ਕਰੋ, ਲੇਕਿਨ ਲੋਕਾਂ ਨੇ ਨੂਹ ਦੇ ਪ੍ਰਚਾਰ ਨੂੰ ਥੋਥਾ ਸਮਝਿਆ। ਨਬੀ ਕਹਿੰਦਾ ਉਹਨੂੰ ਮੂਰਖ ਸਮਝਿਆ ਗਿਆ, ਉਹਦੇ ਪ੍ਰਚਾਰ ਨੂੰ। ਉਹਨੂੰ ਕਿਹਾ ਗਿਆ ਵੀ ਇਹ ਵੈਸੇ ਹੀ ਬੋਲਦਾ ਆ ਵੀ ਕਿਸੇ ਸਥਾਨ ਦੇ ਵਿੱਚ ਪਾਣੀ ਨਹੀਂ ਆ ਤੇ ਇਹ ਕਿਸ਼ਤੀ ਬਣਾਈ ਜਾਂਦਾ ਹੈ। ਲੇਕਿਨ ਲੋਕਾਂ ਦੀ ਅੱਖਾਂ ਸੀ ਜਿਹੜੀਆਂ ਬੰਦ ਸੀ, ਲੇਕਿਨ ਜਿਹੜੀਆਂ ਨੂਹ ਦੀ ਅੱਖਾਂ ਸੀਗੀਆਂ ਉਹ ਖੁੱਲੀਆਂ ਹੋਈਆਂ ਸੀਗੀਆਂ, ਕਿਉਂਕਿ ਵਚਨ ਦੇ ਸੁਰਮੇ ਨੇ ਉਹਦੀ ਅੱਖਾਂ ਨੂੰ ਖੋਲ ਦਿੱਤਾ ਸੀਗਾ। ਉਹ ਜਾਣਦਾ ਸੀ ਜੋ ਪਰਮੇਸ਼ਵਰ ਨੇ ਕਿਹਾ ਉਹ ਹੋਵੇਗਾ।
ਅੱਜ ਵੀ ਇਸੇ ਤਰ੍ਹਾਂ ਆ। ਖੁਦਾ ਦੇ ਪਵਿੱਤਰ ਦੁਲਹਨ ਜਾਣਦੀ ਆ ਵੀ ਜੇ ਬਾਈਬਲ ਵਿੱਚ ਮਨਾ ਆ ਵੀ ਤੁਸੀਂ ਹਾਰ ਸ਼ਿੰਗਾਰ ਨਹੀਂ ਕਰਨਾ, ਸੰਸਾਰੀ ਕੰਮ ਨਹੀਂ ਕਰਨੇ, ਸੰਸਾਰ ਨਾਲ ਮੇਲ ਜੋਲ ਨਹੀਂ ਕਰਨਾ, ਤੇ ਉਹ ਨਹੀਂ ਕਰਦੀ, ਕਿਉਂਕਿ ਖੁਦਾ ਦੀ ਦੁਲਹਨ ਜਾਣਦੀ ਆ ਵਚਨ ਦੇ ਅਨੁਸਾਰ ਕਿੱਦਾਂ ਜੀਵਨ ਬਤੀਤ ਕਰਨਾ। ਲੇਕਿਨ ਜਿਹੜੇ ਲੋਕ ਸੰਸਾਰ ਦੇ ਪ੍ਰਭਾਵ ਦੇ ਹੇਠ ਆ, ਉਹ ਕੀ ਕਰਦੇ ਆ? ਉਹਨਾਂ ਦੇ ਬੱਚੇ ਕੀ ਕਰਦੇ ਆ? ਉਹ ਕਹਿੰਦੇ ਸੰਸਾਰ 'ਚ ਚੱਲਣਾ ਬਹੁਤ ਜ਼ਰੂਰੀ ਆ। ਪਾਸਟਰ ਦਾ ਕੀ ਆ? ਪਾਸਟਰ ਦਾ ਪ੍ਰਚਾਰ ਕਰਦਾ, ਪਾਸਟਰਾਂ ਦਾ ਤਾਂ ਕੰਮ ਹੀ ਪ੍ਰਚਾਰ ਕਰਨਾ ਆ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਜੋ ਖੁਦਾ ਨੇ ਆਪਣੇ ਸੇਵਕਾਂ ਨੂੰ ਸੌਂਪਿਆ ਉਹਨਾਂ ਨੇ ਉਹ ਪ੍ਰਚਾਰ ਕਰਨਾ ਹੀ ਕਰਨਾ, ਚਾਹੇ ਕਿਸ ਨੂੰ ਬੁਰਾ ਲੱਗੇ, ਚਾਹੇ ਕਿਸ ਨੂੰ ਗੁੱਸਾ ਆਵੇ ਉਹ ਸੁਣ ਕੇ। ਕਿਉਂਕਿ ਜਦੋਂ ਨੂਹ ਪ੍ਰਚਾਰ ਕਰਦਾ ਸੀ ਉਹ ਕਹਿੰਦਾ ਸੀ ਤੌਬਾ ਕਰੋ, ਕਿਸ਼ਤੀ ਵਿੱਚ ਆਓ, ਲੇਕਿਨ ਲੋਕਾਂ ਨੇ ਉਹਦਾ ਮਜ਼ਾਕ ਉਡਾਇਆ। ਲੇਕਿਨ ਕੀ ਹੋਇਆ? ਇੱਕ ਦਿਨ ਨਿਆਂ ਦੇ ਹੇਠ ਚਲੇ ਗਏ। ਨਬੀ ਕਹਿੰਦਾ ਜਿੰਨੇ ਲੋਕ ਸੀ ਪ੍ਰਭੂ ਨੇ ਨਹੀਂ ਮਾਰਿਆ, ਉਹ ਸਭ ਦੇ ਸਭ ਨਿਆਂ ਦੇ ਹੇਠ ਚਲੇ ਗਏ। ਜਿੰਨੇ ਲੋਕ ਸੀ ਸਭ ਦੇ ਸਭ ਨਿਆਂ ਦੇ ਹੇਠ ਚਲੇ ਗਏ। ਲੋਕਾਂ ਨੇ ਚੀਕਾਂ ਮਾਰੀਆਂ, ਪ੍ਰਭੂ ਸਾਡੇ ਲਈ ਖੋਲ, ਸਾਡੇ ਲਈ ਖੋਲ। ਲੇਕਿਨ ਕਿਸ਼ਤੀ ਦਾ ਦਰਵਾਜ਼ਾ ਪ੍ਰਭੂ ਨੇ ਬੰਦ ਕਰ ਦਿੱਤਾ ਸੀਗਾ। ਅੱਜ ਵੀ ਇੱਕ ਕਿਸ਼ਤੀ ਹੈ ਜਿਹਦਾ ਦਰਵਾਜ਼ਾ ਯੀਸ਼ੂ ਮਸੀਹ ਹੈ। ਉਹ ਕਹਿ ਰਿਹਾ ਆ ਤੌਬਾ ਕਰੋ ਆਪਣੇ ਆਪਣੇ ਪਾਪਾਂ ਤੋਂ, ਮੇਰੇ ਕੋਲ ਆਓ, ਇਸ ਸੰਸਾਰ ਦੇ ਪ੍ਰਭਾਵ ਨੂੰ ਛੱਡ ਕੇ ਮੇਰੇ ਕੋਲ ਆਓ। ਜਿਹੜਾ ਮੇਰੇ ਕੋਲ ਆਊਗਾ ਮੈਂ ਉਹਨੂੰ ਜੀਵਨ ਦਾ ਜਲ ਪਿਲਾਊਂਗਾ। ਹੁਣ ਕੌਣ ਉਹ ਮਨੁੱਖ ਆ ਜਿਹੜਾ ਜੀਵਨ ਦਾ ਜਲ ਪੀਣਾ ਚਾਹੁੰਦਾ? ਉਹੀ ਮਨੁੱਖ ਜੀਵਨ ਦਾ ਜਲ ਪੀਊਗਾ ਜਿਹੜਾ ਸੰਸਾਰ ਨੂੰ ਓਕੇ ਬਾਏ ਟਾਟਾ ਕਹੂਗਾ। ਉਹ ਕਹੂਗਾ ਸੰਸਾਰ ਅਲਵਿਦਾ, ਮੈਂ ਤੇਰੇ ਨਾਲ ਕੋਈ ਸੰਬੰਧ ਨਹੀਂ ਰੱਖਣਾ, ਮੇਰਾ ਸੰਬੰਧ ਮੇਰੇ ਲਾਰਡ ਦੇ ਨਾਲ। ਲੋਕ ਸੋਚਦੇ ਇਸ ਧਰਤੀ ਤੇ ਜੀਵਨ ਆ, ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਨਾ ਇਸ ਧਰਤੀ ਤੇ ਨਹੀਂ, ਇਸ ਧਰਤੀ ਤੋਂ ਬਾਅਦ ਇੱਕ ਜੀਵਨ ਹੈ ਜਿਹਦੇ ਵਿੱਚ ਅਸੀਂ ਸਭਨਾਂ ਨੇ ਜਾਣਾ ਹੈ। ਜੇ ਅੱਜ ਪ੍ਰਭੂ ਦੀ ਮਹਿਮਾ ਲਈ ਅਸੀਂ ਸਭ ਇਸ ਸਥਾਨ ਦੇ ਵਿੱਚ ਇਕੱਠੇ ਆ, ਤੇ ਇੱਕ ਦਿਨ ਅਸੀਂ ਉਹਦੇ ਨਾਲ ਉਹਦੀ ਮਹਿਮਾ ਕਰਾਂਗੇ। ਜਿੱਥੇ ਯੀਸ਼ੂ ਮਸੀਹ ਸਾਡੇ ਅੱਗੇ ਹੋਊਗਾ ਸਿੰਘਾਸਨ ਤੇ ਬੈਠਾ, ਤੇ ਅਸੀਂ ਉਹਦੀ ਮਹਿਮਾ ਕਰਾਂਗੇ। ਤੇ ਕਿਉਂ ਨਾ ਇਸ ਸੰਸਾਰ ਦੇ ਵਿੱਚ ਅਸੀਂ ਇਹ ਸਭ ਆਏ ਆ, ਤੇ ਤੁਸੀਂ ਜਿੰਨੇ ਲੋਕ ਸੰਸਾਰ ਦੇ ਵਿੱਚੋਂ ਸੰਸਾਰ ਤੋਂ ਬਾਹਰ ਆ ਕੇ ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਨੂੰ ਸਮਰਪਿਤ ਕਰੋ ਤੇ ਦੇਖੋ, ਕਿਉਂਕਿ ਪ੍ਰਭੂ ਮੁੱਲ ਮੰਗਦਾ ਹਮੇਸ਼ਾ। ਜੇ ਕਿਸੇ ਮਨੁੱਖ ਨੇ ਕਿਸੇ ਜਗ੍ਹਾ ਤੇ ਜਾਣਾ ਹੁੰਦਾ ਉਹਨੂੰ ਕਿਰਾਇਆ ਦੇਣਾ ਪੈਂਦਾ ਹੈ। ਕਿਰਾਏ ਤੋਂ ਬਿਨਾਂ ਕੋਈ ਮਨੁੱਖ ਕਿਸੇ ਸਥਾਨ 'ਚ ਨਹੀਂ ਜਾਂਦਾ, ਉਹਨੂੰ ਕਿਰਾਇਆ ਭਰਨਾ ਪੈਂਦਾ, ਭਾੜਾ ਦੇਣਾ ਪੈਂਦਾ। ਇਸੇ ਤਰ੍ਹਾਂ ਜੇ ਤੁਸੀਂ ਖੁਦਾ ਦੇ ਰਾਜ ਵਿੱਚ ਜਾਣਾ ਤੁਹਾਨੂੰ ਮੁੱਲ ਤਾਰਨਾ ਪਵੇਗਾ। ਬਿਨਾਂ ਮੁੱਲ ਤਾਰੇ ਤੁਸੀਂ ਉਸ ਸਿੰਘਾਸਨ ਤੱਕ ਨਹੀਂ ਪਹੁੰਚ ਸਕਦੇ, ਕਿਉਂਕਿ ਉਹ ਚਿੱਟੇ ਸਿੰਘਾਸਨ ਤੇ ਕੌਣ ਬੈਠਾ? ਸਾਡਾ ਪ੍ਰਭੂ ਯੀਸ਼ੂ ਮਸੀਹ। ਜੇ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਜਾਣਾ ਤੇ ਸੰਸਾਰ ਨੂੰ ਛੱਡਣਾ ਪਵੇਗਾ, ਇਸ ਸੰਸਾਰ ਦਾ ਪ੍ਰਭਾਵ ਛੱਡਣਾ ਪਵੇਗਾ। ਤੁਹਾਨੂੰ ਪਤਾ ਬਹੁਤ ਲੋਕ ਪ੍ਰਭੂ ਨੂੰ ਠੱਗਦੇ ਆ, ਬਹੁਤ ਲੋਕ ਚੋਰੀਆਂ ਕਰਦੇ ਆ, ਗਾਲਾਂ ਕੱਢਦੇ ਆ। ਨਬੀ ਕਹਿੰਦਾ ਬਹੁਤ ਲੋਕ ਗਾਲਾਂ ਕੱਢਦੇ ਆ, ਬਹੁਤ ਕੁਝ ਲੋਕ ਕਰਦੇ ਆ, ਗਾਲਾਂ ਕੱਢ ਰਹੇ ਆ, ਸ਼ਰਾਬਾਂ ਪੀ ਰਹੇ ਆ, ਵਿਭਚਾਰੀ ਕਰ ਰਹੇ ਆ, ਗਲਤ ਕੰਮ ਕਰ ਰਹੇ ਆ। ਕੀ ਉਹ ਲੋਕ ਕਰਦੇ ਆ? ਹੁਣ ਇੱਕ ਮਨੁੱਖ ਚੋਰੀ ਕਰਦਾ ਆ, ਉਹ ਹੱਥਾਂ ਦੇ ਨਾਲ ਚੋਰੀ ਕਰਦਾ ਆ, ਤੇ ਕੀ ਉਹਦੇ ਹੱਥ ਨੇ ਚੋਰੀ ਕੀਤੀ? ਉਹਦੇ ਹੱਥ ਨੇ ਚੋਰੀ ਨਹੀਂ ਕੀਤੀ, ਉਹਦੇ ਹੱਥ ਨੇ ਸਿਰਫ ਪ੍ਰਤੀਕਿਰਿਆ ਕੀਤੀ। ਚੋਰੀ ਤਾਂ ਜਿਹੜਾ ਉਹਦੇ ਅੰਦਰ ਪਾਪ ਆ ਉਹਨੇ ਚੋਰੀ ਕਰਵਾਈ ਆ। ਵਿਭਚਾਰੀ ਕੌਣ ਕਰਾਂਦਾ ਆ? ਲੜਾਈਆਂ ਝਗੜੇ ਕੌਣ ਕਰਾਂਦਾ? ਚੁਗਲੀਆਂ ਕੌਣ ਕਰਾਂਦਾ? ਅੰਦਰ ਕੁਝ ਹੁੰਦਾ ਆ, ਉਹ ਸਭ ਕੁਝ ਕਰਵਾਉਂਦਾ ਆ, ਉਹ ਸ਼ੈਤਾਨ ਦਾ ਆਤਮਾ ਹੁੰਦਾ ਆ। ਤੁਹਾਨੂੰ ਪਤਾ ਜਿਹੜਾ ਇਹ ਸਾਡਾ ਸਰੀਰ ਆ, ਇਹ ਤਾਂ ਸਿਰਫ ਅਸੀਂ ਇਹਨੂੰ ਕਮਾਂਡ ਦਿੰਦੇ ਆ। ਹੱਥ ਨੂੰ ਕਹਿੰਦੇ ਆ ਇਸ ਨੂੰ ਚੱਕ ਲਾ, ਹੱਥ ਚੱਕ ਲੈਂਦਾ ਆ। ਲੇਕਿਨ ਕੌਣ ਕਮਾਂਡ ਦੇ ਰਿਹਾ? ਅੰਦਰੂਨੀ ਸਾਡੇ ਅੰਦਰ ਕੁਝ ਹੁੰਦਾ, ਉਹ ਕਮਾਂਡ ਦਿੰਦਾ। ਇਸੇ ਤਰ੍ਹਾਂ ਜਿਹੜੇ ਖੁਦਾ ਦੇ ਪਾਕ ਪਵਿੱਤਰ ਲੋਕ ਆ, ਉਹਨਾਂ ਦੇ ਅੰਦਰ ਪਵਿੱਤਰ ਆਤਮਾ ਹੁੰਦਾ। ਉਹ ਕਹਿੰਦਾ ਤੁਸੀਂ ਉਧਰ ਨਹੀਂ ਜਾਣਾ, ਇੱਧਰ ਜਾਣਾ ਆ, ਜਿੱਥੇ ਕੀ ਆ? ਸਵਰਗ ਦਾ ਰਾਜ ਹੈ। ਲੇਕਿਨ ਕੁਝ ਲੋਕ ਕਹਿੰਦੇ ਨਹੀਂ, ਅਸੀਂ ਖੁੱਲੇ ਰਾਹ ਜਾਣਾ ਆ। ਹੁਣ ਅੰਦਰ ਹੀ ਕੁਝ ਚੀਜ਼ ਹੈ ਜਿਹੜੀ ਆਵਾਜ਼ ਮਾਰਦੀ ਆ। ਇਹ ਹੱਥ ਤਾਂ ਸਿਰਫ ਪ੍ਰਤੀਕਿਰਿਆ ਕਰਦਾ ਆ, ਹੱਥ ਦਾ ਥੋੜੀ ਕਸੂਰ ਹੈ। ਜੇ ਕਿਸ ਨੇ ਚੋਰੀ ਕੀਤੀ, ਕਸੂਰ ਤਾਂ ਉਸ ਮਨੁੱਖ ਦੇ ਅੰਦਰ ਉਸ ਸਪਿਰਿਟ ਦਾ ਹੁੰਦਾ, ਜਿਹੜੀ ਸਪਿਰਿਟ ਉਹ ਤੋਂ ਗਲਤ ਕੰਮ ਕਰਾਂਦੀ ਹੈ। ਅੱਜ ਬਹੁਤ ਲੋਕ ਬਚਨ ਤੋਂ ਬਾਹਰ ਜਾਂਦੇ ਆ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਸੰਸਾਰ 'ਚ ਕਦੋਂ ਚਲੇ ਗਏ, ਪ੍ਰਭੂ ਸਾਨੂੰ ਮਾਫ ਕਰ ਦੇ। ਇਹਦਾ ਮਤਲਬ ਉਹਨਾਂ ਦੇ ਅੰਦਰ ਆਤਮਾ ਨਹੀਂ ਸੀ ਖੁਦਾ ਦਾ, ਇਸ ਕਰਕੇ ਉਹ ਸੰਸਾਰ 'ਚ ਚਲੇ ਜਾਂਦੇ ਆ। ਲੇਕਿਨ ਜਿਹੜੇ ਖੁਦਾ ਦੇ ਪਵਿੱਤਰ ਆਤਮਾ ਪਾਏ ਹੋਏ ਲੋਕ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਸੀ ਕਿਸ਼ਤੀ ਤੋਂ ਬਾਹਰ ਨਹੀਂ ਜਾਣਾ। ਕਿਉਂਕਿ ਕਿਸ਼ਤੀ ਕੀ ਆ? ਕਿਸ਼ਤੀ ਖੁਦਾ ਬੰਦਾ ਪਾਕ ਪਵਿੱਤਰ ਵਚਨ, ਤੇ ਕਦੇ ਵੀ ਖੁਦਾ ਦੇ ਲੋਕ ਉਸ ਕਿਸ਼ਤੀ ਤੋਂ ਬਾਹਰ ਨਹੀਂ ਜਾਂਦੇ। ਇਸ ਕਰਕੇ ਨਬੀ ਕਹਿੰਦਾ ਲੋਕ ਆਪਕਾ ਜੀਵਨ ਪੜ੍ਹਤੇ ਹੈ। ਨਬੀ ਨੇ ਕਿਹਾ, ਭਾਈ ਬ੍ਰੈਨਮ ਨੇ ਕਿਹਾ ਲੋਕ ਤੁਹਾਡਾ ਜੀਵਨ ਪੜ੍ਹਦੇ ਆ। ਆਓ ਅਸੀਂ ਕੱਢਾਂਗੇ ਦੂਸਰਾ ਕੁਰਿੰਥੀਆਂ 3:1। ਦੂਸਰਾ ਕੁਰਿੰਥੀਆਂ 3:1। ਕੀ ਅਸੀਂ ਫਿਰ ਆਪਣੀ ਨੇਕ ਨਾਮੀ ਦੱਸਣ ਲੱਗੇ ਹਾਂ
ਅਥਵਾ ਕਈਆਂ ਵਾਂਗੂ ਸਾਨੂੰ ਵੀ ਤੁਹਾਡੇ ਕੋਲ ਜਾਂ ਤੁਹਾਡੇ ਵੱਲੋਂ ਨੇਕਨਾਮੀ ਦੀਆਂ ਚਿੱਠੀਆਂ ਦੀ ਲੋੜ ਹੈ। ਸਾਡੀ ਚਿੱਠੀ ਤੁਸੀਂ ਹੋ ਜਿਹੜੀਆਂ ਸਾਡੀਆਂ ਹਿਰਦਿਆਂ ਵਿੱਚ ਲਿਖੀ ਹੋਈ ਹੈ, ਜਿਸ ਨੂੰ ਸਭੇ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ। ਪਰਥਕ ਹੈ ਭਈ ਤੁਸੀਂ ਮਸੀਹ ਦੀ ਚਿੱਠੀ ਹੋ, ਜਿਹੜੀ ਸਾਡੀ ਟਹਿਲ ਦੇ ਰਾਹੀਂ ਸਿਆਹੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਆਤਮਾ ਨਾਲ ਲਿਖੀ ਹੋਈ ਹੈ, ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਸਗੋਂ ਮਾਸ ਰੂਪੀ ਹਿਰਦਿਆਂ ਦੀ ਪੱਟੀਆਂ ਉੱਤੇ। ਹੁਣ ਉਹ ਕਹਿੰਦਾ ਤੁਸੀਂ ਪਰਮੇਸ਼ਵਰ ਦੀ ਚਿੱਠੀਆਂ ਹੋ। ਸੰਤ ਪੌਲੁਸ ਕਹਿੰਦਾ ਤੁਸੀਂ ਪਰਮੇਸ਼ਵਰ ਦੀ ਚਿੱਠੀਆਂ ਹੋ, ਲੋਕ ਤੁਹਾਨੂੰ ਪੜ੍ਹਦੇ ਆ। ਜੇ ਤੁਸੀਂ ਕਹੋਗੇ ਲੋਕ ਬਾਈਬਲ ਪੜ੍ਹਦੇ ਆ, ਜਿਹੜਾ ਬੰਦਾ ਵਚਨ ਤੋਂ ਬਾਹਰ ਆ, ਜਿਹੜਾ ਬੰਦਾ ਮੂਰਤੀ ਪੂਜਕ, ਉਹਨੇ ਬਾਈਬਲ ਥੋੜੀ ਪੜ੍ਹਨੀ ਆ, ਉਹਨੇ ਤੁਹਾਨੂੰ ਪੜ੍ਹਨਾ ਆ। ਉਹ ਕਹਿੰਦਾ ਤੁਸੀਂ ਚਿੱਠੀਆਂ ਹੋ, ਅਕਾਲ ਪੁਰਖ ਦੇ ਆਤਮਾ ਨਾਲ ਲਿਖੀ ਹੋਈ ਹੈ, ਪੱਥਰ ਦੀ ਪੱਟੀਆਂ ਉੱਤੇ ਨਹੀਂ ਸਗੋਂ ਮਾਸ ਰੂਪੀ ਹਿਰਦਿਆਂ ਦੇ ਉੱਪਰ। ਤੁਹਾਡੇ ਹਿਰਦਿਆਂ ਦੀ ਪੱਟੀਆਂ ਦੇ ਉੱਪਰ ਕੀ ਆ? ਖੁਦਾ ਦਾ ਵਚਨ ਆ। ਤੁਸੀਂ ਚਿੱਠੀਆਂ ਹੋ, ਲੋਕ ਤੁਹਾਨੂੰ ਪੜ੍ਹਦੇ ਆ। ਤੁਹਾਨੂੰ ਪਤਾ ਹਰ ਇੱਕ ਮਨੁੱਖ ਤੁਹਾਨੂੰ ਪੜ੍ਹਦਾ ਆ। ਜੇ ਨਬੀ ਨੇ ਕਿਹਾ ਜੇ ਤੁਸੀਂ ਕਹਿੰਦੇ ਮੈਂ ਇੱਕ ਮਸੀਹ ਆ, ਜਿੱਦਾਂ ਤੁਸੀਂ ਆਪਣੇ ਆਪ ਨੂੰ ਮਸੀਹ ਕਹਿੰਦੇ, ਤੁਸੀਂ ਫਸ ਜਾਂਦੇ ਆ। ਲੋਕਾਂ ਨੂੰ ਪਤਾ ਹੁੰਦਾ ਮਸੀਹ ਲੋਕਾਂ ਦਾ ਜੀਵਨ ਬਹੁਤ ਵਧੀਆ ਹੁੰਦਾ, ਲੇਕਿਨ ਮਸੀਹ ਲੋਕ ਕੀ ਕਰਦੇ ਆ? ਸ਼ਰਾਬਾਂ ਪੀ ਰਹੇ ਆ, ਗਾਲਾਂ ਕੱਢ ਰਹੇ ਆ, ਗੰਦਗੀ ਕਰ ਰਹੇ ਆ, ਵਚਨ ਤੋਂ ਬਾਹਰ ਕੰਮ ਕਰ ਰਹੇ ਆ, ਵਿਆਹਾਂ ਸ਼ਾਦੀਆਂ ਦੇ ਭੰਗੜੇ ਪਾ ਰਹੇ ਆ, ਤੇ ਲੋਕ ਕਹਿੰਦੇ ਆ ਮਸੀਹਤ ਆ। ਲੋਕ ਤੁਹਾਨੂੰ ਪੜ੍ਹਦੇ ਆ। ਨਬੀ ਕਹਿੰਦਾ ਲੋਕ ਤੁਹਾਨੂੰ ਪੜ੍ਹਦੇ ਆ। ਕਹਿੰਦਾ ਲੋग आपका जीवन पढ़ते हैं। बहुत लोग चर्चा 'ਚ खड़ के गवाहियां दिंदे आ, बड़ी उत्तेजना ਵਿੱਚ ਆ ਕੇ प्रभु मैं इदां कर दूंगा तेरे वास्ते, मैं इदां कर दूंगी तेरे वास्ते। लेकिन ਕੀ ਹੁੰਦਾ ਆ? कुछ समय बाद सब कुछ ਕੀ ਹੁੰਦਾ? फेल हो ਜਾਂਦਾ ਆ। ਕਿਉਂਕਿ ਗੱਲਾਂ ਕਰਨ ਵਾਲੇ ਨੂੰ ਖੁਦਾ ਪਸੰਦ ਨਹੀਂ ਕਰਦਾ। ਖੁਦਾ ਕਿੰਨਾ ਲੋਕਾਂ ਨੂੰ ਪਸੰਦ ਕਰਦਾ? ਜਿਹੜੇ ਲੋਕ ਕਰਕੇ ਦਿਖਾਉਂਦੇ ਆ। ਤੇ ਖੁਦਾਵੰਦ ਉਹ ਲੋਕਾਂ ਨੂੰ ਪਸੰਦ ਕਰਦਾ ਜੋ ਬੋਲਦੇ ਘੱਟ ਆ ਤੇ ਕਰਦੇ ਜ਼ਿਆਦਾ ਆ। ਗੱਲਾਂ ਕਰਨ ਵਾਲੇ ਤੇ ਬਹੁਤ ਸੰਸਾਰ ਦੇ ਵਿੱਚ ਲੋਕ ਆ। ਗੱਲਾਂ ਕਰਨ ਵਾਲਿਆਂ ਨੂੰ ਖੁਦਾ ਪਸੰਦ ਨਹੀਂ ਕਰਦਾ। ਗੱਲਾਂ ਤੇ ਫੱਕੀ ਫਰੀਸੀ ਵੀ ਬਹੁਤ ਕਰਦੇ ਸੀਗੇ। ਉਹ ਕਹਿੰਦੇ ਸੀ ਅਸੀਂ ਇਬਰਾਹਿਮ ਦੀ ਵੰਸ਼ ਹਾਂ, ਲੇਕਿਨ ਜਦੋਂ ਖੁਦਾਵੰਦ ਨੇ ਉਹਨਾਂ ਦੇ ਸਾਹਮਣੇ ਗੱਲਾਂ ਰੱਖੀਆਂ, ਵਚਨ ਦੇ ਭੇਤ ਰੱਖੇ, ਤੇ ਉਹਨਾਂ ਦੀ ਬੋਲਤੀਆਂ ਬੰਦ ਹੋ ਗਈਆਂ। ਗੱਲਾਂ ਕਰਨ ਵਾਲੇ ਨੂੰ ਖੁਦਾ ਪਸੰਦ ਨਹੀਂ ਕਰਦਾ। ਇਸ ਕਰਕੇ ਨਬੀ ਕਹਿੰਦਾ ਲੋਕ ਤੁਹਾਡਾ ਜੀਵਨ ਪੜ੍ਹਦੇ ਆ। ਹਮਾਰਾ ਜੀਵਨ ਹਮਾਰੀ ਗਵਾਹੀ ਸੇ ਜ਼ਿਆਦਾ ਪ੍ਰਚਾਰ ਕਰਦਾ ਹੈ। ਲੋਕੀ ਜਦੋਂ ਗਵਾਹੀਆਂ ਦਿੰਦੇ ਆ ਵੀ ਮੈਂ ਪ੍ਰਭੂ 'ਚ ਇਦਾਂ, ਮੈਂ ਪ੍ਰਭੂ 'ਚ ਉਦਾਂ, ਉਹ ਕਹਿੰਦੇ ਗਵਾਹੀ ਦੇਣ ਨਾਲ ਕੁਝ ਨਹੀਂ ਹੋਣਾ। ਕੀ ਤੁਹਾਡੇ ਜੀਵਨ ਤੋਂ ਨਹੀਂ ਪਤਾ ਤੁਸੀਂ ਕਿੱਦਾਂ ਦੇ ਮਨੁੱਖ ਹੋ? ਲੋਕੀ ਤੁਹਾਡੇ ਆਂਢ ਗੁਆਂਢ, ਜਿਹੜਾ ਬੰਦਾ ਤੁਹਾਡੇ ਘਰ 'ਚ ਦੁੱਧ ਦੇਣ ਆਉਂਦਾ, ਜਿੱਥੇ ਤੁਸੀਂ ਸਬਜ਼ੀ ਲੈਣ ਜਾਂਦੇ ਹੋ, ਹਰ ਇੱਕ ਮਨੁੱਖ ਤੁਹਾਡੇ ਜੀਵਨ ਨੂੰ ਦੇਖਦਾ ਆ ਵੀ ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕਰਦੇ ਹੋ। ਤੁਸੀਂ ਖੁਦਾ ਦੇ ਲੋਕਾਂ ਤੋਂ ਲੁਕ ਸਕਦੇ। ਜਦੋਂ ਕੋਈ ਮਨੁੱਖ ਭੈਣ ਭਾਈ ਜਿਹੜਾ ਆਪਣੇ ਆਪ ਨੂੰ ਵਚਨ ਦੇ ਵਿੱਚ ਕਹਿੰਦਾ ਆ ਤੇ ਬਾਹਰ ਜਾ ਕੇ ਸੰਸਾਰਿਕ ਕੱਪੜੇ ਪਾਉਂਦਾ ਆ, ਸੰਸਾਰ ਦੇ ਰੀਤੀ ਰਿਵਾਜ ਮਨਾਉਂਦਾ, ਤੇ ਉਦੋਂ ਤੁਹਾਨੂੰ ਲੋਕ ਨਹੀਂ ਦੇਖਦੇ। ਉਦੋਂ ਤੁਹਾਨੂੰ ਲੋਕ ਦੇਖਦੇ ਆ। ਲੋਕਾਂ ਦਾ ਪ੍ਰਭਾਵ, ਜਿਹੜਾ ਤੁਹਾਡਾ ਪ੍ਰਭਾਵ ਆ, ਉਹ ਲੋਕਾਂ ਦੇ ਉੱਪਰ ਮਸੀਹ ਦਾ ਪ੍ਰਭਾਵ ਹੋਣਾ ਚਾਹੀਦਾ, ਨਬੀ ਨੇ ਕਿਹਾ। ਲੇਕਿਨ ਤੁਸੀਂ ਲੋਕ ਲੋਕਾਂ ਦੇ ਪ੍ਰਭਾਵ ਵਿੱਚ ਆ ਕੇ ਆਪਣਾ ਜੀਵਨ, ਆਪਣੀ ਛਵੀ ਖਰਾਬ ਕਰਦੇ ਹੋ ਤੇ ਮਸੀਹ ਦੇ ਵਚਨ ਨੂੰ ਬਦਨਾਮ ਕਰਦੇ ਆ। ਮਸੀਹ ਨੂੰ ਕੌਣ ਬਦਨਾਮ ਕਰਦਾ? ਮਸੀਹ ਦੇ ਵਚਨ ਨੂੰ। ਮਸੀਹ ਲੋਕ ਹੀ ਮਸੀਹ ਦੇ ਵਚਨ ਨੂੰ ਬਦਨਾਮ ਕਰਦੇ ਆ। ਜੇ ਤੁਹਾਡਾ ਜੀਵਨ ਵਧੀਆ ਹੋਵੇ, ਲੋਕੀ ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੋਣ ਵੀ ਇਸ ਭੈਣ ਭਾਈ ਦੇ ਅਸੀਂ ਘਰੇ ਚੱਲੇ ਆ, ਇਹ ਭੈਣ ਭਾਈ ਆਤਮਿਕ ਆ, ਲੋਕੀ ਡਰਦੇ ਤੁਹਾਡੇ ਘਰੇ ਨਹੀਂ ਜਾਣਗੇ। ਉਹਨਾਂ ਨੂੰ ਪਤਾ ਆ ਵੀ ਇਹ ਭੈਣ ਭਾਈ ਵਚਨ ਦੇ ਵਿੱਚ ਰਹਿੰਦਾ ਆ। ਲੇਕਿਨ ਜਦੋਂ ਲੋਕ ਤੁਹਾਡੇ ਘਰਾਂ 'ਚ ਜਾਂਦੇ, ਆਪਣੀ ਮਨਮਾਨੀ ਕਰਦੇ ਆ, ਜੋ ਮਰਜ਼ੀ ਕਰਦੇ ਆ, ਉਹਨਾਂ ਨੂੰ ਕੋਈ ਡਰ ਤੇ ਖੌਫ ਨਹੀਂ ਹੁੰਦਾ ਤੁਹਾਡੇ ਜੀਵਨਾਂ ਤੋਂ, ਕਿਉਂਕਿ ਤੁਹਾਡਾ ਜੀਵਨ ਉਹਨਾਂ ਦੇ ਅੱਗੇ ਪ੍ਰਭਾਵਸ਼ਾਲੀ ਨਹੀਂ ਹੁੰਦਾ। ਤੁਹਾਡਾ ਕੋਈ ਪ੍ਰਭਾਵ, ਤੁਹਾਡੇ ਜੀਵਨਾਂ ਦਾ ਪ੍ਰਭਾਵ ਉਹਨਾਂ ਲੋਕਾਂ ਦੇ ਉੱਪਰ ਨਹੀਂ ਹੁੰਦਾ। ਤੁਹਾਨੂੰ ਪਤਾ ਜਦੋਂ ਯੀਸ਼ੂ ਮਸੀਹ ਧਰਤੀ ਤੇ ਆਇਆ ਤੇ ਉਹਨੇ ਕੀ ਕੀਤਾ? ਉਹਦਾ ਪ੍ਰਭਾਵ ਉਹਦੇ ਚੇਲਿਆਂ ਤੇ ਪਿਆ। ਚੇਲਿਆਂ ਨੇ ਏਦਾਂ ਨਹੀਂ ਵਿਸ਼ਵਾਸ ਕਰ ਲਿਆ ਸੀਗਾ। ਕੋਈ ਮਨੁੱਖ ਕਿਸੇ ਮਨੁੱਖ ਤੇ ਵਿਸ਼ਵਾਸ ਨਹੀਂ ਕਰਦਾ, ਉਹਨੂੰ ਮਨੁੱਖ ਹੀ ਸਮਝਦੇ ਸੀ ਪਹਿਲਾਂ ਲੋਕ ਵੀ ਇੱਕ ਆਮ ਮਨੁੱਖ ਹੈ। ਇਸ ਕਰਕੇ ਫੱਕੀ ਫਰੀਸੀਆਂ ਨੇ ਉਹਨੂੰ ਸੂਲੀ ਤੇ ਚੜਾਇਆ। ਲੇਕਿਨ ਪਰਮੇਸ਼ਵਰ ਨੇ, ਯੀਸ਼ੂ ਮਸੀਹ ਨੇ ਇੱਕ ਆਪਣਾ ਪ੍ਰਭਾਵ ਦੱਸਿਆ ਲੋਕਾਂ ਦੇ ਅੱਗੇ। ਉਹਨੇ ਜੀਵਨ ਜੀ ਕੇ ਦਿਖਾਇਆ। ਉਹ ਕਹਿੰਦਾ ਜਿੱਦਾਂ ਦਾ ਜੀਵਨ ਮੈਂ ਜੀਣਾ, ਤੁਸੀਂ ਵੀ ਉਹੋ ਜਿਹਾ ਜੀਵਨ ਜੀਓ, ਤਾਂ ਤੁਸੀਂ ਮਸੀਹ ਹੋ। ਤੇ ਅੱਜ ਲੋਕ ਕਹਿੰਦੇ ਅਸੀਂ ਮਸੀਹ ਆ। ਅੱਜ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਚੀਜ਼ ਤੇ, ਆਪਣੇ ਨੂੰ ਮਸੀਹ ਕਹਿੰਦੇ ਆ। ਮਸੀਹ ਦਾ ਮਤਲਬ ਕੀ ਹੁੰਦਾ? ਮਰਿਆ ਹੋਇਆ, ਇਸ ਸੰਸਾਰ ਤੋਂ ਮਰਿਆ ਹੋਇਆ। ਮਸੀਹ ਦਾ ਮਤਲਬ ਹੁੰਦਾ ਆ ਮਸੇ ਦੇ ਨਾਲ ਭਰਿਆ ਹੋਇਆ। ਕੀ ਤੁਸੀਂ ਮਸੇ ਦੇ ਨਾਲ ਭਰੇ ਹੋ? ਕੀ ਮਸੀਹ ਦਾ ਆਤਮਾ ਤੁਹਾਡੇ ਅੰਦਰ ਹੈ ਜੋ ਤੁਸੀਂ ਆਪਣੇ ਆਪ ਨੂੰ ਮਸੀਹ ਕਹਿੰਦੇ ਹੋ? ਇਸ ਕਰਕੇ ਨਬੀ ਕਹਿੰਦਾ ਲੋਕੀ ਤੁਹਾਡਾ ਜੀਵਨ ਪੜ੍ਹਦੇ ਆ। ਆਪਣੇ ਆਪ ਨੂੰ ਮਸੀਹ ਕਹਿਣ ਤੋਂ ਪਹਿਲਾਂ ਮਸੀਹ ਦੇ ਗੁਣ ਤੁਹਾਡੇ ਅੰਦਰ ਹੋਣੇ ਚਾਹੀਦੇ ਆ।
ਹੁਣ ਲੋਕੀ ਕਹਿੰਦੇ ਪ੍ਰਭੂ ਮੇਰੇ ਘਰ 'ਚ ਆ ਜਾ, ਮੇਰੇ ਘਰ 'ਚ ਸੁਖ ਸ਼ਾਂਤੀ ਆ ਜੇ। ਤੁਹਾਡਾ ਘਰ ਆ ਮਿੱਟੀ ਦੇ ਘਰ 'ਚ ਸੁਖ ਸ਼ਾਂਤੀ ਨਹੀਂ ਆਉਂਦੀ ਕਦੇ ਵੀ। ਤੁਹਾਡਾ ਘਰ ਇਹ ਤੁਹਾਡੀ ਹੈਕਲਾਂ ਆ ਜਿਹਦੇ ਵਿੱਚ ਖੁਦਾ ਵਾਸ ਕਰਦਾ ਹੈ। ਖੁਦਾ ਨੇ ਤੁਹਾਡੀ ਹੈਕਲ 'ਚ ਵਾਸ ਕਰਨਾ। ਜਦੋਂ ਤੁਸੀਂ ਖੁਦਾ ਦੇ ਵਚਨ ਦੇ ਵਿੱਚ ਚੱਲੋਗੇ ਸਹੀ ਤਰੀਕੇ ਨਾਲ, ਤਾਂ ਹੀ ਖੁਦਾ ਤੁਹਾਡੇ ਅੰਦਰ ਆਊਗਾ। ਜਦੋਂ ਖੁਦਾ ਤੁਹਾਡੇ ਅੰਦਰ ਆ ਕੇ ਰਹੂਗਾ, ਚੱਲੂਗਾ ਫਿਰੂਗਾ, ਤੇ ਉਹ ਤੁਹਾਡੇ ਘਰ ਦੇ ਵਿੱਚ ਵੀ ਤੁਹਾਡੇ ਨਾਲ ਰਹਿ ਸਕਦਾ। ਜੇ ਤੁਸੀਂ ਕਹੋਗੇ ਪਰਮੇਸ਼ਵਰ ਮੇਰੇ ਘਰ 'ਚ ਡਾਇਰੈਕਟ ਆ ਕੇ ਰਵੇ, ਡਾਇਰੈਕਟ ਨਹੀਂ ਰਹਿ ਸਕਦਾ। ਉਹਨੂੰ ਤੁਹਾਡੇ ਵਿੱਚ ਆਣਾ ਪਊਗਾ। ਉਹ ਤੁਹਾਡੇ ਵਿੱਚ ਆ ਕੇ ਤੁਹਾਡੇ ਸੋਫੇ ਤੇ ਬੈਠੂਗਾ, ਤੁਹਾਡੇ ਬੈੱਡ ਤੇ ਲੰਮੇ ਪਊਗਾ, ਤੁਹਾਡੇ ਨਾਲ ਉਹ ਪ੍ਰਾਰਥਨਾ ਵੀ ਕਰੂਗਾ, ਸਭ ਕੁਝ ਕਰੂਗਾ, ਤੁਹਾਡੇ ਨਾਲ ਖਾਊਗਾ ਪੀਊਗਾ ਵੀ। ਲੇਕਿਨ ਇਸ ਤੋਂ ਪਹਿਲਾਂ ਵੀ ਉਹ ਤੁਹਾਡੇ ਘਰ ਦੇ ਵਿੱਚ ਆਵੇ, ਉਹ ਤੁਹਾਡੇ ਇਸ ਘਰ ਦੇ ਵਿੱਚ ਹੋਣਾ ਚਾਹੀਦਾ। ਜੇ ਉਹ ਤੁਹਾਡੇ ਇਸ ਘਰ ਦੇ ਵਿੱਚ ਨਹੀਂ ਆ ਤੇ ਉਹ ਕਦੇ ਵੀ ਤੁਹਾਡੇ ਇਸ ਜਿਹੜਾ ਸਰੀਰਕ ਘਰ ਦੇ ਵਿੱਚ ਵੀ ਨਹੀਂ ਆ ਪਾਊਗਾ। ਲੋਕੀ ਕਹਿੰਦੇ ਮੇਰੇ ਘਰ 'ਚ ਸ਼ਾਂਤੀ ਆ ਜੇ। ਇਸ ਮਿੱਟੀ ਦੇ ਘਰ 'ਚ ਸ਼ਾਂਤੀ ਨਹੀਂ, ਇਸ ਘਰ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਆ। ਤੁਹਾਡਾ ਪ੍ਰਭਾਵ ਇੰਨਾ ਕੁ ਜ਼ਿਆਦਾ ਹੋਣਾ ਚਾਹੀਦਾ ਵੀ ਲੋਕੀ ਤੁਹਾਡੇ ਪ੍ਰਭਾਵ ਕਰਕੇ ਲੋਕਾਂ ਦਾ ਜੀਵਨ ਬਦਲ ਜਾਵੇ। ਹੁਣ ਅੱਜ ਕੱਲ ਮਸੀਹ ਲੋਕਾਂ ਦਾ ਜੀਵਨ ਕਿੱਦਾਂ ਦਾ ਹੈ? ਲੋਕੀ ਕਹਿੰਦੇ ਇਹ ਤੇ ਖੁਦ ਗਾਲਾਂ ਕੱਢਦਾ, ਇਹ ਭੈਣ ਤੇ ਖੁਦ ਚੁਗਲੀ ਕਰਦੀ, ਇਸ ਭੈਣ ਨੂੰ ਤਾਂ ਵਚਨ 'ਚ ਖੁਦ ਜੀਣਾ ਨਹੀਂ ਆਉਂਦਾ, ਇਸ ਭਾਈ ਨੂੰ ਵਚਨ 'ਚ ਜੀਣਾ ਨਹੀਂ ਆਉਂਦਾ, ਇਹ ਵਿਆਹਾਂ 'ਚ ਜਾ ਕੇ ਭੰਗੜੇ ਪਾਉਂਦੇ ਆ। ਇਹ ਸਾਨੂੰ ਕੀ ਮਸੀਹ ਬਣਾਉਣਗੇ? ਤੁਸੀਂ ਠੋਕਰ ਦਾ ਕਾਰਨ ਬਣ ਜਾਂਦੇ ਹੋ। ਨਬੀ ਕਹਿੰਦਾ ਕਦੇ ਵੀ ਕਿਸੇ ਦੇ ਲਈ ਠੋਕਰ ਦਾ ਕਾਰਨ ਨਾ ਬਣੋ, ਕਿਉਂਕਿ ਖੁਦਾਵੰਦ ਬਹੁਤ ਕ੍ਰੋਧਿਤ ਹੁੰਦਾ ਜੇ ਕੋਈ ਮਨੁੱਖ ਕਿਸੇ ਲਈ ਠੋਕਰ ਦਾ ਕਾਰਨ ਬਣਦਾ ਹੈ। ਇਸ ਕਰਕੇ ਨਬੀ ਕਹਿੰਦਾ ਆਪ क्या बोलते हो ये काफी नहीं है, कैसा जीवन जीते हो ये काफी है। ਨਬੀ ਕਹਿੰਦਾ ਤੁਸੀਂ ਕੀ ਬੋਲਦੇ ਹੋ ਇਹ ਨਹੀਂ ਕਾਫੀ, ਤੁਸੀਂ ਕੀ ਗੱਲਾਂ ਕਰ ਰਹੇ ਹੋ। ਕਹਿੰਦਾ ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕਰਦੇ ਹੋ, ਇਹ ਚੀਜ਼ ਤੁਹਾਡੀ ਦੇਖੀ ਜਾਣੀ ਆ। ਜੀਵਨ ਨੂੰ ਖੁਦਾਵੰਦ ਦੇਖਦਾ, ਜੀਵਨ ਨੂੰ ਲੋਕ ਦੇਖਦੇ ਆ। नबी ने क्या अगर पवित्र आत्मा आप में होता तो आप जीवन जीते। ਕਹਿੰਦਾ ਜੇ ਪਵਿੱਤਰ ਆਤਮਾ ਤੁਹਾਡੇ ਵਿੱਚ ਹੁੰਦਾ ਤੁਸੀਂ ਜੀਵਨ ਬਤੀਤ ਕਰਦੇ ਵਚਨ ਦੇ ਅਨੁਸਾਰ। ਕਿਉਂਕਿ ਮਨੁੱਖਾਂ ਦੇ ਅੰਦਰ ਅੱਜ ਕੀ ਪਵਿੱਤਰ ਆਤਮਾ ਨਹੀਂ ਹੈ, ਇਸ ਕਰਕੇ ਉਹ ਜੀਵਨ ਬਤੀਤ ਨਹੀਂ ਕਰਦੇ। ਉਹਨਾਂ ਨੂੰ ਅਸਰ ਹੀ ਨਹੀਂ ਹੁੰਦਾ ਜਿੰਨਾ ਮਰਜ਼ੀ ਵਚਨ ਸੁਣਾਓ, ਜਿੰਨਾ ਮਰਜ਼ੀ ਪ੍ਰਚਾਰ ਕਰੋ, ਕਿਉਂਕਿ ਉਹਨਾਂ ਲੋਕਾਂ ਦੇ ਅੰਦਰ ਕੀ ਆ? ਪਵਿੱਤਰ ਆਤਮਾ ਨਹੀਂ ਆ। ਤੇ ਕਿੱਦਾਂ ਦੀ ਛਵੀ ਅੱਜ ਲੋਕ ਪੈਦਾ ਕਰ ਰਹੇ ਆ। ਤੁਹਾਨੂੰ ਪਤਾ ਹੈ ਸੰਸਾਰ ਦਾ, ਭਾਈ ਬ੍ਰੈਨਮ ਨੇ ਕਿਹਾ ਬਹੁਤ ਜਲਦ ਇਸ ਸੰਸਾਰ ਦਾ ਨਾਸ਼ ਹੋਣ ਵਾਲਾ, ਇਹ ਸਾਰੀ ਧਰਤੀ ਅੱਗ ਦੇ ਨਾਲ ਨਾਸ਼ ਕਰ ਦਿੱਤੀ ਜਾਵੇਗੀ। ਲੇਕਿਨ ਇਸ ਨਾਸ਼ ਤੋਂ ਪਹਿਲਾਂ ਖੁਦਾਵੰਦ ਦੀ ਕਿਰਪਾ ਹੋਣ ਵਾਲੀ ਹੈ, ਰੈਪਚਰ ਹੋਣ ਵਾਲਾ। ਤੇ ਇਸ ਰੈਪਚਰ ਵਿੱਚ ਕੌਣ ਜਾਊਗਾ? ਕੀ ਸੰਦੇਸ਼ ਪੜਨ ਵਾਲਾ, ਕੀ ਪ੍ਰਾਰਥਨਾ ਕਰਨ ਵਾਲਾ, ਕੀ ਫਾਸਟਿੰਗ ਕਰਨ ਵਾਲਾ, ਕੀ ਦਸ਼ਮਾਸ਼ ਦੇਣ ਵਾਲਾ, ਕੀ ਭੇਟਾਂ ਦੇਣ ਵਾਲਾ? ਨਹੀਂ। ਇਸ ਸੰਦੇਸ਼ ਦੇ ਵਿੱਚ ਉਹੀ ਮਨੁੱਖ ਚੱਲ ਸਕਦਾ, ਉਹੀ ਮਨੁੱਖ ਜਿਹੜਾ ਰੈਪਚਰ ਵਿੱਚ ਜਾਵੇਗਾ ਜਿਹੜਾ ਵਚਨ ਨੂੰ ਪੂਰਾ ਕਰਦਾ ਹੈ। ਨਬੀ ਨੇ ਕਿਹਾ ਲੇਲਾ ਪੂਰਾ ਖਾਣਾ ਆ। ਤੁਸੀਂ ਇੱਕ ਵਚਨ ਪੂਰਾ ਕਰਕੇ ਰੈਪਚਰ 'ਚ ਨਹੀਂ ਜਾ ਸਕਦੇ ਵੀ ਤੁਸੀਂ ਕਹੋਗੇ ਅਸੀਂ ਸੰਦੇਸ਼ ਦੇ ਚਰਚ ਵਿੱਚ ਜਾਂਦੇ ਆ ਤੇ ਸਾਡਾ ਰੈਪਚਰ ਹੋ ਜਾਊਗਾ। ਤੁਹਾਨੂੰ ਪਤਾ ਚਰਚ ਤੋਂ ਬਾਹਰ ਜੀਵਨ ਸ਼ੁਰੂ ਹੁੰਦਾ। ਚਰਚ ਆ ਕੇ ਤਾਂ ਹਰ ਬੰਦਾ ਆਪਣੇ ਆਪ ਨੂੰ ਆਤਮਿਕ ਦਿਖਾਉਂਦਾ, ਲੇਕਿਨ ਚਰਚ ਤੋਂ ਬਾਹਰ ਜਾ ਕੇ ਆਪਣੇ ਘਰਾਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਸਮਾਜ ਦੇ ਵਿੱਚ ਤੁਸੀਂ ਆਤਮਿਕ ਬਣੋ ਤਾਂ ਤੁਸੀਂ ਰੈਪਚਰ 'ਚ ਜਾਓਗੇ। ਚਰਚ 'ਚ ਤਾਂ ਹਰ ਬੰਦਾ ਆਤਮਿਕ ਦਿਖਦਾ ਹੈ। ਕੋਈ ਵੀ ਬੰਦਾ ਆ ਉਹ ਆਤਮਿਕ ਦਿਖਦਾ, ਭਾਵੇਂ ਸ਼ਰਾਬ ਪੀਣ ਵਾਲਾ ਹੋਵੇ, ਨਸ਼ੇ ਕਰਨ ਵਾਲਾ ਹੋਵੇ, ਗਾਣਾ ਕੱਢਣ ਵਾਲਾ ਹੋਵੇ, ਭੰਗੜੇ ਪਾਉਣ ਵਾਲਾ, ਠੱਗੀਆਂ ਕਰਨ ਵਾਲਾ ਹੋਵੇ। ਚਰਚ ਵਿੱਚ ਆ ਕੇ ਹਰ ਮਨੁੱਖ ਆਤਮਿਕ ਬਣ ਜਾਂਦਾ ਹੈ। ਲੇਕਿਨ ਤੁਹਾਡਾ ਅਸਲੀ ਜੀਵਨ ਚਰਚ ਤੋਂ ਬਾਹਰ ਸ਼ੁਰੂ ਹੁੰਦਾ। ਭਾਈ ਬ੍ਰੈਨਮ ਨੇ ਕਿਹਾ ਜੋ ਮੈਂ ਪੁਲਪੜ ਤੋਂ ਪ੍ਰਚਾਰ ਕਰਦਾ ਆ, ਕਹਿੰਦਾ ਉਹੀ ਜੀਵਨ ਪੁਲਪੜ ਤੋਂ ਥੱਲੇ ਵੀ ਮੇਰਾ ਹੈ। ਤੇ ਮੈਂ ਵੀ ਅੱਜ ਤੁਹਾਨੂੰ ਕਹਿੰਦਾ ਜੋ ਪੁਲਪੜ ਤੋਂ ਮੈਂ ਪ੍ਰਚਾਰ ਕਰਦਾ ਉਹ ਵੀ ਜੀਵਨ ਮੇਰਾ ਪੁਲਪੜ ਤੋਂ ਨੀਚੇ ਹੈ। ਤੁਸੀਂ ਹਮੇਸ਼ਾ ਮੈਨੂੰ ਇੱਕੋ ਜਿਹਾ ਦੇਖੋਗੇ। ਜਿਹੜਾ ਆਤਮਿਕ ਮਨੁੱਖ ਹੁੰਦਾ ਆ ਉਹ ਕਿਤੇ ਵੀ ਜਾਵੇ, ਬਾਜ਼ਾਰ ਦੇ ਵਿੱਚ ਜਾਵੇ, ਵਿਆਹ 'ਚ ਜਾਵੇ, ਜਿੱਥੇ ਮਰਜ਼ੀ ਚਲ ਜਾਓ, ਆਤਮਿਕ ਹੀ ਰਹਿਣਾ ਆ। ਉਕਾਬ ਹਮੇਸ਼ਾ ਉਕਾਬ ਹੁੰਦਾ ਆ, ਚਾਹੇ ਅਸਮਾਨਾਂ 'ਚ ਉੱਡੇ, ਚਾਹੇ ਧਰਤੀ ਤੇ ਬੈਠੇ ਜਾਂ ਕਿਸੇ ਦਰਖਤ ਤੇ ਬੈਠਾ ਹੋਵੇ, ਉਕਾਬ ਹਮੇਸ਼ਾ ਉਕਾਬ ਹੀ ਹੁੰਦਾ ਆ। ਉਕਾਬ ਦੀ ਰੀਸ ਕੋਈ ਨਹੀਂ ਕਰ ਸਕਦਾ। ਇੱਲਾਂ ਉਕਾਬ ਦੀ ਰੀਸ ਨਹੀਂ ਕਰ ਸਕਦੀਆਂ, ਦਿਖਾਵਾ ਕਰ ਸਕਦੀਆਂ। ਅੱਜ ਬਹੁਤ ਲੋਕ ਨਬੀ ਕਹਿੰਦਾ ਚਰਚਾਂ 'ਚ ਦਿਖਾਵੇ ਕਰਦੇ ਆ ਵੀ ਅਸੀਂ ਉਹ ਉਕਾਬ ਆ, ਲੇਕਿਨ ਕਹਿੰਦਾ ਉਹਨਾਂ ਦੇ ਕੰਮਾਂ ਤੋਂ, ਉਹਨਾਂ ਦੇ ਖਾਣ ਪੀਣ ਤੋਂ ਪਤਾ ਲੱਗਦਾ। ਕਿਉਂਕਿ ਉਕਾਬ ਕਦੇ ਵੀ ਗੰਦਾ ਮਾਸ ਨਹੀਂ ਖਾਂਦਾ, ਬਾਸਾ ਮਾਸ ਨਹੀਂ ਖਾਂਦਾ। ਉਕਾਬ ਹਮੇਸ਼ਾ ਤਾਜ਼ਾ ਮਾਸ ਖਾਂਦਾ। ਤੇ ਖੁਦਾ ਦੇ ਪਵਿੱਤਰ ਆਤਮਾ ਪਾਏ ਹੋਏ ਲੋਕ ਕਦੇ ਵੀ ਸੰਸਾਰਿਕ ਚੀਜ਼ਾਂ ਵਾਲਾ ਮਾਸ ਨਹੀਂ ਖਾਂਦੇ, ਕਿਉਂਕਿ ਸੰਸਾਰਿਕ ਚੀਜ਼ਾਂ ਵੀ ਇੱਕ ਗੰਦਾ ਮਾਸ ਆ ਜਿਹਨੂੰ ਲੋਕ ਅੱਜ ਖਾ ਰਹੇ ਆ। ਦਿਖਾਵਾ ਤੇ ਕਰ ਰਹੇ ਉੱਡਣ ਦਾ ਵੀ ਹਾਂ ਅਸੀਂ ਆਤਮਿਕ ਆ, ਲੇਕਿਨ ਖਾਣਾ ਕਿਹੜਾ ਖਾ ਰਹੇ ਆ? ਸੰਸਾਰ ਦਾ। ਸੰਸਾਰ ਦਾ ਖਾਣਾ ਨਾ ਖਾਓ, ਸੰਸਾਰ ਦੇ ਖਾਣੇ ਵਿੱਚ ਮੌਤ ਆ।
ਜੇ ਤੁਸੀਂ ਪਰਮੇਸ਼ਵਰ ਦਾ ਖਾਣਾ ਖਾਓਗੇ। ਇਹ ਉਹ ਮੰਨਾ ਆ ਜਿਹੜਾ ਉਸ ਸਮੇਂ ਇਜ਼ਰਾਈਲੀਆਂ ਨੂੰ ਦਿੱਤਾ ਗਿਆ ਸੀਗਾ। ਅੱਜ ਵੀ ਪ੍ਰਭੂ ਮੰਨਾ ਦਿੰਦਾ, ਪ੍ਰਭੂ ਪੱਖਪਾਤ ਨਹੀਂ ਕਰਦਾ। ਜੇ ਉਹਨੇ ਜਦੋਂ ਇਜ਼ਰਾਈਲੀਆਂ ਨੂੰ ਮੰਨਾ ਖਵਾਇਆ 40 ਸਾਲ, ਤੇ ਅੱਜ ਵੀ ਉਹ ਆਪਣੀ ਦੁਲਹਨ ਨੂੰ ਮੰਨਾ ਖਵਾ ਰਿਹਾ। ਤੇ ਜਿਹੜਾ ਇਸ ਮੰਨੇ ਨੂੰ ਖਾਊਗਾ ਜੀਵਨ ਦੇ ਵਿੱਚ ਉਹੀ ਪ੍ਰਵੇਸ਼ ਕਰੂਗਾ। ਤੁਹਾਨੂੰ ਪਤਾ ਡਾਕਟਰ ਕੀ ਕਹਿੰਦੇ ਲੋਕਾਂ ਨੂੰ ਡਾਕਟਰ ਕਹਿੰਦੇ ਤੁਸੀਂ ਆਪਣਾ ਖਾਣ ਪੀਣ ਵਧੀਆ ਰੱਖੋ। ਜੇ ਕੋਈ ਮਨੁੱਖ ਆਪਣਾ ਖਾਣ ਪੀਣ ਵਧੀਆ ਰੱਖਦਾ, ਕਦੇ ਬਿਮਾਰ ਨਹੀਂ ਪੈਂਦਾ, ਟਾਈਮ ਨਾਲ ਖਾਂਦਾ, ਹਰ ਇੱਕ ਚੀਜ਼ ਲਿਮਿਟ ਨਾਲ ਖਾਂਦਾ ਆ, ਠੀਕ ਹੈ ਨਾ, ਗਲਤ ਚੀਜ਼ਾਂ ਨਹੀਂ ਖਾਂਦਾ, ਉਹ ਮਨੁੱਖ ਕਦੇ ਬਿਮਾਰ ਨਹੀਂ ਪੈਂਦਾ, ਵਧੀਆ ਜੀਵਨ ਬਤੀਤ ਕਰਦਾ ਉਹ ਮਨੁੱਖ। ਲੇਕਿਨ ਜੇ ਕੋਈ ਮਨੁੱਖ ਗਲਤ ਖਾਣਾ ਖਾਂਦਾ ਤਾਂ ਉਹਨੂੰ ਡਾਕਟਰਾਂ ਕੋਲ ਜਾਣਾ ਪੈਂਦਾ ਬਾਰ-ਬਾਰ। ਜੇ ਕੋਈ ਬੰਦਾ ਹੁਣ ਚਿਕਨ ਹੀ ਖਾਈ ਜਾ ਰਿਹਾ ਬਾਰ-ਬਾਰ, ਜਾਂ ਸਾਗ ਹੀ ਖਾਈ ਜਾ ਰਿਹਾ ਆ, ਜਾਂ ਕੋਈ ਇੱਕੋ ਹੀ ਚੀਜ਼ ਖਾਈ ਜਾ ਰਿਹਾ, ਤੇ ਉਹ ਚੀਜ਼ ਕੀ ਕਰਦੀ ਉਹਦੇ ਸਰੀਰ 'ਚ ਜਾ ਕੇ ਗਲਤ ਪ੍ਰਭਾਵ ਪੈਦਾ ਕਰਦੀ। ਇਸੇ ਤਰ੍ਹਾਂ ਜੇ ਤੁਸੀਂ ਖੁਦਾ ਦੇ ਵਚਨ ਨੂੰ ਛੱਡ ਕੇ ਸੰਸਾਰ ਦਾ ਖਾਣਾ ਖਾਈ ਜਾਂਦੇ ਹੋ ਤੇ ਤੁਸੀਂ ਬਿਮਾਰ ਹੋ ਜਾਓਗੇ। ਇਸ ਕਰਕੇ ਸੰਸਾਰ ਦਾ ਖਾਣਾ ਨਾ ਖਾਓ। ਸੰਸਾਰ ਦਾ ਖਾਣਾ ਕੀ ਆ? ਫਿਲਮਾਂ, ਟੀਵੀਆਂ, ਫੈਸ਼ਨ, ਬਾਲ ਕਟਾਓ, ਸੰਸਾਰਕ ਵਾਂਗੂ ਕੱਪੜੇ ਪਾਓ। ਅੱਜ ਤੁਹਾਨੂੰ ਪਤਾ ਆ ਮਸੀਹ ਔਰਤਾਂ ਨੂੰ ਕੱਪੜੇ ਪਾਉਣ ਦਾ ਨਹੀਂ ਪਤਾ, ਕੀ ਪ੍ਰਭਾਵ ਪੈਦਾ ਕਰਨਗੀਆਂ ਦੂਜੇ ਲੋਕਾਂ ਦੇ। ਅੱਜ ਮਸੀਹ ਭੈਣਾਂ ਦੇ ਏਡੇ ਏਡੇ ਵੱਡੇ ਗਲੇ ਹੁੰਦੇ ਆ, ਪਿੱਛੋਂ ਦੇ ਏਡੇ ਏਡੇ ਵੱਡੇ ਗਲੇ ਹੁੰਦੇ ਆ, ਉਹਨਾਂ ਨੂੰ ਇਹ ਮਰਿਆਦਾ ਨਹੀਂ ਪਤਾ ਵੀ ਸੂਟ ਕਿੱਦਾਂ ਦੇ ਪਾਣੇ ਆ, ਕੱਪੜੇ ਕਿੱਦਾਂ ਦੇ ਪਾਣੇ ਆ। ਮਸੀਹ ਭਾਈਆਂ ਨੂੰ ਇਹ ਨਹੀਂ ਪਤਾ ਬਾਲ ਕਿੱਦਾਂ ਦੇ ਰੱਖਣੇ ਆ। ਕਿਸੇ ਨੇ ਤਾਂ ਔਰਤਾਂ ਵਾਂਗੂ ਬਾਲ ਰੱਖੇ ਤੇ ਕਿਸੇ ਨੇ ਦਾੜੀਆਂ ਦੇ ਨੁਕਰਾਂ ਬਣਾਈਆਂ ਹੋਈਆਂ। ਲੋਕਾਂ ਨੂੰ ਜੀਵਨ ਬਤੀਤ ਨਹੀਂ ਕਰਨਾ ਆਉਂਦਾ। ਇੱਕ ਮਸੀਹ ਦਾ ਮਤਲਬ ਹੁੰਦਾ ਵੀ ਮਸੀਹ ਤੁਹਾਡੇ ਅੰਦਰੋਂ ਲੋਕਾਂ ਨੂੰ ਦਿਖਣਾ ਚਾਹੀਦਾ ਹੈ। ਜੇ ਲੋਕਾਂ ਨੂੰ ਤੁਹਾਡੇ ਵਿੱਚੋਂ ਮਸੀਹ ਨਹੀਂ ਦਿਖ ਰਿਹਾ ਤੇ ਤੁਸੀਂ ਠੋਕਰ ਦਾ ਕਾਰਨ ਹੋ। ਤੇ ਪ੍ਰਭੂ ਯੀਸ਼ੂ ਮਸੀਹ ਜਿਹੜਾ ਮਨੁੱਖ ਕਿਸੇ ਲਈ ਠੋਕਰ ਦਾ ਕਾਰਨ ਬਣਦਾ ਉਹਨੂੰ ਖੁਦਾਵੰਦ ਕਦੇ ਪਸੰਦ ਨਹੀਂ ਕਰਦਾ। ਇਸ ਕਰਕੇ ਨਬੀ ਕਹਿੰਦਾ ਤੁਹਾਡੇ ਅੰਦਰ ਪਵਿੱਤਰ ਆਤਮਾ ਹੋਣਾ ਚਾਹੀਦਾ। ਜੇ ਤੁਹਾਡੇ ਅੰਦਰ ਆਤਮਾ ਹੋਵੇਗਾ ਤੁਹਾਨੂੰ ਫਿਰ ਆਪਣੇ ਆਪ ਹੀ ਚਲਾਵੇਗਾ। ਫਿਰ ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ, ਤੁਸੀਂ ਕਿਸ ਨਾਲ ਈਰਖਾ ਨਹੀਂ ਕਰ ਸਕਦੇ, ਚੁਗਲੀ ਨਹੀਂ ਕਰ ਸਕਦੇ, ਫੈਸ਼ਨ ਨਹੀਂ ਕਰ ਸਕਦੇ। ਤੁਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋਗੇ ਤੇ ਜਦੋਂ ਤੁਸੀਂ ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋਗੇ ਲੋਕੀ ਤੁਹਾਡੇ ਤੋਂ ਨਫ਼ਰਤ ਕਰਨਗੇ। ਉਹਨਾਂ ਨੇ ਕਹਿਣਾ ਇਹ ਕਿੱਥੋਂ ਆ ਗਿਆ, ਇਹਨੇ ਆ ਕੇ ਵਚਨ ਦੀ ਗੱਲਾਂ ਕਰਨੀਆਂ, ਇਹਨੇ ਆ ਕੇ ਕਹਿਣਾ ਸੰਸਾਰ ਨੂੰ ਤਿਆਗ ਦੇ। ਲੋਕੀ ਤੁਹਾਡੇ ਤੋਂ ਨਫ਼ਰਤ ਕਰਨਗੇ ਕਿਉਂਕਿ ਜਿਹੜਾ ਮਨੁੱਖ ਆਤਮਿਕ ਹੁੰਦਾ ਲੋਕ ਹਮੇਸ਼ਾ ਉਹ ਤੋਂ ਨਫ਼ਰਤ ਕਰਦੇ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਆ, ਨਬੀ ਨੇ ਕਿਹਾ ਆ, ਦੇਖੋ ਪਰਮੇਸ਼ਵਰ ਦੇ ਸਾਰੇ ਹੀ ਲੋਕ ਵਿਚਿੱਤਰ ਜਾਂ ਅਜੀਬ ਹੁੰਦੇ ਹਨ, ਉਹ ਇਸੇ ਤਰ੍ਹਾਂ ਦੇ ਹੁੰਦੇ ਹਨ। ਮੈਨੂੰ ਖੁਸ਼ੀ ਹੈ ਕਿ ਮੈਂ ਉਹਨਾਂ ਵਿੱਚੋਂ ਇੱਕ ਹਾਂ। ਉਹ ਕਹਿੰਦਾ ਪਰਮੇਸ਼ਵਰ ਦੇ ਲੋਕ ਵਿਚਿੱਤਰ ਹੁੰਦੇ ਆ, ਕਹਿੰਦਾ ਲੇਕਿਨ ਮੈਨੂੰ ਖੁਸ਼ੀ ਆ ਵੀ ਮੈਂ ਉਹਨਾਂ ਦੇ ਵਿੱਚੋਂ ਇੱਕ ਹਾਂ। ਇਸ ਲਈ ਤੁਸੀਂ ਜਾਣਦੇ ਹੋ ਕਿ ਉਹ ਆਧੁਨਿਕ ਸਭਿਅਤਾ ਅਤੇ ਰੀਤੀ ਰਿਵਾਜਾਂ ਤੋਂ ਬਿਲਕੁਲ ਉਲਟ ਹੁੰਦੇ ਹਨ। ਇਸੇ ਲਈ ਉਹ ਅਜੀਬ ਅਤੇ ਵਿਚਿੱਤਰ ਬਣ ਜਾਂਦੇ ਹਨ। ਉਸਨੇ ਆਪਣੇ ਲੋਕਾਂ ਬਾਰੇ ਕਿਹਾ ਹੈ, ਉਸਦੇ ਲੋਕ ਅਜੀਬ, ਅਨੋਖੇ ਅਤੇ ਪਰਦੇਸੀ ਹੋਣਗੇ ਪਰ ਆਤਮਿਕ ਜਾਜਕ। ਕਹਿੰਦਾ ਉਹਦੇ ਲੋਕ ਅਜੀਬ ਹੋਣਗੇ, ਵਿਚਿੱਤਰ ਹੋਣਗੇ ਲੇਕਿਨ ਆਤਮਿਕ ਜਾਜਕ, ਇੱਕ ਸ਼ਾਹੀ ਕੌਮ ਜੋ ਪਰਮੇਸ਼ਰ ਦੇ ਸਾਹਮਣੇ ਆਤਮਿਕ ਬਲਿਦਾਨ ਚੜਾਇਆ ਕਰਨਗੇ। ਇਹ ਬਲਿਦਾਨ ਉਹਨਾਂ ਦੇ ਬੁੱਲਾਂ ਦੀਆਂ ਭੇਟਾਂ ਹੋਇਆ ਕਰਨਗੀਆਂ ਤੇ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਦੀਆਂ ਹੋਇਆ ਕਰਨਗੀਆਂ। ਕਿੰਨੇ ਕਿੰਨੇ ਅਦਭੁਤ ਲੋਕ ਹਨ ਉਸਦੇ ਕੋਲ, ਉਹ ਹਨ। ਕਹਿੰਦਾ ਕਿੰਨੇ ਅਦਭੁਤ ਲੋਕ ਆ ਦੇ ਕੋਲ। ਲੋਕਾਂ ਲਈ ਤਾਂ ਵਿਚਿੱਤਰ ਹੁੰਦੇ ਆਤਮਿਕ ਲੋਕ। ਉਹ ਕਹਿੰਦੇ ਇਹਨੇ ਆਣਾ ਮੇਰੇ ਘਰ 'ਚ, ਇਹਨੇ ਇਹੀ ਕਹਿਣਾ ਭੈਣ ਸੰਸਾਰ ਨੂੰ ਤਿਆਗ ਦੇ, ਖੁਦਾ ਦੇ ਕੰਮ ਕਰ। ਲੋਕੀ ਤੁਹਾਨੂੰ ਪਤਾ ਨਫ਼ਰਤ ਕਰਦੇ ਆਤਮਿਕ ਲੋਕਾਂ ਤੋਂ, ਬਹੁਤ ਘੱਟ ਪਸੰਦ ਕੀਤਾ ਜਾਂਦਾ। ਜੇ ਸਰੀਰਕ ਬੰਦਾ ਘਰ ਦੇ ਵਿੱਚ ਆ ਜੇ, ਉਹ ਕਹਿੰਦੇ ਮੇਰਾ ਸਰੀਰਕ ਭੈਣ ਭਾਈ ਘਰ ਦੇ ਵਿੱਚ ਆਇਆ, ਉਹ ਬਹੁਤ ਉਤਸ਼ਾਹ ਮਨਾਉਂਦੇ। ਲੋਕ ਜਿਹੜੇ ਸਰੀਰਕ ਲੋਕ ਹੁੰਦੇ ਆ ਵੱਧ ਤੋਂ ਵੱਧ ਰਿਸਪੈਕਟ ਹੁੰਦੀ ਆ। ਲੇਕਿਨ ਜੇ ਆਤਮਿਕ ਚਲੇ ਜਾਵੇ ਉਹਨੂੰ ਪਾਣੀ ਵੀ ਨਹੀਂ ਪੁੱਛਦੇ। ਉਹ ਕਹਿੰਦੇ ਇਹ ਕਿੱਥੋਂ ਆ ਗਿਆ, ਇਹਨੇ ਇਹੀ ਕਹਿਣਾ ਖੁਦਾ ਦੇ ਕੰਮ ਕਰ, ਉਧਰ ਨਾ ਪੈਸੇ ਲਾ, ਖੁਦਾ ਦੇ ਕੰਮਾਂ ਲਈ ਪੈਸੇ ਲਾ ਦੇ। ਨਫ਼ਰਤ ਕੀਤੀ ਜਾਂਦੀ ਆ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹੀ ਖੁਦਾ ਦੇ ਪਾਕ ਪਵਿੱਤਰ ਤੇ ਸੱਚੇ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਸੰਸਾਰ ਦੀ ਗੰਦਗੀ ਵਿੱਚੋਂ, ਸੰਸਾਰ ਦੇ ਪਾਣੀ ਵਿੱਚੋਂ ਬਾਹਰ ਕੱਢਦੇ ਆ। ਜੇ ਕੋਈ ਮਨੁੱਖ ਤੁਹਾਨੂੰ ਕਹਿੰਦਾ ਆ ਭੈਣ ਕੋਈ ਗੱਲ ਨਹੀਂ ਚਰਚ ਆ ਜਾ ਕਰ, ਦਸ਼ਮਾਂਸ਼ ਦਿਆ ਕਰ, ਜੋ ਮਰਜ਼ੀ ਕਰੋ, ਕੋਈ ਮਨਾਹੀ ਨਹੀਂ, ਤੇ ਉਹ ਤੁਹਾਨੂੰ ਨਰਕ ਵੱਲ ਭੇਜ ਰਿਹਾ ਇਹੋ ਜਿਹਾ ਸੇਵਕ। ਲੇਕਿਨ ਖੁਦਾ ਦੇ ਪਾਕ ਪਵਿੱਤਰ ਸੇਵਕ ਹਮੇਸ਼ਾ ਤੁਹਾਨੂੰ ਡਾਂਟ ਲਗਾਉਣਗੇ। ਤੁਹਾਨੂੰ ਪਤਾ ਹੈ ਕਿ ਜਿਹੜਾ ਚੰਗਾ ਮਾਂ-ਪਿਓ ਹੁੰਦਾ ਉਹ ਆਪਣੇ ਬੱਚਿਆਂ ਨੂੰ ਕਦੇ ਸਿਰ ਤੇ ਨਹੀਂ ਚੜਾਉਂਦਾ, ਉਹ ਹਮੇਸ਼ਾ ਡਾਂਟ ਕੇ ਰੱਖਦਾ, ਉਹਨੂੰ ਲਿਮਿਟ ਦੇ ਵਿੱਚ ਰੱਖਦਾ ਆ, ਉਹਨੂੰ ਸਿਖਾਉਂਦਾ ਆ। ਜੇ ਤੁਸੀਂ ਆਤਮਿਕ ਹੋਵੋਗੇ ਤੁਹਾਡੇ ਬੱਚੇ ਵੀ ਆਤਮਿਕ ਹੋਣਗੇ। ਜੇ ਮਾਂ-ਪਿਓ ਹੀ ਭੰਗੜੇ ਪਾਉਣ ਵਾਲੇ ਹੋਣਗੇ, ਭਾਈ ਬ੍ਰੈਨਮ ਨੇ ਕਿਹਾ ਹੈ
ਇੱਕ ਸੰਦੇਸ਼ 'ਚ ਭਾਈ ਬ੍ਰੈਨਮ ਨੇ ਕਿਹਾ ਆ, ਜਦੋਂ ਕੋਈ ਕੁੜੀਆਂ ਫਿਲਮਾਂ ਦੇਖਦੀਆਂ ਆ, ਰੰਗ ਰੋਗਨ ਕਰਦੀਆਂ, ਮੇਕਅਪ ਕਰਦੀਆਂ, ਉਹ ਕਹਿੰਦੇ ਇਹਦੀ ਮਾਂ ਵੀ ਇਹੋ ਜੀ ਹੋਵੇਗੀ, ਇਹਦੀ ਮਾਂ ਵੀ ਇਹੋ ਜੀ ਸੀਗੀ, ਤਾਂ ਹੀ ਇਹ ਇਹੋ ਜਿਹਾ ਕੰਮ ਕਰਦੀ ਆ। ਕਿਉਂਕਿ ਨਬੀ ਨੇ ਜੋ ਕਿਹਾ ਸੱਚ ਤੇ ਅਮੀਨ, ਤੁਹਾਡੇ ਬੱਚੇ ਤੁਹਾਡੇ ਪੇੜਾਂ ਤੇ ਚੱਲਦੇ ਆ, ਜੋ ਤੁਸੀਂ ਕੀਤਾ ਆ ਉਹਦੇ ਉੱਪਰ ਹੀ ਚੱਲ ਰਹੇ ਹੋ ਬੱਚੇ ਤੁਹਾਡੇ। ਲੇਕਿਨ ਜੇ ਤੁਸੀਂ ਆਤਮਿਕ ਜੀਵਨ ਬਤੀਤ ਕੀਤਾ ਹੁੰਦਾ ਤੇ ਤੁਹਾਡੇ ਬੱਚਿਆਂ ਨੂੰ ਵੀ ਪਤਾ ਹੁੰਦਾ ਵੀ ਤੁਸੀਂ ਆਤਮਿਕ ਹੋ, ਤੇ ਉਹ ਤੁਹਾਡੇ ਪਿੱਛੇ ਪਿੱਛੇ ਚੱਲਣ। ਉਕਾਬ ਦੇ ਬੱਚੇ ਹਮੇਸ਼ਾ ਉਕਾਬ ਦੇ ਪਿੱਛੇ ਚੱਲਦੇ ਆ। ਕਿਉਂਕਿ ਇੱਕ ਸਟੋਰੀ ਸੀਗੀ, ਉਕਾਬ ਦਾ ਬੱਚਾ ਕੁੱਕੜੀਆਂ ਦੇ ਵਿੱਚ ਪੈਦਾ ਹੋ ਗਿਆ, ਕੁੱਕੜੀਆਂ ਦੇ ਵਿੱਚ ਪਲਿਆ ਬੜਿਆ, ਤੇ ਕੀ ਹੋਇਆ, ਜਦੋਂ ਉਹਨੇ ਉਕਾਬ ਮਾਂ ਦੀ ਆਵਾਜ਼ ਨੂੰ ਸੁਣਿਆ ਤੇ ਉਹ ਮੁਰਗੀਆਂ ਦੇ ਵਿੱਚੋਂ ਉੱਡ ਕੇ ਆਪਣੀ ਮਾਂ ਦੇ ਕੋਲ ਚਲਾ ਗਿਆ। ਇਸੇ ਤਰ੍ਹਾਂ ਕੀ ਤੁਸੀਂ ਤੇ ਮੈਂ ਸੰਸਾਰ ਦੀ ਗੰਦਗੀ 'ਚ ਨਹੀਂ ਫਸੇ ਸੀ। ਜਦੋਂ ਨਬੀ ਦਾ ਸੰਦੇਸ਼ ਸਾਡੇ ਕੰਨਾਂ ਤੱਕ ਪਹੁੰਚਿਆ ਤੇ ਸਾਨੂੰ ਪਤਾ ਲੱਗ ਗਿਆ ਵੀ ਅਸੀਂ ਕੌਣ। ਕਿਉਂਕਿ ਜੇ ਕੋਈ ਮਨੁੱਖ ਸੋਚਦਾ ਵੀ ਤੁਸੀਂ ਆਪਣੇ ਸਰੀਰਕ ਮਾਂ-ਪਿਓ ਤੋਂ ਹੋ, ਤੁਸੀਂ ਆਪਣੇ ਸਰੀਰਕ ਮਾਂ-ਪਿਓ ਤੋਂ ਨਹੀਂ ਹੋ। ਅਸੀਂ ਇਬਰਾਹਿਮ ਦੀ ਸੰਤਾਨ ਆ। ਕਿਉਂਕਿ ਇਬਰਾਹਿਮ ਕੌਣ ਸੀ? ਵਚਨ ਤੇ ਚੱਲਣ ਵਾਲਾ ਮਨੁੱਖ। ਜੇ ਤੁਸੀਂ ਵਚਨ ਤੇ ਚੱਲਣ ਵਾਲੇ ਮਨੁੱਖ ਹੋ ਤਾਂ ਤੁਸੀਂ ਆਪਣੇ ਮਾਂ-ਪਿਓ ਤੋਂ ਨਹੀਂ ਹੋ। ਉਹ ਤੁਹਾਨੂੰ ਸੰਸਾਰ 'ਚ ਲਿਆ ਸਕਦੇ ਆ, ਉਹ ਤੁਹਾਡੇ ਸਰੀਰਕ ਮਾਂ-ਪਿਓ ਹੋ ਸਕਦੇ, ਲੇਕਿਨ ਤੁਹਾਡੇ ਆਤਮਿਕ ਮਾਂ-ਪਿਓ ਉਹ ਲੋਕ ਨੇ ਜਿਨ੍ਹਾਂ ਨੇ ਵਚਨ ਦੇ ਅਨੁਸਾਰ ਜੀਵਨ ਬਤੀਤ ਕੀਤਾ। ਤੇ ਜਿਹੜਾ ਮਨੁੱਖ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦਾ, ਉਹ ਹਮੇਸ਼ਾ ਤੁਹਾਨੂੰ ਕਿਸ਼ਤੀ 'ਚ ਲਿਆਉਣ ਦੀ ਕੋਸ਼ਿਸ਼ ਕਰੂਗਾ। ਉਹ ਹਮੇਸ਼ਾ ਇਹੀ ਕਹੂਗਾ ਕਿਸ਼ਤੀ ਵਿੱਚ ਆ ਜਾਓ। ਕਿਉਂਕਿ ਤੁਹਾਨੂੰ ਪਤਾ ਜਦੋਂ ਸਮੁੰਦਰ ਸ਼ਾਂਤ ਹੁੰਦਾ ਆ ਤੇ ਲੋਕੀ ਸੋਚਦੇ ਸਮੁੰਦਰ ਬਹੁਤ ਸ਼ਾਂਤ ਆ, ਲੇਕਿਨ ਜਿਹੜਾ ਇੱਕ ਮਛੁਆਰਾ ਹੁੰਦਾ, ਇੱਕ ਕਿਸ਼ਤੀ ਵਿੱਚ ਬੈਠਾ ਇੱਕ ਸਵਾਰ ਹੁੰਦਾ ਜਿਹੜਾ ਪੂਰੀ ਤਰ੍ਹਾਂ ਆਤਮਾ ਨਾਲ ਭਰਿਆ ਹੁੰਦਾ, ਉਹਨੂੰ ਪਤਾ ਹੁੰਦਾ ਜਦੋਂ ਸਮੁੰਦਰ ਸ਼ਾਂਤ ਹੁੰਦਾ ਉਦੋਂ ਸਮੁੰਦਰ ਸਭ ਤੋਂ ਖਤਰਨਾਕ ਹੁੰਦਾ ਹੈ। ਤੇ ਉਹ ਕਹਿੰਦਾ ਤੁਸੀਂ ਕਿਸ਼ਤੀ 'ਚ ਆ ਜਾਓ, ਲੇਕਿਨ ਲੋਕੀ ਨਹੀਂ ਮੰਨਦੇ। ਇਸੇ ਤਰ੍ਹਾਂ ਇਸ ਯੁੱਗ ਦੇ ਵਿੱਚ ਇੱਕ ਨਬੀ ਆਇਆ, ਉਹ ਕਹਿੰਦਾ ਕਿਸ਼ਤੀ ਵਿੱਚ ਆਓ, ਵਚਨ ਦੇ ਅਨੁਸਾਰ ਜੀਵਨ ਬਤੀਤ ਕਰੋ। ਹੁਣ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਨਾ ਕੀ ਆ? ਸਭ ਤੋਂ ਪਹਿਲਾਂ ਆਪਣੇ ਗੁਨਾਹ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਬਸਮਾ ਲਓ ਤੇ ਫਿਰ ਜੀਵਨ ਬਤੀਤ ਕਰੋ। ਫਿਰ ਤੁਸੀਂ ਕਿਸ਼ਤੀ 'ਚ ਆਉਂਦੇ ਹੋ। ਇੱਕ ਰੂਲ ਆ ਖੁਦਾ ਦਾ, ਇੱਕ ਸਿਸਟਮ ਆ ਖੁਦਾ ਦਾ, ਜਿਹਦੇ ਨਾਲ ਉਹ ਤੁਹਾਡੇ ਨਾਲ ਸੰਬੰਧ ਬਣਾਉਂਦਾ ਹੈ। ਇੱਕ ਰੂਲ ਆ ਉਹਦਾ। ਜੇ ਤੁਸੀਂ ਰੂਲ ਤੋਂ ਬਾਹਰ ਜਾਂਦੇ ਹੋ ਤੇ ਕਦੇ ਵੀ ਖੁਦਾ ਦੇ ਰਾਜ 'ਚ ਪ੍ਰਵੇਸ਼ ਨਹੀਂ ਕਰੋਗੇ। ਜੇ ਤੁਸੀਂ ਕਹੋਗੇ ਕੋਈ ਗੱਲ ਨਹੀਂ, ਚਰਚ ਆਣਾ ਹੀ ਕਾਫੀ ਆ, ਬਸਮਾ ਲੈ ਲਿਆ, ਬਸ ਠੀਕ ਆ, ਅਸੀਂ ਰੈਪਚਰ ਚੱਲ ਜਾਾਂਗੇ, ਨਹੀਂ, ਜੀਵਨ ਬਤੀਤ ਕਰਨਾ ਪੈਣਾ। ਇਹ ਜਿਉਂਦਾ ਵਚਨ, ਖੁਦਾ ਦੇ ਸੰਦੇਸ਼, ਜਿਉਂਦਾ ਵਚਨ ਤੁਹਾਡੇ ਜੀਵਨਾਂ ਵਿੱਚੋਂ ਬੋਲਣਾ ਚਾਹੀਦਾ ਹੈ। ਕਿਉਂਕਿ ਇਹ ਬਾਈਬਲ ਆ, ਇਹ ਤਾਂ ਮੁਰਦਾ ਆ। ਜਿਹੜੀ ਲਿਖਤ ਹੁੰਦੀ ਹੈ ਮੁਰਦਾ ਹੁੰਦੀ ਹੈ, ਲੇਕਿਨ ਜਦੋਂ ਇਹ ਲਿਖਤ ਤੁਹਾਡੇ ਅੰਦਰ ਚਲੇ ਜਾਂਦੀ ਹੈ ਤੇ ਜਿਉਂਦੀ ਹੋ ਜਾਂਦੀ ਆ। ਤੁਸੀਂ ਵਚਨ ਨੂੰ ਜੀ ਸਕਦੇ ਹੋ, ਤੁਸੀਂ ਯੀਸ਼ੂ ਮਸੀਹ ਨੂੰ ਆਪਣੇ ਨਾਲ ਆਪਣੇ ਘਰ ਦੇ ਵਿੱਚ ਰੱਖ ਸਕਦੇ ਹੋ, ਆਪਣੇ ਨਾਲ ਖਾਣਾ ਖਵਾ ਸਕਦੇ ਹੋ, ਤੁਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ। ਲੇਕਿਨ ਕਿੱਦਾਂ? ਉਹਦਾ ਇੱਕ ਰੂਲ ਆ। ਤੁਹਾਨੂੰ ਉਹਨੂੰ ਆਪਣੇ ਅੰਦਰ ਲਿਆਉਣ ਦੇ ਲਈ ਆਪਣਾ ਜੀਵਨ ਸੁਧਾਰਨਾ ਪਵੇਗਾ ਤੇ ਯੀਸ਼ੂ ਮਸੀਹ ਤੁਹਾਡੇ ਨਾਲ ਨਾਲ ਰਹੇਗਾ ਜਿੱਥੇ ਤੁਸੀਂ ਜਾਓਗੇ। ਅੱਜ ਲੋਕ ਕਹਿੰਦੇ ਪ੍ਰਭੂ ਸਾਡੇ ਨਾਲ ਜਾ ਜਿੱਥੇ ਅਸੀਂ ਜਾਂਦੇ ਆ, ਲੇਕਿਨ ਉਹ ਲੋਕ ਗੰਦਗੀ ਦੇ ਨਾਲ ਭਰੇ ਹੁੰਦੇ ਤੇ ਪ੍ਰਭੂ ਉਹਨਾਂ ਦੇ ਨਾਲ ਨਹੀਂ ਜਾਂਦਾ। ਲੇਕਿਨ ਜੇ ਤੁਸੀਂ ਉਹਦੇ ਵਚਨ ਦੇ ਨਾਲ ਭਰੇ ਹੋਵੋਗੇ, ਤੁਹਾਡਾ ਜੀਵਨ ਸਾਫ਼ ਸੁਥਰਾ ਵਚਨ ਦੇ ਅਨੁਸਾਰ ਹੋਵੇਗਾ, ਤੁਹਾਡਾ ਪ੍ਰਭਾਵ ਵਧੀਆ ਹੋਵੇਗਾ ਤੇ ਯੀਸ਼ੂ ਮਸੀਹ ਤੁਹਾਡੇ ਨਾਲ ਸੋਵੇਗਾ, ਤੁਹਾਡੇ ਨਾਲ ਖਾਣਾ ਖਾਵੇਗਾ, ਤੁਹਾਡੇ ਸੋਫਿਆਂ ਤੇ ਤੁਹਾਡੇ ਬੈੱਡ ਤੇ ਬੈਠੂਗਾ, ਤੁਹਾਡੇ ਨਾਲ ਘੁੰਮੂਗਾ ਫਿਰੂਗਾ। ਲੋਕੀ ਕਹਿਣਗੇ ਹੁਣ ਇਹਦੇ ਵਿੱਚ ਇਹ ਨਹੀਂ, ਇਹਦੇ ਵਿੱਚ ਮਸੀਹ ਜਿਉਂਦਾ ਹੈ। ਇਹਦਾ ਸੰਤ ਪੌਲੁਸ ਨੇ ਕਿਹਾ ਹੁਣ ਮੈਂ ਨਹੀਂ ਸਗੋਂ ਮੇਰੇ ਵਿੱਚ ਮਸੀਹ ਜਿਉਂਦਾ ਹੈ। ਭਾਈ ਬ੍ਰੈਨਮ ਕਹਿੰਦੇ ਆ ਜਦੋਂ ਇੱਕ ਮੱਖੀ ਡੰਗ ਮਾਰਦੀ ਆ, ਜਦੋਂ ਇੱਕ ਮੱਖੀ ਡੰਗ ਮਾਰਦੀ ਆ ਕੀ ਹੁੰਦਾ ਆ? ਕਿਸੇ ਮਨੁੱਖ ਨੂੰ ਡੰਗ ਮਾਰਿਆ ਜਾਂਦਾ ਆ ਤੇ ਕੀ ਹੁੰਦਾ ਆ? ਅਸੀਂ ਸੰਦੇਸ਼ ਚੋਂ ਪੜਾਂਗੇ। ਮੈਂ ਅੱਜ ਬਾਹਰ ਖੜਾ ਕੁਝ ਸ਼ਹਿਦ ਦੀਆਂ ਮੱਖੀਆਂ ਨੂੰ ਕੰਮ ਕਰਦੇ ਵੇਖ ਰਿਹਾ ਸੀ ਅਤੇ ਮੈਂ ਉਹਨਾਂ ਸ਼ਹਿਦ ਦੀਆਂ ਮੱਖੀਆਂ ਨੂੰ ਵੇਖਿਆ। ਮੈਂ ਸੋਚਿਆ ਬਹੁਤ ਵਧੀਆ, ਜਦੋਂ ਇਹ ਸ਼ਹਿਦ ਦੀ ਮੱਖੀ ਇੱਕ ਆਦਮੀ ਦੇ ਡੰਗ ਮਾਰਦੀ ਹੈ ਤਾਂ ਡੰਗ ਆਦਮੀ ਦੀ ਦੇਹੀ ਅੰਦਰ ਰਹਿ ਜਾਂਦਾ ਹੈ। ਨਬੀ ਕਹਿੰਦਾ ਜਦੋਂ ਇੱਕ ਮਧੂ ਮੱਖੀ ਨੂੰ ਡੰਗ ਮਾਰਦੀ ਹੈ ਤਾਂ ਡੰਗ ਆਦਮੀ ਦੇ ਅੰਦਰ ਰਹਿ ਜਾਂਦਾ ਹੈ। ਮਧੂ ਮੱਖੀ ਦਾ ਡੰਗ ਖਤਮ ਹੋ ਗਿਆ ਅਤੇ ਕੋਈ ਵੀ ਕੀੜਾ ਜਿਹੜਾ ਤੁਹਾਨੂੰ ਇੱਕ ਵਾਰੀ ਡੰਗ ਮਾਰਦਾ ਹੈ ਇਹ ਉਸ ਨੂੰ ਖਤਮ ਕਰ ਦਿੰਦਾ ਹੈ, ਕਿਉਂਕਿ ਉਹ ਆਪਣਾ ਡੰਗ ਉੱਥੇ ਛੱਡ ਦਿੰਦਾ ਹੈ। ਜਦੋਂ ਕੋਈ ਵੀ ਡੰਗ ਮਾਰਨ ਵਾਲੀ ਚੀਜ਼ ਹੁੰਦੀ ਹੈ ਉਹ ਡੰਗ ਮਾਰਦੀ ਹੈ, ਉਹ ਡੰਗ ਉੱਥੇ ਛੱਡ ਦਿੰਦੀ ਆ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਯੀਸ਼ੂ ਮਸੀਹ ਨੇ ਕਲਵਰੀ ਤੇ ਮੌਤ ਅਤੇ ਪਾਪ ਦਾ ਡੰਗ ਪੁੱਟ ਸੁੱਟਿਆ। ਕਿੰਨੇ ਪੁੱਟਿਆ ਮੌਤ ਤੇ ਪਾਪ ਦਾ ਡੰਗ? ਪ੍ਰਭੂ ਯੀਸ਼ੂ ਮਸੀਹ ਨੇ। ਅਤੇ ਅਸੀਂ ਬਿਮਾਰੀ ਅਗਾਹ ਨੂੰ ਕੋਈ ਅਧਿਕਾਰ ਨਹੀਂ। ਕਹਿੰਦਾ ਬਿਮਾਰੀ ਦਾ ਅਗਾਹਾਂ ਨੂੰ ਕੋਈ ਅਧਿਕਾਰ ਨਹੀਂ, ਕੋਈ ਅਧਿਕਾਰ ਨਹੀਂ ਰਿਹਾ। ਪਰਮੇਸ਼ਵਰ ਦੇ ਕੀਤੇ ਹੋਏ ਨਿਆਂ ਨੇ ਇਸ ਨੂੰ ਚੱਲ ਲਿਆ
ਯੀਸ਼ੂ ਨੇ ਪਾਪ ਵਿੱਚੋਂ ਡੰਗ ਬਾਹਰ ਕੱਢ ਦਿੱਤਾ। ਕਹਿੰਦਾ ਯੀਸ਼ੂ ਨੇ ਪਾਪ ਵਿੱਚੋਂ ਡੰਗ ਬਾਹਰ ਕੱਢ ਦਿੱਤਾ। ਯੀਸ਼ੂ ਨੇ ਬਿਮਾਰੀ ਵਿੱਚੋਂ ਡੰਗ ਲੈ ਲਿਆ। ਯੀਸ਼ੂ ਨੇ ਸ਼ੈਤਾਨ ਵਿੱਚੋਂ ਡੰਗ ਲੈ ਲਿਆ। ਯੀਸ਼ੂ ਨੇ ਪਾਪ ਵਿੱਚੋਂ ਡੰਗ ਲੈ ਲਿਆ ਅਤੇ ਅੱਜ ਰਾਤ ਉਹ ਬੇਵਸ ਹੈ। ਕਹਿੰਦਾ ਸ਼ੈਤਾਨ ਬੇਵਸ ਆ ਕਿਉਂਕਿ ਡੰਗ ਤਾਂ ਖਤਮ ਕਰ ਦਿੱਤਾ। ਉਹ ਕਹਿੰਦਾ ਭਿੰਨ ਭਿੰਨ ਕਰ ਸਕਦਾ ਹੈ ਅਤੇ ਸਾਰਾ ਰੋਲਾ ਪਾ ਸਕਦਾ ਹੈ। ਹੁਣ ਜਿਹੜਾ ਸ਼ੈਤਾਨ ਆ ਭਿੰਨ ਭਿੰਨ ਕਰ ਸਕਦਾ, ਰੋਲਾ ਪਾ ਸਕਦਾ ਆ। ਕਹਿੰਦਾ ਰੋਲਾ ਪਾ ਸਕਦਾ ਹੈ। ਪੌਲੁਸ ਨੇ ਕਿਹਾ, ਹੇ ਮੌਤ ਤੇਰਾ ਡੰਗ ਕਿੱਥੇ ਹੈ, ਹੇ ਕਬਰ ਤੇਰੀ ਫਤਿਹ ਕਿੱਥੇ ਹੈ। ਪਰ ਪਰਮੇਸ਼ਵਰ ਦਾ ਧੰਨਵਾਦ ਹੋਵੇ ਜਿਹੜਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਫਤਿਹ ਬਖਸ਼ਦਾ ਹੈ। ਹੁਣ ਨਬੀ ਕਹਿੰਦਾ ਜਿਹਦੇ ਇੱਕ ਮਧੂਮੱਖੀ ਡੰਗ ਮਾਰਦੀ ਆ ਉਹਦਾ ਡੰਗ ਬੰਦੇ ਦੇ ਅੰਦਰ ਰਹਿ ਜਾਂਦਾ ਹੈ, ਉਹ ਦੁਬਾਰਾ ਡੰਗ ਨਹੀਂ ਮਾਰ ਸਕਦੀ। ਇਸੇ ਤਰ੍ਹਾਂ ਯਿਸੂ ਮਸੀਹ ਨੇ ਉਹ ਡੰਗ ਆਪਣੇ ਉੱਪਰ ਲਿਆ ਤੇ ਉਹਨੇ ਕੀ ਕੀਤਾ, ਮੌਤ ਨੂੰ ਹਰਾ ਦਿੱਤਾ। ਤੁਹਾਨੂੰ ਪਤਾ ਜਿਹੜੇ ਲੋਕ ਪ੍ਰਭਾਵ ਦੇ ਹੇਠ ਵਚਨ ਦੇ ਪ੍ਰਭਾਵ ਦੇ ਹੇਠ ਜੀਵਨ ਬਤੀਤ ਕਰਦੇ ਆ ਉਹਨਾਂ ਦੇ ਉੱਪਰ ਮੌਤ ਫਤਿਹ ਨਹੀਂ ਪਾ ਸਕਦੀ। ਸਰੀਰ ਦੇ ਵਿੱਚ ਤੁਸੀਂ ਮਰ ਸਕਦੇ ਹੋ, ਸਰੀਰ 'ਚ ਤੁਹਾਡਾ ਇਹ ਸਰੀਰ ਨਾਸ਼ ਹੋ ਸਕਦਾ, ਲੇਕਿਨ ਤਾਂ ਵੀ ਤੁਸੀਂ ਖੁਦਾ ਦੇ ਰਾਹ 'ਚ ਚਲੇ ਜਾਓਗੇ। ਉਹ ਕਹਿੰਦਾ ਇੱਕ ਦਿਨ ਤੁਹਾਡਾ ਸਰੀਰ ਫਿਰ ਖੜਾ ਹੋ ਜਾਏਗਾ। ਤੁਹਾਨੂੰ ਪਤਾ ਜਿਹੜਾ ਆਤਮਿਕ ਮਨੁੱਖ ਜਦੋਂ ਮਰਦਾ ਆ ਉਹ ਖੁਦਾ ਦੇ ਰਾਹ 'ਚ ਜਾਂਦਾ ਸਿੱਧਾ, ਕਿਉਂਕਿ ਇਹਨੂੰ ਆਸ ਹੁੰਦੀ ਹੈ, ਉਹਨੂੰ ਪਤਾ ਆ। ਇਸ ਕਰਕੇ ਕਹਿੰਦਾ ਮਸੀਹਾਂ ਦੇ ਲਈ ਆਸ ਆ, ਲੇਕਿਨ ਜੇ ਕੋਈ ਮੂਰਤੀ ਪੂਜਕ ਮਰਦਾ ਉਹਦੇ ਲਈ ਕੋਈ ਆਸ ਨਹੀਂ ਹੈ। ਹੁਣ ਜੇ ਤੁਸੀਂ ਧਰਤੀ ਤੇ ਆਏ ਹੋ ਤੁਹਾਡਾ ਜੀਵਨ ਮਸੀਹ ਜੀਵਨ ਹੋਣਾ ਚਾਹੀਦਾ, ਪੂਰੇ ਤੌਰ ਤੇ ਪਰਫੈਕਟ ਤੌਰ ਤੇ ਤੁਸੀਂ ਮਸੀਹ ਹੋਣੇ ਚਾਹੀਦੇ। ਨਹੀਂ ਤਾਂ ਆਪਣੇ ਆਪ ਨੂੰ ਮਸੀਹ ਕਹਿਣਾ ਬੰਦ ਕਰ ਦਿਓ। ਤੁਸੀਂ ਕਹੋ ਅਸੀਂ ਮਸੀਹ ਨਹੀਂ ਆ। ਜੇ ਤੁਸੀਂ ਆਪਣੇ ਨੂੰ ਮਸੀਹ ਕਹਿੰਦੇ ਤੁਸੀਂ ਗਵਾਹੀ ਦਿੰਦੇ ਹੋ ਖੁਦਾ ਦੀ। ਮਸੀਹ ਦਾ ਮਤਲਬ ਹੁੰਦਾ ਆ ਮਸਾ ਕੀਤਾ ਹੋਇਆ। ਜੇ ਤੁਸੀਂ ਮਸਾ ਕੀਤੇ ਹੋਏ ਹੋ ਤਾਂ ਸੰਸਾਰ ਦੇ ਵਿੱਚ ਨਹੀਂ ਫਿਰਦਾ ਮਸਾ ਕੀਤਾ ਹੋਇਆ। ਸੰਸਾਰ ਦੀ ਗੰਦਗੀ ਵਾਲਾ ਪਾਣੀ, ਸੰਸਾਰ ਦਾ ਖਾਣਾ ਮਸਾ ਕੀਤੇ ਹੋਏ ਲੋਕ ਨਹੀਂ ਖਾਂਦੇ, ਕਿਉਂਕਿ ਉਕਾਬ ਦੀ ਨਿਸ਼ਾਨੀ ਆ। ਉਕਾਬ ਹਮੇਸ਼ਾ ਤਾਜ਼ਾ ਮਾਸ ਖਾਂਦਾ। ਜੇ ਤੁਸੀਂ ਉਕਾਬ ਹੋ, ਉਹਦੇ ਬੱਚੇ ਹੋ, ਤੇ ਤੁਸੀਂ ਵਚਨ ਦਾ ਖਾਣਾ ਖਾਓ, ਸੰਸਾਰ ਦਾ ਖਾਣਾ ਨਾ ਖਾਓ। ਕੱਟੋ, ਜਿੱਥੇ ਵਚਨ ਦੀ ਗੱਲ ਆਉਂਦੀ ਹੈ ਕੱਢ ਦੋ। ਆਪਣੇ ਬੱਚਿਆਂ ਨੂੰ ਕੱਟੋ, ਆਪਣੇ ਰਿਸ਼ਤੇਦਾਰਾਂ ਨੂੰ ਕੱਢ ਦੋ, ਦੁਨੀਆਦਾਰੀ ਨੂੰ ਕੱਢ ਦੋ, ਹਰੇਕ ਉਸ ਮਨੁੱਖ ਨੂੰ ਕੱਢ ਦੋ ਜਿਹੜਾ ਮਨੁੱਖ ਤੁਹਾਡੇ ਤੇ ਖੁਦਾ ਦੇ ਵਿੱਚ ਆਉਂਦਾ ਹੈ। ਉਸ ਹਰੇਕ ਮਨੁੱਖ ਨੂੰ ਕੱਢ ਦੋ, ਫਿਰ ਖੁਦਾ ਤੁਹਾਡੇ ਨਾਲ ਖੜੂਗਾ। ਨਬੀ ਕਹਿੰਦਾ ਜਦੋਂ ਸ਼ਰਦਕ ਮੇਸ਼ਕ ਅਬਦਨਗੋ ਨੂੰ ਅੱਗ ਬਲਦੀ ਹੋਈ ਭੱਟੀ 'ਚ ਸਿੱਟਿਆ ਗਿਆ, ਜਦੋਂ ਖੁਦਾ ਬਚਾਣਾ ਹੈ ਤੇ ਐਵੇਂ ਨਹੀਂ ਬਚਾਣਾ ਆ ਗਿਆ। ਖੁਦਾ ਨੂੰ ਪਤਾ ਸੀ ਇਹਨਾਂ ਨੇ ਆਪਣੇ ਜੀਵਨ ਮੈਨੂੰ ਦਿੱਤੇ ਆ, ਉਹਨਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ। ਅੱਜ ਅਸੀਂ ਜੇ ਗਾਣੇ ਗਾਉਂਦੇ ਸਾਨੂੰ ਮੌਤ ਦੀ ਨਹੀਂ ਪਰਵਾਹ। ਜਦੋਂ ਮਾੜੀ ਜਿਹੀ ਮੁਸੀਬਤ ਆਂਦੀ ਲੋਕਾਂ ਨੂੰ ਮੌਤ ਦੀ ਪਰਵਾਹ ਪੈ ਜਾਂਦੀ। ਉਹ ਕਹਿੰਦੇ ਛੱਡੋ ਖੁਦਾ ਦਾ ਵਚਨ, ਪਹਿਲਾਂ ਜੀਵਨ ਬਚਾਓ। ਇਹੋ ਜਿਹੇ ਲੋਕਾਂ ਨੂੰ ਖੁਦਾ ਨਹੀਂ ਪਸੰਦ ਕਰਦਾ। ਉਹ ਕਹਿੰਦਾ ਜਿਹੜਾ ਮਨੁੱਖ ਮੇਰੇ ਵਚਨ ਦੇ ਲਈ ਆਪਣੇ ਜੀਵਨ ਨੂੰ ਗਵਾਊਗਾ ਉਹਨੂੰ ਪਾਊਗਾ। ਮਰਨਾ ਤਾਂ ਹੈ ਹੀ ਇੱਕ ਦਿਨ, ਸਭਨਾਂ ਨੇ ਮਰਨਾ, ਇਹਦੇ ਕਿਸੇ ਦੀ ਗਾਰੰਟੀ ਨਹੀਂ ਹੈ। ਹਰ ਇੱਕ ਮਨੁੱਖ ਨੇ ਮਰਨਾ। ਜੇ ਕੋਈ ਮੈਨੂੰ ਲਿਖ ਕੇ ਦੇ ਦੇ ਵੀ ਤੁਸੀਂ ਮਰਨਾ ਨਹੀਂ ਹੈ ਕਿਸਨੇ, ਹਰ ਇੱਕ ਮਨੁੱਖ ਨੇ ਮਰਨਾ। ਜੇ ਮਰਨਾ ਹੀ ਆ ਤੇ ਕੁਝ ਕਰਕੇ ਮਰੋ। ਧਰਤੀ ਤੇ ਖਾਲੀ ਚਲ ਜਾਓਗੇ, ਕੋਈ ਲਾਭ ਨਹੀਂ ਹੋਣਾ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਕੋਈ ਮਨੁੱਖ ਮਰ ਵੀ ਜਾਂਦਾ ਆ, ਜਦੋਂ ਯਿਸੂ ਮਸੀਹ ਆਵੇਗਾ ਉਹ ਫਿਰ ਜਿਉਂਦਾ ਹੋ ਜਾਵੇਗਾ, ਕਿਉਂਕਿ ਉਹਦਾ ਰੈਪਚਰ ਹੋਣਾ ਆ। ਲਾੜੀ ਕਦੇ ਮਰਦੀ ਨਹੀਂ ਆ। ਜੇ ਖੁਦਾਵੰ ਜਿਉਂਦਾ ਆ ਤੇ ਉਹਦੀ ਲਾੜੀ ਵੀ ਜਿਉਂਦੀ ਆ। ਜੇ ਉਹ ਮਸੇ ਨਾ ਭਰਿਆ ਉਹਦੀ ਲਾੜੀ ਵੀ ਮਸੇ ਨਾ ਭਰੀ ਹੋਈ ਆ। ਤੁਹਾਨੂੰ ਪਤਾ ਨਿਆਂ ਕਿਹਨੇ ਕਰਨਾ? ਦੁਲਹਨ ਨੇ ਨਿਆਂ ਕਰਨਾ ਇਸ ਦੁਨੀਆ ਦਾ। ਜੇ ਤੁਸੀਂ ਲੋਕਾਂ ਦਾ ਨਿਆਂ ਕਰਨਾ ਤੇ ਪਹਿਲਾਂ ਧਰਤੀ ਤੇ ਆਪਣਾ ਸਿਸਟਮ ਸਹੀ ਕਰੋ। ਤੁਸੀਂ ਤਾਂ ਧਰਤੀ ਦੇ ਵਿੱਚੋਂ ਨਹੀਂ ਨਿਕਲ ਰਹੇ। ਜੇ ਧਰਤੀ ਚੋਂ ਨਹੀਂ ਨਿਕਲ ਰਹੇ ਤੇ ਅਸਮਾਨ 'ਚ ਕਿੱਦਾਂ ਉੱਡੋਗੇ? ਧਰਤੀ ਤੇ ਹੁਕਮ ਹੀ ਨਹੀਂ ਪੂਰੇ ਹੁੰਦੇ ਤੁਹਾਡੇ ਕੋਲ। ਧਰਤੀ ਤੇ ਆਪਣਾ ਪ੍ਰਭਾਵ ਵਧੀਆ ਕਰੋ। ਤੁਹਾਡਾ ਪ੍ਰਭਾਵ ਤੁਹਾਡੇ ਬੱਚਿਆਂ ਤੇ ਹੋਵੇ, ਤੁਹਾਡੇ ਰਿਸ਼ਤੇਦਾਰਾਂ ਤੇ ਹੋਵੇ, ਤੁਹਾਡੇ ਆਂਢ ਗੁਆਂਢ ਤੇ ਹੋਵੇ। ਤੁਹਾਡਾ ਪ੍ਰਭਾਵ ਉਸ ਮਨੁੱਖ ਤੇ ਹੋਵੇ ਜਿਹੜਾ ਤੁਹਾਡੇ ਘਰੇ ਅਖਬਾਰ ਸਿੱਟਣ ਆਂਦਾ, ਜਿਹੜਾ ਮਨੁੱਖ ਤੁਹਾਡੇ ਘਰੇ ਦੁੱਧ ਦੇਣ ਆਂਦਾ ਆ। ਉਹਨੂੰ ਪਤਾ ਹੋਵੇ ਇਸ ਘਰ ਦੇ ਵਿੱਚ ਇੱਕ ਮਸੀਹ ਭੈਣ, ਇੱਕ ਮਸੀਹ ਭਾਈ ਰਹਿੰਦਾ ਹੈ। ਉਹ ਇਹ ਨਾ ਕਹਿਣ ਇਹ ਕਾਹਦੇ ਮਸੀਹ। ਜਦੋਂ ਦੇਖੋ ਇਹਨਾਂ ਦੇ ਘਰ 'ਚ ਫਿਲਮਾਂ, ਟੀਵੀਆਂ, ਭੰਗੜੇ, ਗਾਲਾਂ, ਇਹ ਮਸੀਹਤ ਨਹੀਂ ਹੈ। ਇਹ ਲੋਕਾਂ ਦੇ ਲਈ ਤੁਸੀਂ ਲੋਕ ਠੋਕਰ ਦਾ ਕਾਰਨ ਬਣਦੇ ਹੋ। ਤੁਹਾਨੂੰ ਪਤਾ ਹੀ ਜਦੋਂ ਯੂਸਫ ਇਸ ਧਰਤੀ ਤੇ ਸੀਗਾ ਤੇ ਯੂਸਫ ਦਾ ਕਿੱਦਾਂ ਦਾ ਜੀਵਨ ਸੀ, ਕਿੱਦਾਂ ਦਾ ਪ੍ਰਭਾਵ ਯੂਸਫ ਦਾ ਸੀਗਾ। ਯੂਸਫ ਨੇ ਕੋਈ ਕੰਮ ਵਚਨ ਤੋਂ ਬਾਹਰ ਨਹੀਂ ਕੀਤਾ। ਉਹਨੂੰ ਮਾਰਿਆ ਗਿਆ, ਉਹਨੂੰ ਕੁੱਟਿਆ ਗਿਆ, ਉਹਨੂੰ ਵਿਚਾਰ ਕਰਨ ਦਾ ਮੌਕਾ ਵੀ ਦਿੱਤਾ ਗਿਆ, ਲੇਕਿਨ ਉਹ ਵਿਚਾਰੀ 'ਚ ਨਹੀਂ ਗਿਆ, ਗਲਤ ਕੰਮਾਂ 'ਚ ਨਹੀਂ ਗਿਆ। ਉਹ ਹਮੇਸ਼ਾ ਖੁਦਾ ਤੋਂ ਡਰਦਾ ਸੀ। ਕਿੰਨਾ ਪ੍ਰਭਾਵ ਸੀ ਉਹਦਾ ਵੀ ਮਿਸਰ ਦਾ ਜਿਹੜਾ ਰਾਜਾ ਸੀਗਾ, ਉਸ ਰਾਜੇ ਨੇ ਕੀ ਕੀਤਾ? ਉਹਨੂੰ ਆਪਣਾ ਮੰਤਰੀ ਬਣਾ ਦਿੱਤਾ। ਇੰਨਾ ਪ੍ਰਭਾਵ ਸੀ ਉਹਦਾ। ਕੀ ਤੁਹਾਡਾ ਪ੍ਰਭਾਵ ਨਹੀਂ ਹੈ? 120 ਸਾਲ ਉਹਨੇ ਰਾਜ ਕੀਤਾ ਉਸ ਦੇਸ਼ ਦੇ ਉੱਪਰ। ਮੂਰਤੀ ਪੂਜਕ ਲੋਕਾਂ ਦੇ ਉੱਪਰ ਉਹਨੇ ਰਾਜ ਕੀਤਾ। ਤੁਹਾਡਾ ਪ੍ਰਭਾਵ ਇਹੋ ਜਿਹਾ ਹੋਣਾ ਚਾਹੀਦਾ।
खुदा ने तुहानू राज करने वास्ते भेजिया स्थान दे विच, तुसी राज करना है। राज करोगे कितना? जिद तक तुसी इस धरती दी गल्लां तो नहीं निकलोगे, इस तो बाहर नहीं निकलोगे। बाइबल बयान करदी है, कहंदा याद रखो नूह दे दिनां वाला आत्मा अज भी इत्थे है, जो कहंदा सी ऊपर कोई भी पानी नहीं है। अज तुहानू बथेरे लोकां ने कहना पहला संसार नू देखो, रैप्चर का की पता कदों होना, रैप्चर की गारंटी है। बहुत लोग मैं सुनिया कहते हैं रैप्चर का की पता 10 साल न होवे, 20 साल न होवे ते असी अपने पैसे मुका दिए, असी अपना समा खराब कर दिए। नहीं, लेकिन खुदा का वचन कहता उस समय उस घड़ी नूं कोई नहीं जानता भी परमेश्वर का पुत्र कदों आवेगा। कहता मैं चोर दी न्याई आना है, यीशु मसीह चोर दी न्याई आऊगा, किसी ने उस समय का नहीं पता। असी यंत्रां नाल चंद नूं जांच के दस सकते हाँ कि ऊपर कोई वर्खा नहीं है, परंतु जे परमेश्वर ने कहा है कि वर्खा होवेगी तो जरूर होवेगी। हम उस समय तो लोग कहते सी यंत्रां दे नाल देखिया कोई वर्खा नहीं है, नूह पागल हो गया किश्ती बनाई जांदा। अज लोग कहते हैं कोई रैप्चर नहीं होना, ये सब गल्लां आ। लेकिन मैं तुहानू दसना चाहना मेरे भैन भाई जीजो, जे खुदा दे वचन चो जिहड़ा खुदा दे मूँह चो जिहड़ा वचन निकलिया वो हमेशा पूरा हुंदा। जे उन्हें क्या रैप्चर होवेगा ते होवेगा, ਇਹ ਨਾ सोचो कदे होएगा, जदों मर्जी होवे, साल नूं होवे, 2 साल नूं होवे। तुसी की करना आ, चतर कुवारियां वर्गू अपनी मशकां दे विच तेल भर के रखना, सोना नहीं आ। क्योंकि मूर्ख कुवारियां की करदियां, ज्ञान इकट्ठा कर लिया, जीवन नहीं बतीत कर रही। वो कहंदियां पता नहीं कदों रैप्चर होना, कोई नहीं। संसार वाल भी देख लीजिए, संसार वाल ना देखो, हर एक घड़ी दा इंतजार करो, हर एक लम्हा उसका इंतजार करो। तुसी ये सोच के चलो प्रभु यीशु मसीह तू कल आएगा, तू कल आएगा, तू कल आएगा। चाहे जिन्ने मर्जी दिन निकल जान, मैं रोज प्रभु ने ही कहना प्रभु जी मैं तेरी वेट कर रहा, तू सवेरे आएगा। मैं कदे संसार विच नहीं जाता। तुहानू पता जे कोई मनुख धरती ते मर गया इसे तरह बिना खुदा तो ओहदा मुक्ति नहीं होनी। मुक्ति यीशु मसीह दे नाम दे विच आ। चाहे मिशनां विच जिन्ने मर्जी लोगों ने बसमा लिया पिता पुत्र पवित्र आत्मा का, जिन्ने मर्जी वो गैर भाषा बोली जाते, उन्हां दी मुक्ति नहीं होनी। क्योंकि मुक्ति किहदे नाम दे विच आ? मुक्ति प्रभु यीशु मसीह दे नाम दे विच आ। बसमा प्रभु यीशु मसीह दे नाम दे विच आ। बाइबल बयान कर दिया इक्को ही प्रभु, इक्को ही नेचा ते इक्को ही बपतिस्मा है, इक्को ही बैप्टाइज है, इक्को ही बपतिस्मा है, दो बसमे नहीं है। प्रभु यीशु मसीह दे नाम दे विच पापां दी माफी आ, यीशु मसीह दे नाम दे विच मुक्ति आ। जे तुसी यीशु मसीह नाम च बसमा नहीं लैंदे, कदे भी खुदा दे राज तू वेख नहीं सकदे। चैलेंज करके बोलदा इस गल नूं मैं। खुदा दे राज च जाना ते खुदा दे हुक्मां नूं पूरा करना पवेगा। जे तुसी अमरीका विच जाना आ ते तुसी किद्दां जांदे अमरीका च? इत्थों टिकट लैके चले जांदे हो? नहीं, तुहानू पासपोर्ट बनवाना पैंदा आ। पासपोर्ट बन तो पहलों तुहाडा करैक्टर चैक कीता जांदा है, तुहाडा क्रिमिनल रिकॉर्ड चेक किया जाता है पुलिस द्वारा भी ये बंदा उस देश में जाने दे जोग है कि नहीं है। किते ये मनुख खूनी तो नहीं, चोर तो नहीं, डाकू तो नहीं, ये चेक किया जाता। तो फिर की हुंदा जो तुहाडा पासपोर्ट बनने तो पहले तुहाडी इंक्वायरी हुंदी आ ते तुहाडा जो चेक किया जाता सारा सिस्टम तो देखा जाता भी तुसी सही हो, फिर तुहाडा पासपोर्ट बनता। फिर पासपोर्ट बन तो बाद भी तुसी बाहर नहीं जाते। फिर जिहड़ा उत्थे दा राजदूत हुंदा वो की करदा, वीजा लगांदा, परमिशन दिंदा भी हाँ ये मनुख मेरे कोल आ सकदा, इस देश च आ सकदा, तां तुसी बाहर जांदे हो। इदां तुसी बाहर नहीं जांदे। इसे तरह यीशु मसीह धरती ते अज की कर रहा है? तुहाडे करैक्टर चेक कर रहा है। वो कहंदा जे पाप कीते भी है, गलतियां कीतियां भी है ते माफ कर दूंगा, लेकिन तौबा कर। लेकिन जे तुसी तौबा नहीं करदे ते कहंदे मेरा पासपोर्ट बन जे ते मैं खुदा दे राज च चले जा, तुसी कदे नहीं जाओगे। कोई इहो जिहा एजेंट नहीं आ, कोई इहो जिहा सेवक नहीं आ जिहड़ा बिना पापा दी माफी तो तुहानू रैप्चर विच लैके चला जावे। क्योंकि रैप्चर पैसे दे नाल नहीं आ, रैप्चर जीवन बतीत करन दे नाल। जे एक आम मनुख किसी कंट्री च नहीं जा सकदा बिना पासपोर्ट तो, बिना वधिया करैक्टर तो तुसी खुदा दे राह च किद्दां जा सकदे हो? क्योंकि खुदावंद ते पाक पवित्र खुदा है। तुहानू पता धरती ते तुसी कोई गलती करदे हो, तुसी चलान भुगत दिंदे हो, तुहानू माफी मिल जाती इस चीज़ की। एक्सीडेंट करता कोई गल नहीं, पैसे दे दो, नुकसान भर दो। लेकिन जे तुसी खुदा दे कम्मां दे विच गलती करदे हो ओहदी माफी नहीं मिलती कदे भी, ओहदा भुगतान करना पैंदा। तुसी बाइबल पढ़ लिओ, कोई भी जना उत्पत्ति तो लैके प्रकाश की पोथी तक पढ़ लो। जिन्हां दे लोकां ने गलतियां कीती प्रभु ने सजा दी, उन्हां लोकां नूं माफी तो मिल गई लेकिन सजा भी नहीं। क्योंकि बाइबल च साफ लिखा गया जो तुसी बीजोगे सोई वो वड्ढना पवेगा। जे तुसी आज तो पहलों
ਸੰਸਾਰ ਨੂੰ ਵਿੱਚ ਕੁਝ ਗੰਦਗੀ ਬੀਜੀ ਹੈ ਤੇ ਹੁਣ ਉਹਨੂੰ ਪਰੇ ਕਰ ਦਿਓ। ਹੁਣ ਤੁਸੀਂ ਖੁਦਾ ਦੇ ਵਚਨ ਨੂੰ ਬੀਜੋ, ਤੋਬਾ ਕਰੋ। ਅੱਜ ਕਹੋ ਪ੍ਰਭੂ ਯਿਸੂ ਮਸੀਹ ਅਸੀਂ ਆਪਣਾ ਜੀਵਨ ਤੈਨੂੰ ਸਮਰਪਿਤ ਕਰਦੇ ਹਾਂ। ਅੱਜ ਸਾਡਾ ਜੀਵਨ ਅੱਜ ਤੋਂ ਬਾਅਦ ਤੇਰੇ ਵਚਨ ਦੇ ਪ੍ਰਵਾਹ ਹੇਠ ਹੋਵੇਗਾ, ਨਾ ਕਿ ਸੰਸਾਰ ਦੇ ਪ੍ਰਵਾਹ ਦੇ ਹੇਠ। ਜੇ ਤੁਸੀਂ ਸੋਚਦੇ ਹੋ ਕਿ ਤੁਹਾਡਾ ਇਦਾਂ ਹੀ ਕੋਈ ਵੀਜ਼ਾ ਬਣਾ ਦੂਗਾ, ਤੁਸੀਂ ਗਲਤ ਹੋ, ਤੁਸੀਂ ਬਾਹਰ ਚਲ ਜਾਓਗੇ। ਜੇ ਤੁਸੀਂ ਸੋਚਦੇ ਵੀ ਮੈਂ ਅਸੀਂ ਖੁਦਾ ਦੇ ਰਾਹ 'ਚ ਚੱਲ ਜਾਾਂਗੇ, ਗਲਤ ਜੀਵਨ ਲੈ ਕੇ, ਤੁਸੀਂ ਗਲਤ ਜੀਵਨ ਲੈ ਕੇ ਖੁਦਾ ਦੇ ਰਾਹ 'ਚ ਦਾਖਲ ਨਹੀਂ ਹੋ ਸਕਦੇ। ਤੁਹਾਨੂੰ ਇੱਕ ਵਧੀਆ ਨਮੂਨਾ ਪੇਸ਼ ਕਰਨਾ ਪਵੇਗਾ ਖੁਦਾ ਦੇ ਰਾਹ 'ਚ ਜਾਣ ਦੇ ਲਈ। ਜੇ ਲੋਕੀ ਸੋਚਦੇ ਨਾ ਵੀ ਅੱਜ ਅਸੀਂ ਇਦਾਂ ਹੀ ਪ੍ਰਭੂ ਦੇ ਕੋਲ ਚੱਲ ਜਾਾਂਗੇ, ਨਹੀਂ, ਤੁਹਾਨੂੰ ਜੀਵਨ ਬਤੀਤ ਕਰਨਾ ਪਵੇਗਾ। ਬਾਹਰ ਦੀ ਕੰਟਰੀ 'ਚ ਕੌਣ ਜਾਂਦਾ? ਜਿਹੜਾ ਵਧੀਆ ਜੀਵਨ ਬੰਦਾ ਜਿੰਦਾ ਇੱਥੇ, ਉਹਨਾਂ ਨੂੰ ਪਤਾ ਹੁੰਦਾ ਪੁਲਿਸ ਵਾਲਿਆਂ ਨੂੰ ਵੀ ਇਹਨੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਇਹਦਾ ਵਧੀਆ ਜੀਵਨ ਆ, ਇਹਦਾ ਪਾਸਪੋਰਟ ਬਣਾ ਕੇ ਦਿਓ। ਪਾਸਪੋਰਟ ਬਣਨ ਤੋਂ ਬਾਅਦ ਉਸ ਰਾਜਦੂਤ ਦੀ ਮਰਜ਼ੀ ਹੁੰਦੀ ਆ ਵੀ ਉਹ ਉਸ ਦੇਸ਼ ਵਿੱਚ ਆਣ ਦਵੇ ਕਿ ਨਾ ਆਣ ਦਵੇ। ਤੇ ਯਰੂਸ਼ਲਮ ਜਿਹੜਾ ਖੁਦਾਵੰਦ ਦਾ ਸ਼ਹਿਰ ਆ, ਯਰੂਸ਼ਲਮ ਜਿਹੜਾ ਉਸ ਸ਼ਹਿਰ ਦਾ ਰਾਜਾ ਆ, ਯਰੂਸ਼ਲਮ ਦਾ ਜਿਹੜਾ ਪ੍ਰਭੂ ਯੀਸ਼ੂ ਮਸੀਹ ਸਿਯੋਨ ਦਾ ਰਾਜਾ ਆ, ਸਵਰਗ ਦਾ ਰਾਜਾ ਆ, ਉਹ ਰਾਜਦੂਤ ਆ। ਉਹ ਤੁਹਾਡੇ ਪਾਸਪੋਰਟ ਨੂੰ ਚੈੱਕ ਕਰੂਗਾ ਵੀ ਇਹ ਬੰਦਾ ਬਿਲਕੁਲ ਪਰਫੈਕਟ ਆ, ਫਿਰ ਕਹੂਗਾ ਆਣ ਦਿਓ, ਨਹੀਂ ਤੇ ਉਹਦੇ ਦੂਤ ਤੁਹਾਨੂੰ ਜਾਣ ਨਹੀਂ ਦੇਣਗੇ ਕਦੇ ਵੀ ਉਹਦੇ ਰਾਜ ਦੇ ਵਿੱਚ। ਕਿਉਂਕਿ ਤੁਹਾਨੂੰ ਪਤਾ ਯੀਸ਼ੂ ਮਸੀਹ ਨੇ ਕਿਹਾ ਰਾਹ, ਸੱਚਾਈ ਅਤੇ ਜੀਵਨ ਮੈਂ ਆ, ਦੁਆਰ ਮੈਂ ਹੂੰ। ਕਹਿੰਦਾ ਦੁਆਰ ਮੈਂ ਆ, ਮੇਰੇ ਵਸੀਲੇ ਤੋਂ ਬਿਨਾ ਕੋਈ ਵੀ ਪਿਤਾ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਜੇ ਪਿਤਾ ਦੇ ਰਾਜ 'ਚ ਦਾਖਲ ਹੋਣਾ ਆ ਤੇ ਤੁਹਾਡਾ ਪ੍ਰਭਾਵ ਵਚਨ ਦੇ ਅਨੁਸਾਰ ਹੋਣਾ ਚਾਹੀਦਾ ਹੈ। ਤੁਹਾਡਾ ਪ੍ਰਭਾਵ ਲੋਕਾਂ ਦੇ ਵਿੱਚ ਵਧੀਆ ਹੋਣਾ ਚਾਹੀਦਾ ਹੈ। ਉਹ ਇਹ ਨਾ ਕਹਿਣ ਆਪਣੇ ਆਪ ਨੂੰ ਮਸੀਹ ਕਹਿੰਦੇ ਆ ਲੋਕ, ਇਹਨਾਂ ਦਾ ਜੀਵਨ ਗਲਤ ਆ। ਮੈਂ ਬਹੁਤ ਲੋਕਾਂ ਨੂੰ ਸੁਣਿਆ, ਸੰਦੇਸ਼ ਵਾਲੇ ਲੋਕਾਂ ਨੂੰ, ਲੋਕੀ ਕਹਿੰਦੇ ਸੰਦੇਸ਼ ਵਾਲੇ ਲੋਕਾਂ ਦਾ ਜੀਵਨ ਗਲਤ ਆ। ਉਹ ਸਹੀ ਬੋਲਦੇ ਆ ਕਿਉਂਕਿ ਲੋਕੀ ਗਿਆਨ ਦੇ ਨਾਲ ਤਾਂ ਭਰ ਗਏ ਆ, ਸੰਦੇਸ਼ ਤਾਂ ਪੜ੍ਹ ਲੈ, ਜੀਵਨ ਨਹੀਂ ਬਤੀਤ ਕਰਦੇ। ਲੇਕਿਨ ਪ੍ਰਭੂ ਯੀਸ਼ੂ ਮਸੀਹ ਕਿਹਨੂੰ ਲੈ ਕੇ ਜਾਊਗਾ? ਉਹ ਕਹਿੰਦਾ ਮੈਂ ਗਿਆਨੀਆਂ ਦਾ ਖੁਦਾ ਨਹੀਂ ਆ। ਯੀਸ਼ੂ ਮਸੀਹ ਉਹਨਾਂ ਹਲੀਮ ਲੋਕਾਂ ਦਾ ਖੁਦਾ ਆ ਜਿਹੜੇ ਪਵਿੱਤਰ ਆਤਮਾ ਦੀ ਸਾਮਰ ਦੇ ਨਾਲ ਚੱਲਦੇ, ਪਵਿੱਤਰ ਆਤਮਾ ਦੀ ਮਰਜ਼ੀ ਦੇ ਨਾਲ ਜੀਵਨ ਬਤੀਤ ਕਰਦੇ ਆ। ਜੇ ਪ੍ਰਭੂ ਕਹਿੰਦਾ ਇੱਧਰ ਮੁੜ ਜਾ ਤੇ ਇੱਧਰ ਮੁੜ ਜਾਂਦੇ ਆ, ਜੇ ਕਹਿੰਦੇ ਇੱਧਰ ਮੁੜ ਜਾ ਤੇ ਇੱਧਰ ਮੁੜ ਜਾਂਦੇ ਆ। ਉਹ ਨਾ ਨੁੱਕਰ ਨਹੀਂ ਕਰਦੇ, ਪ੍ਰਭੂ ਅਸੀਂ ਇੱਧਰ ਨਹੀਂ ਜਾਣਾ, ਅਸੀਂ ਉੱਧਰ। ਉਹ ਕਹਿੰਦਾ ਪ੍ਰਭੂ ਯੀਸ਼ੂ ਮਸੀਹ ਕਹਿੰਦਾ ਆ ਜਿੱਦਾਂ ਮੈਂ ਤੁਹਾਡੇ ਵਿੱਚ ਰਹਿ ਕੇ ਕਰੂੰਗਾ ਤੁਸੀਂ ਉਦਾਂ ਹੀ ਕਰਨਾ। ਉਹਨੇ ਕਿਹਾ ਸੀਗਾ ਧਰਤੀ ਤੇ, ਕਹਿੰਦਾ ਜੋ ਮੈਂ ਆਪਣੇ ਪਿਤਾ ਨੂੰ ਵੇਖਦੇ ਹੋਏ ਕਰਦਾ ਉਹੀ ਮੈਂ ਕਰਦਾ ਹੈ। ਆਓ ਅਸੀਂ ਵਚਨ 'ਚ ਪੜ੍ਹਦੇ ਕਿੱਥੇ ਉਹਨੇ ਇਸ ਗੱਲ ਨੂੰ ਕਿਹਾ ਸੀਗਾ ਪ੍ਰਭੂ ਨੇ। ਪਹਿਲਾ ਯੂਹੰਨਾ 1:18 ਕੱਢਾਂਗੇ। ਪਹਿਲਾ ਯੂਹੰਨਾ 1:18। ਹੁਣ ਦੇਖੋ ਪਹਿਲਾ ਯੂਹੰਨਾ 1:18 ਚ ਲਿਖਿਆ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਵੇਖਿਆ, ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਸ ਨੂੰ ਪ੍ਰਗਟ ਕੀਤਾ। ਹੁਣ ਕਿਹਨੇ ਪ੍ਰਗਟ ਕੀਤਾ? ਕਹਿੰਦੇ ਪਰਮੇਸ਼ਵਰ ਨੂੰ ਕਿਸੇ ਨੇ ਦੇਖਿਆ ਹੀ ਨਹੀਂ ਹੈ, ਕਿਸੇ ਨੇ ਪਰਮੇਸ਼ਵਰ ਨਹੀਂ ਦੇਖਿਆ। ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ। ਹੁਣ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਜੇ ਕੋਈ ਮਨੁੱਖ ਚੋਰੀ ਕਰਦਾ ਆ, ਜੇ ਕੋਈ ਮਨੁੱਖ ਪਾਪ ਕਰਦਾ, ਜੋ ਕੁਝ ਕਹਿੰਦੇ ਵੀ ਉਹਦੇ ਹੱਥ ਨੇ ਥੋੜੀ ਪਾਪ ਕੀਤਾ, ਹੱਥ ਨੇ ਥੋੜੀ ਚੋਰੀ ਕੀਤੀ, ਉਹਦੇ ਅੰਦਰ ਕੁਝ ਸੀਗਾ ਜਿਹਨੇ ਇਹ ਕੰਮ ਕੀਤਾ। ਇਸੇ ਤਰ੍ਹਾਂ ਇਹ ਪ੍ਰਗਟਾਵਾ ਹੁੰਦਾ ਆ ਜਿਹੜਾ ਇਨਰ ਮੈਨ ਆ ਆਪਣਾ, ਇਹ ਤਾਂ ਆਪਣਾ ਇੱਕ ਢਾਂਚਾ ਆ। ਇੱਥੋਂ ਕਮਾਂਡ ਜਾਂਦੀ ਹੈ ਦਿਮਾਗ ਦੇ ਵਿੱਚੋਂ, ਚੋਰੀ ਕਰ ਲਾ ਬੰਦਾ, ਚੋਰੀ ਕਰਕੇ ਜੇਬ 'ਚ ਪਾਉਂਦਾ, ਠੀਕ ਹੈ ਨਾ। ਇੱਥੇ ਇਹ ਤਾਂ ਇੱਕ ਸਰੀਰਕ ਢਾਂਚਾ ਆ। ਇਸੇ ਤਰ੍ਹਾਂ ਪ੍ਰਭੂ ਨੇ ਵੀ ਇੱਕ ਸਰੀਰਕ ਢਾਂਚਾ ਬਣਾਇਆ ਆਪਣਾ ਧਰਤੀ ਤੇ ਆ ਕੇ। ਉਹ ਕਹਿੰਦਾ ਆ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਵੇਖਿਆ, ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਸ ਨੂੰ ਪ੍ਰਗਟ ਕੀਤਾ। ਹੁਣ ਲੋਕੀ ਸੋਚਦੇ ਪਿਤਾ ਦੀ ਗੋਦ 'ਚ ਕਿਤੇ ਪ੍ਰਭੂ ਬੈਠਾ, ਗੋਦ 'ਚ ਨਹੀਂ। ਯੀਸ਼ੂ ਮਸੀਹ ਤੇ ਪਿਤਾ ਇੱਕੋ ਹੀ ਸੀ। ਪਿਤਾ ਦੇ ਵਿੱਚੋਂ ਯੀਸ਼ੂ ਮਸੀਹ ਬਾਹਰ ਆ ਗਿਆ। ਕਹਿਣ ਦਾ ਮਤਲਬ ਪਰਮੇਸ਼ਵਰ ਤਾਈ ਨੇ ਕੀ ਕੀਤਾ? ਧਰਤੀ ਤੇ ਆ ਕੇ ਆਪਣਾ ਇੱਕ ਚਮੜਾ ਬਣਾਇਆ, ਇੱਕ ਉਹਨੇ ਦੇਹ ਬਣਾਈ ਜਿਹਦਾ ਨਾਮ ਯੀਸ਼ੂ ਰੱਖਿਆ ਉਹਨੇ, ਤੇ ਉਸ ਦੇਹ ਦੇ ਵਿੱਚ ਆ ਕੇ ਉਹ ਲੁਕ ਗਿਆ। ਕਿਉਂਕਿ ਖੁਦਾਵੰਦ ਹਮੇਸ਼ਾ ਆਪਣੇ ਵਚਨ ਦੇ ਵਿੱਚ ਛੁਪਿਆ ਹੁੰਦਾ ਤੇ ਯੀਸ਼ੂ ਮਸੀਹ ਵਚਨ ਸੀਗਾ। ਉਹ ਦੋ ਨਹੀਂ ਸੀ। ਲੋਕੀ ਕਹਿੰਦੇ ਪਿਤਾ ਦੀ ਗੋਦ 'ਚ ਬੈਠਾ ਹੈ। ਲੋਕੀ ਸਰੀਰਕ ਸੋਚ ਦੇ ਨਾਲ ਸੋਚਦੇ, ਲੇਕਿਨ ਬਾਈਬਲ ਸਰੀਰਕ ਨਹੀਂ ਹੈ। ਹੁਣ ਇੱਕ ਪ੍ਰਗਟਾਵਾ ਹੋ ਰਿਹਾ ਹੈ ਤਾਂ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਵੇਖਿਆ, ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਸ ਨੂੰ ਪ੍ਰਗਟ ਕੀਤਾ। ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਕੋਈ ਮਨੁੱਖ ਚੋਰੀ ਕਰ ਰਿਹਾ, ਉਸ ਚੋਰੀ ਨੂੰ ਕੌਣ ਪ੍ਰਗਟ ਕਰ ਰਿਹਾ ਆ? ਅੰਦਰਲਾ ਮਨੁੱਖ ਪ੍ਰਗਟ ਕਰ ਰਿਹਾ। ਉਹ ਅੰਦਰਲਾ ਮਨੁੱਖ ਹੱਥ ਨੂੰ ਕਮਾਂਡ ਦੇ ਰਿਹਾ। ਇਸੇ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਨੇ ਜਿਹੜਾ ਪਿਤਾ ਸੀ, ਪਿਤਾ ਨੇ ਪੁੱਤਰ ਨੂੰ ਪ੍ਰਗਟ ਕੀਤਾ ਹੈ, ਠੀਕ ਆ। ਤੇ ਪੁੱਤਰ ਪਿਤਾ ਨੂੰ ਪ੍ਰਗਟ ਕਰ ਰਿਹਾ। ਜਦੋਂ ਚੇਲਿਆਂ ਨੇ ਕਿਹਾ ਪ੍ਰਭੂ ਜੀ ਸਾਨੂੰ ਪਿਤਾ ਦੇ ਦਰਸ਼ਨ ਕਰਾ, ਉਹ ਕਹਿੰਦਾ ਤੁਸੀਂ ਇੰਨੇ ਚਿਰ ਤੋਂ ਮੈਂ ਤੁਹਾਡੇ ਨਾਲ ਆ, ਤੁਹਾਨੂੰ ਤ੍ਰਿਪਤ ਨਹੀਂ ਆਇਆ ਕਦੇ ਮੈਨੂੰ ਦੇਖ ਕੇ? ਕਹਿੰਦੇ ਜਿਹਨੇ ਮੈਨੂੰ ਵੇਖਿਆ ਉਹਨੇ ਪਿਤਾ ਨੂੰ ਵੇਖਿਆ। ਮੈਂ ਪਿਤਾ ਵਿੱਚ ਤੇ ਪਿਤਾ ਮੇਰੇ ਵਿੱਚ ਆ। ਇਸ ਕਰਕੇ ਬਾਈਬਲ ਬਿਆਨ ਕਰਦੀ ਇਕਲੌਤਾ ਪੁੱਤਰ ਪਿਤਾ ਦੀ ਗੋਦ ਵਿੱਚ ਹੈ, ਉਸੇ ਨੇ ਉਸ ਨੂੰ ਪ੍ਰਗਟ ਕੀਤਾ।
ਯੀਸ਼ੂ ਮਸੀਹ ਪਿਤਾ ਨੂੰ ਪ੍ਰਗਟ ਕਰ ਰਿਹਾ ਸੀਗਾ। ਜਦੋਂ ਧਰਤੀ ਤੇ ਆਇਆ, ਜਦੋਂ ਲੋਕਾਂ ਨੂੰ, ਮੁਰਦਿਆਂ ਨੂੰ ਜੀਵਿਤ ਕਰ ਰਿਹਾ ਸੀ, ਲੰਗੜਿਆਂ ਨੂੰ ਦੇ ਰਿਹਾ ਸੀ, ਚੰਗਿਆਈ ਦੇ ਰਿਹਾ ਸੀ, ਅੰਨਿਆਂ ਨੂੰ ਅੱਖਾਂ ਦੇ ਰਿਹਾ ਸੀ, ਤਾਂ ਪਿਤਾ ਨੂੰ ਪ੍ਰਗਟ ਕਰ ਰਿਹਾ ਸੀ। ਤੇ ਲੋਕੀ ਸਮਝ ਨਹੀਂ ਰਹੇ ਸੀ ਇਸ ਗੱਲ ਨੂੰ। ਹੁਣ ਤੁਹਾਨੂੰ ਪਤਾ, ਜਦੋਂ ਦੈਨੀਅਲ ਨੂੰ ਸ਼ੇਰਾਂ ਦੇ ਘੂਰ ਦੇ ਵਿੱਚ ਸੁੱਟਿਆ ਗਿਆ, ਤੇ ਜਦੋਂ ਪਵਿੱਤਰ ਆਤਮਾ ਨੇ ਆ ਕੇ ਸ਼ੇਰਾਂ ਦੇ ਮੂੰਹ ਨੂੰ ਬੰਦ ਕਰ ਦਿੱਤਾ, ਤੇ ਪਿਤਾ ਆਪਣਾ ਪ੍ਰਗਟਾਵਾ ਕਰ ਰਿਹਾ ਸੀਗਾ ਵੀ ਮੈਂ ਹੀ ਉਹ ਖੁਦਾ ਆ। ਜਦੋਂ ਸ਼ਰਦਕ, ਮੇਸ਼ਕ, ਅਬਦਨਗੋ ਨੂੰ ਅੱਗ ਦੀ ਭੱਠੀ 'ਚ ਸਿੱਟਿਆ ਗਿਆ, ਤੇ ਉੱਥੇ ਵੀ ਖੁਦਾਵੰਦ ਖੜਾ ਸੀ, ਉਹ ਆਪਣਾ ਪ੍ਰਗਟਾਵਾ ਕਰ ਰਿਹਾ ਸੀ ਵੀ ਮੈਂ ਉਹੀ ਆ ਜਿਹੜਾ ਜੁਗੋ ਜਿਕ ਜਿਉਂਦਾ ਆ। ਜਦੋਂ ਅੰਨਾ ਮਨੁੱਖ, ਜਿਹਨੂੰ ਪ੍ਰਭੂ ਯੀਸ਼ੂ ਮਸੀਹ ਨੇ ਚੰਗਾ ਕੀਤਾ ਸੀਗਾ, ਤੇ ਫੱਕੀ ਫਰੀਸੀਆਂ ਨੂੰ ਉਹਨੂੰ ਫੜ ਲਿਆ ਸੀਗਾ, ਉਹ ਕਹਿੰਦੇ ਸੀ ਤੂੰ ਇਨਕਾਰ ਕਰ ਦੇ, ਤੂੰ ਕਹਿ ਮੈਨੂੰ ਪਰਮੇਸ਼ਵਰ ਨੇ ਚੰਗਾ ਕੀਤਾ। ਕਹਿੰਦਾ ਨਹੀਂ, ਮੈਨੂੰ ਯੀਸ਼ੂ ਮਸੀਹ ਨੇ ਚੰਗਾ ਕੀਤਾ ਹੈ। ਤੁਹਾਨੂੰ ਪਤਾ, ਅੰਨਾ ਬੰਦਾ ਟੇਕੇ ਨਹੀਂ ਬੈਠਿਆ, ਇਹ ਖੁਦਾ ਦੇ ਲੋਕ ਟੇਕੇ ਨਹੀਂ ਬੈਠੇ। ਇਹਨਾਂ ਨੇ ਪ੍ਰਗਟਾਵਾ ਕੀਤਾ, ਇਹਨਾਂ ਨੇ ਪ੍ਰਭਾਵ ਪਾਇਆ ਲੋਕਾਂ ਦੇ ਉੱਪਰ। ਅੰਨੇ ਬੰਦੇ ਨੇ ਪ੍ਰਭਾਵ ਪਾਇਆ, ਉਹਨੂੰ ਧੱਕੇ ਮਾਰੇ ਗਏ, ਚੁੱਪ ਕਰ ਜਾ। ਫੱਕੀ ਫਰੀਸੀ ਕਹਿੰਦੇ ਚੁੱਪ ਕਰ ਜਾ, ਯੀਸ਼ੂ ਦਾ ਨਾਮ ਨਾ ਲੈ। ਕਹਿੰਦਾ ਨਹੀਂ, ਕਹਿੰਦਾ ਮੈਂ ਯੀਸ਼ੂ ਮਸੀਹ ਨੇ ਮੈਨੂੰ ਚੰਗਾ ਕੀਤਾ, ਮੈਂ ਉਹਦੀ ਮਹਿਮਾ ਕਰੂੰਗਾ। ਕੀ ਤੁਸੀਂ ਅੰਨੇ ਨਹੀਂ ਸੀ? ਕੀ ਪ੍ਰਭੂ ਯੀਸ਼ੂ ਮਸੀਹ ਨੇ ਤੁਹਾਨੂੰ ਚੰਗਾ ਨਹੀਂ ਕੀਤਾ? ਤੁਸੀਂ ਸੰਸਾਰ ਦੀ ਅੱਗ ਵਿੱਚ ਨਹੀਂ ਬਲ ਰਹੇ ਸੀ? ਕੀ ਤੁਸੀਂ ਸ਼ੇਰਾਂ ਦੇ ਘੂਰਨੇ 'ਚ ਨਹੀਂ ਸਿੱਟੇ ਗਏ ਸੀ? ਲੇਕਿਨ ਕੌਣ ਤੁਹਾਨੂੰ ਬਚਾਉਣ ਆਇਆ? ਪ੍ਰਭੂ ਯੀਸ਼ੂ ਮਸੀਹ। ਜਦੋਂ ਤੁਸੀਂ ਸੰਸਾਰ ਦੇ ਵਿੱਚ ਸੀਗੇ, ਸੋ ਸੰਸਾਰ ਦੇ ਵਿੱਚ ਕੀ ਸੀ? ਮੌਤ ਸੀ, ਤੇ ਮੌਤ ਦੇ ਵਿੱਚੋਂ ਕੌਣ ਬਾਹਰ ਕੱਢ ਕੇ ਲਿਆਂਦਾ ਆ? ਪ੍ਰਭੂ ਯੀਸ਼ੂ ਮਸੀਹ। ਜਦੋਂ ਵੈਸ਼ਿਆ ਦੇ ਕੋਲ ਪ੍ਰਭੂ ਯੀਸ਼ੂ ਮਸੀਹ ਗਿਆ, ਜਿਹੜੀ ਵੈਸ਼ਿਆ ਸੀਗੀ, ਜਿਹਨੇ 6 ਪਤੀ ਆਪਣੇ ਕੀਤੇ ਸੀ, ਜਿਹੜਾ 7 ਪਤੀ ਜਿਹਨੇ ਆਪਣੇ ਕੀਤੇ ਸੀ, ਕਹਿੰਦਾ 5 ਪਤੀ ਤੂੰ ਕਰ ਚੁੱਕੀ, 6ਵਾਂ ਵੀ ਤੇਰਾ ਨਹੀਂ ਆ। ਤੇ ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਆਪਣਾ ਪ੍ਰਗਟਾਵਾ ਉਹਦੇ ਉੱਪਰ ਕੀਤਾ, ਤਾਂ ਟੇਕੇ ਨਹੀਂ ਬੈਠੀ, ਉਹ ਜਾ ਕੇ ਲੋਕਾਂ ਵਿੱਚ ਭੱਜੀ। ਕਹਿੰਦੀ ਇੱਕ ਮਨੁੱਖ ਨੇ ਮੇਰੇ ਬਾਰੇ ਸਭ ਕੁਝ ਦੱਸ ਦਿੱਤਾ, ਆਓ ਉਹਦੇ ਕੋਲ ਚੱਲੀਏ। ਕਿੱਦਾਂ ਪ੍ਰਭੂ ਯੀਸ਼ੂ ਮਸੀਹ ਲੋਕਾਂ ਦੇ ਜੀਵਨਾਂ ਵਿੱਚੋਂ ਕੰਮ ਕਰਦਾ ਆ, ਕਿੱਦਾਂ ਉਹਨਾਂ ਦੇ ਪ੍ਰਭਾਵ ਦੇ ਹੇਠ ਆ ਕੇ ਲੋਕੀ ਖੁਦਾ ਦੇ ਵਚਨ ਦੇ ਵਿੱਚ ਜੁੜਦੇ ਆ। ਜਦੋਂ ਉਸ ਔਰਤ ਨੇ ਰੋਲਾ ਪਾਇਆ ਆਪਣੇ ਪਿੰਡ ਵਿੱਚ ਜਾ ਕੇ ਵੀ ਇਹਨੇ ਖੂਹ ਦੇ ਉੱਪਰ ਮੈਨੂੰ ਆ ਕੇ ਕਿਹਾ ਵੀ ਮੈਂ ਜੀਵਨ ਦਾ ਜਲ ਤੈਨੂੰ ਦਿੰਦਾ, ਤੂੰ ਕਦੇ ਪਿਆਸੀ ਨਹੀਂ ਰਵੇਂਗੀ, ਤੇ ਕਿੱਦਾਂ ਆਪਣੇ ਪਿੰਡ ਦੇ ਵਿੱਚ ਗਈ ਤੇ ਲੋਕਾਂ ਨੂੰ ਇਕੱਠਿਆਂ ਕਰਕੇ ਲੈ ਕੇ ਆਈ। ਪ੍ਰਭੂ ਯੀਸ਼ੂ ਮਸੀਹ ਆਪਣਾ ਪ੍ਰਗਟਾਵਾ ਕਰਦਾ, ਕਿਸੇ ਵੀ ਸਥਾਨ, ਕਿਸੇ ਵੀ ਸਮੇਂ ਉਹ ਆਪਣਾ ਪ੍ਰਗਟਾਵਾ ਕਰ ਸਕਦਾ ਆ। ਇਸੇ ਤਰ੍ਹਾਂ ਜਦੋਂ ਵੈਸ਼ਿਆ ਔਰਤ ਨੇ ਉਹਨੂੰ ਦੇਖਿਆ, ਜਦੋਂ ਫਰੀਸੀ ਨੇ ਉਹਨੂੰ ਆਪਣੇ ਘਰ 'ਚ ਬੁਲਾਇਆ ਸੀਗਾ, ਤੇ ਉਹਨੇ ਦੇਖਿਆ ਵੀ ਪ੍ਰਭੂ ਯੀਸ਼ੂ ਮਸੀਹ ਦੇ ਪੈਰ ਨਹੀਂ ਧੋਤੇ ਹੋਏ, ਉਹ ਗੰਦੇ ਪੈਰਾਂ ਦੇ ਨਾਲ ਖੂੰਜੇ ਤੇ ਬੈਠਾ ਆ, ਤੇ ਉਹ ਤੋਂ ਰਿਹਾ ਨਹੀਂ ਗਿਆ। ਉਹ ਪ੍ਰਭਾਵਿਤ ਹੋ ਗਈ ਪ੍ਰਭੂ ਯੀਸ਼ੂ ਮਸੀਹ ਨੂੰ ਦੇਖ ਕੇ, ਕਿਉਂਕਿ ਉਹਦੇ ਅੰਦਰ ਵੀ ਇੱਕ ਪ੍ਰਭਾਵ ਸੀਗਾ ਵਚਨ ਦਾ। ਉਹ ਗਈ, ਸਭ ਤੋਂ ਮਹਿੰਗਾ ਉਹਨੇ ਇਤਰ ਲਿਆ, ਸਭ ਤੋਂ ਮਹਿੰਗਾ ਤੇਲ ਲੈ ਕੇ ਉਹਨੇ ਪ੍ਰਭੂ ਦੇ ਪੈਰਾਂ ਤੇ ਉਡੇਲਿਆ। ਉਹਨੇ ਰੋ ਰੋ ਕੇ ਆਪਣੇ ਵਾਲਾਂ ਦੇ ਨਾਲ ਉਹਦੇ ਪੈਰ ਪੂੰਝੇ। ਹੁਣ ਪ੍ਰਭੂ ਯੀਸ਼ੂ ਮਸੀਹ ਵੀ ਚਾਹੁੰਦਾ ਤੁਹਾਡੇ ਅੰਦਰ ਵਚਨ ਦਾ ਪ੍ਰਭਾਵ ਹੋਵੇ। ਉਹਨੇ ਲੋਕਾਂ ਦੀ ਪਰਵਾਹ ਥੋੜੀ ਕੀਤੀ ਵੀ ਲੋਕੀ ਕੀ ਕਹਿਣਗੇ, ਉਹਨੂੰ ਗਲਤ ਬੋਲਣਗੇ। ਨੇ ਲੋਕਾਂ ਦੇ ਸਾਹਮਣੇ ਪ੍ਰਭੂ ਯੀਸ਼ੂ ਮਸੀਹ ਦੇ ਪੈਰਾਂ ਨੂੰ ਧੋਤਾ। ਉਸ ਫਰੀਸੀ ਨੇ ਜਿਹੜਾ ਆਪਣੇ ਆਪ ਨੂੰ ਵਚਨ ਦਾ ਬਹੁਤ ਜਾਣਨ ਵਾਲਾ ਕਹਿੰਦਾ ਸੀ, ਉਹਨੇ ਪੈਰ ਨਹੀਂ ਧੋਤੇ। ਉਹ ਕਹਿੰਦਾ ਮੈਂ ਤੇਰੇ ਘਰ ਦੇ ਵਿੱਚ ਆਇਆ, ਤੂੰ ਪੈਰ ਨਹੀਂ ਧੋਤੇ, ਲੇਕਿਨ ਇਸ ਪਾਪਣ ਨੇ ਮੇਰੇ ਪੈਰ ਹੰਝੂਆਂ ਦੇ ਨਾਲ ਧੋ ਕੇ ਸਾਫ਼ ਕੀਤੇ ਆ। ਉਹ ਕਹਿੰਦਾ ਜਾ ਬੇਟੀ, ਤੇਰੇ ਪਾਪ ਮਾਫ ਹੋਏ। ਪ੍ਰਭੂ ਯੀਸ਼ੂ ਮਸੀਹ ਉਹਨਾਂ ਲੋਕਾਂ ਨੂੰ ਮਾਫੀ ਦਿੰਦਾ ਆ ਜਿਹੜੇ ਉਹਦੇ ਲੋਕ ਉਹਦੇ ਕੋਲ ਹਲੀਮੀ ਦੇ ਨਾਲ ਆਉਂਦੇ ਆ। ਜਿਹੜੀ ਖੂਹ ਤੇ ਔਰਤ ਬੈਠੀ ਸੀਗੀ, ਤੇ ਉਹਨੂੰ ਵੀ ਪ੍ਰਭੂ ਨੇ ਕਿਹਾ 5 ਪਤੀ ਕਰ ਚੁੱਕੀ, 6ਵਾਂ ਵੀ ਤੇਰਾ ਨਹੀਂ ਹੈ। ਕਹਿੰਦੀ ਪ੍ਰਭੂ ਉਹਨੂੰ ਕਹਿੰਦਾ 6ਵਾਂ ਵੀ ਤੇਰਾ ਨਹੀਂ ਹੈ। ਤੇ ਉਹ ਜਾਣ ਗਈ ਵੀ ਇਹ ਯੀਸ਼ੂ ਮਸੀਹ ਇੱਕ ਨਬੀ ਹੈ। ਹੁਣ ਕੌਣ ਜਾਣਦਾ ਯੀਸ਼ੂ ਮਸੀਹ ਨੂੰ ਵੀ ਉਹ ਨਬੀ ਆ, ਉਹ ਖੁਦਾ ਆ? ਉਹੀ ਲੋਕ ਜਿਨ੍ਹਾਂ ਦੇ ਅੰਦਰ ਉਹਦਾ ਪ੍ਰਭਾਵ ਆ, ਜਿਨ੍ਹਾਂ ਦੇ ਅੰਦਰ ਉਹਦਾ ਵਚਨ। ਅੱਜ ਬਹੁਤ ਲੋਕ ਪਾਪ ਦੇ ਵਿੱਚ ਆ, ਲੋਕੀ ਆਪਣੀ ਮਰਜ਼ੀ ਨਾਲ ਜੀਵਨ ਬਤੀਤ ਕਰਦੇ ਆ, ਚਰਚਾਂ 'ਚ ਜਾਂਦੇ ਆ, ਵਚਨ ਸੁਣਦੇ ਆ, ਫਿਰ ਆਪਣੇ ਘਰਾਂ ਨੂੰ ਚਲ ਜਾਂਦੇ ਆ, ਫਿਰ ਉਹੀ ਜੀਵਨ ਉਹਨਾਂ ਦਾ, ਕੋਈ ਤਬਦੀਲੀ ਨਹੀਂ। ਜੇ ਤੁਹਾਡੇ ਜੀਵਨ 'ਚ ਤਬਦੀਲੀ ਨਹੀਂ ਆ, ਤੁਹਾਡੇ ਜੀਵਨ ਦੇ ਵਿੱਚ ਦੁੱਖ ਨਹੀਂ ਆ, ਲੋਕੀ ਤੁਹਾਨੂੰ ਤਾਨੇ ਮੇਣੇ ਨਹੀਂ ਮਾਰਦੇ ਵਚਨ ਦੇ ਖਾਤਰ, ਤੇ ਨਬੀ ਕਹਿੰਦਾ ਤੁਹਾਡੇ ਜੀਵਨ ਦੇ ਵਿੱਚ ਗੜਬੜੀ ਆ, ਤੁਹਾਡੇ ਜੀਵਨ ਦੇ ਵਿੱਚ ਗੜਬੜੀ ਆ, ਤੁਹਾਡੇ ਜੀਵਨ ਸਹੀ ਨਹੀਂ ਆ। ਜੇ ਤੁਸੀਂ ਵਧੀਆ ਜੀਵਨ ਬਤੀਤ ਕਰ ਰਹੇ ਹੋ, ਕੋਈ ਤਾਨਾ ਕੋਈ ਮੇਣਾ ਨਹੀਂ ਆ ਤੁਹਾਡੇ ਜੀਵਨ ਦੇ ਵਿੱਚ, ਫਿਰ ਕੋਈ ਨਾ ਕੋਈ ਗੜਬੜੀ ਆ। ਉਹ ਕਹਿੰਦਾ ਜੇ ਸ਼ੈਤਾਨ ਤੁਹਾਡੇ ਪਿੱਛੇ ਨਹੀਂ ਆ, ਤੇ ਤੁਸੀਂ ਸ਼ੈਤਾਨ ਦੁਆਰਾ ਫੜੇ ਗਏ ਹੋ। ਜੇ ਤੁਸੀਂ ਭੱਜ ਰਹੇ ਹੋ, ਸ਼ੈਤਾਨ ਤੁਹਾਡੇ ਪਿੱਛੇ ਆ, ਤੇ ਫਿਰ ਸਮਝ ਲਓ ਵੀ ਤੁਸੀਂ ਸ਼ੈਤਾਨ ਨੂੰ ਹਰਾ ਰਹੇ ਹੋ। ਕਹਿਣ ਦਾ ਮਤਲਬ ਵੀ ਜੇ ਤੁਸੀਂ ਕਹਿ ਰਹੇ ਮੈਂ ਤਾਂ ਪ੍ਰਭੂ ਦੇ ਵਿੱਚ ਆ ਗਿਆ, ਬਹੁਤ ਸੌਖਾ, ਮੈਨੂੰ ਬਹੁਤ ਵਧੀਆ, ਕੋਈ ਤਾਨਾ ਮੈਣਾ ਤੁਹਾਡੇ ਜੀਵਨ 'ਚ ਨਹੀਂ ਹੈ, ਲੋਕੀ ਤੁਹਾਡੇ ਨਾਲ ਨਫ਼ਰਤ ਨਹੀਂ ਕਰ ਰਹੇ, ਫਿਰ ਗੜਬੜੀ ਆ। ਕਿਉਂਕਿ ਤੁਸੀਂ ਖੁਦਾ ਦੇ ਕੰਮ ਹੀ ਨਹੀਂ ਕਰ ਰਹੇ। ਖੁਦਾ ਦੇ ਕੰਮ ਕਰੋਗੇ, ਲੋਕਾਂ ਦੇ ਕੰਨਾਂ 'ਚ ਸੰਦੇਸ਼ ਪਾਓਗੇ ਵੀ ਆਹੀ ਸੰਦੇਸ਼ ਸੱਚਾ ਆ, ਇਹਦੇ ਅਨੁਸਾਰ ਜੀਵਨ ਬਤੀਤ ਕਰੋ, ਲੋਕਾਂ ਨੂੰ ਤੁਸੀਂ ਡਾਂਟੋਗੇ ਜਾ ਕੇ, ਤਾਂ ਲੋਕਾਂ ਨੇ ਦੇਖੋ ਤੁਹਾਡੇ ਨਾਲ ਕਿੱਦਾਂ ਨਫ਼ਰਤ ਕਰਨੀ ਹੈ। ਜੇ ਤੁਹਾਡੇ ਨਾਲ ਨਫ਼ਰਤ ਨਹੀਂ ਹੋ ਰਹੀ, ਤੇ ਇਹਦਾ ਮਤਲਬ ਗੜਬੜੀ ਆ, ਕਿਉਂਕਿ ਤੁਸੀਂ ਵੀ ਲੋਕਾਂ ਵਾਂਗੂ ਰਹਿ ਰਹੇ ਹੋ। ਜਿੱਦਾਂ ਲੋਕੀ ਉਦਾਂ ਦੇ ਤੁਸੀਂ ਹੋਗੇ। ਇਸ ਕਰਕੇ ਵਚਨ ਦਾ ਪ੍ਰਚਾਰ ਕਰੋ। ਜਿਹੜਾ ਮਨੁੱਖ ਤੁਹਾਨੂੰ ਮਿਲਦਾ ਉਹਨੂੰ ਦੱਸੋ ਯੀਸ਼ੂ ਮਸੀਹ ਪਰਮੇਸ਼ਵਰ ਆ,
ਭਾਈ ਵਿਲੀਅਮ ਬੈਰਿਨ ਬ੍ਰੈਨਮ 7ਵੇਂ ਯੁੱਗ ਦਾ ਨਬੀ ਆ, ਬਸਮਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਆ। ਤੇ ਇਹ ਚਰਚ ਦੇ ਵਿੱਚ ਜਿਹੜੀ ਉਪਾਸਨਾ ਹੁੰਦੀ ਆ ਉਹ ਕਿਸੇ ਮਨੁੱਖ ਦੀ ਉਪਾਸਨਾ ਨਹੀਂ, ਉਹ ਇਲੋਹੀਮ ਦੀ ਉਪਾਸਨਾ ਹੁੰਦੀ ਆ। ਅਸੀਂ ਇੱਥੇ ਕਿਸੇ ਮਨੁੱਖ ਦੀ ਉਪਾਸਨਾ ਜਾਂ ਭਾਸ਼ਣ ਦੇਣ ਲਈ ਇਕੱਠੇ ਨਹੀਂ ਹੋਏ ਵੀ ਅੱਧੇ ਘੰਟੇ ਦਾ ਭਾਸ਼ਣ ਦੇ ਕੇ ਅਸੀਂ ਬੰਦ ਕਰ ਦੇਣਾ। ਅਸੀਂ ਇੱਥੇ ਜਿਉਂਦੇ ਪਰਮੇਸ਼ਵਰ ਦੀ ਅਟਲ ਸੱਚਾਈਆਂ ਨੂੰ ਤੁਹਾਡੇ ਅੱਗੇ ਪੇਸ਼ ਕੀਤਾ ਆ, ਕਿਉਂਕਿ ਖੁਦਾਵੰਦ ਦੀ ਅਟਲ ਸੱਚਾਈਆਂ ਕੌਣ ਪੇਸ਼ ਕਰ ਸਕਦਾ? ਖੁਦ ਖੁਦਾਵੰਦ, ਕਿਉਂਕਿ ਆਪਣਾ ਪ੍ਰਚਾਰ ਖੁਦਾ ਆਪ ਕਰਦਾ ਹੈ। ਨਬੀ ਨੇ ਕਿਹਾ ਖੁਦਾ ਖੁਦ ਆਪਣਾ ਅਨੁਵਾਦਕ ਆ, ਕੋਈ ਮਨੁੱਖ ਉਹਦਾ ਅਨੁਵਾਦਕ ਨਹੀਂ ਆ, ਮੈਂ ਉਹਦਾ ਅਨੁਵਾਦਕ ਨਹੀਂ ਆ। ਖੁਦਾਵੰਦ ਖੁਦ ਇਸ ਥਾਂ 'ਚ ਬੋਲ ਰਿਹਾ ਆ, ਆਪਣੇ ਪਾਪਾਂ ਤੋਂ ਤੌਬਾ ਕਰੋ, ਆਪਣੇ ਪ੍ਰਭਾਵ ਨੂੰ ਸਹੀ ਕਰੋ। ਤੁਹਾਡਾ ਪ੍ਰਭਾਵ ਤੁਹਾਡੇ ਬੱਚਿਆਂ ਦੇ ਜੀਵਨਾਂ ਨੂੰ ਬਦਲ ਸਕਦਾ, ਤੁਹਾਡਾ ਪ੍ਰਭਾਵ ਤੁਹਾਡੇ ਰਿਸ਼ਤੇਦਾਰਾਂ ਦੇ ਜੀਵਨ ਨੂੰ ਬਦਲ ਸਕਦਾ, ਤੁਹਾਡਾ ਪ੍ਰਭਾਵ ਤੁਹਾਡੇ ਆਂਢ ਗੁਆਂਢ ਦੇ ਜੀਵਨ ਨੂੰ ਬਦਲ ਸਕਦਾ ਹੈ, ਤੁਹਾਡਾ ਪ੍ਰਭਾਵ ਹਰੇਕ ਦੇ ਜੀਵਨ ਨੂੰ ਬਦਲ ਸਕਦਾ। ਜੇ ਤੁਹਾਡਾ ਪ੍ਰਭਾਵ ਹੀ ਨਹੀਂ ਸਹੀ ਆ, ਤੁਹਾਡੀ ਲੈਂਗੁਏਜ ਤੁਹਾਡੀ ਸੋਚਾਂ ਸਹੀ ਨਹੀਂ ਆ, ਤੇ ਤੁਸੀਂ ਕਿੱਦਾਂ ਆਪਣੇ ਆਪ ਨੂੰ ਮਸੀਹ ਕਹਿੰਦੇ ਹੋ? ਉਹ ਕਹਿੰਦਾ ਸ਼ਰਮ ਆਣੀ ਚਾਹੀਦੀ ਆ, ਸ਼ੇਮ ਫੀਲ ਹੋਣੀ ਚਾਹੀਦੀ ਆ ਤੁਹਾਨੂੰ ਆਪਣੇ ਆਪ ਨੂੰ ਮਸੀਹ ਕਹਿਣ ਦੇ ਲਈ। ਮਸੀਹ ਦਾ ਮਤਲਬ ਹੁੰਦਾ ਆ ਮਸਾ ਕੀਤਾ ਹੋਇਆ, ਮਰਿਆ ਹੋਇਆ ਇਸ ਸੰਸਾਰ ਤੋਂ, ਤੇ ਤੁਸੀਂ ਜਿਉਂਦੇ ਫਿਰ ਰਹੇ ਹੋ ਤੇ ਕਹਿੰਦੇ ਅਸੀਂ ਮਸੀਹ ਹਾਂ। ਤੁਹਾਡਾ ਪ੍ਰਭਾਵ ਹੀ ਹੈ ਨਹੀਂਗਾ ਕਿਸੇ ਦੇ ਉੱਪਰ, ਨਾ ਤੁਹਾਡੇ ਭੈਣ ਭਰਾਵਾਂ ਦੇ ਉੱਪਰ, ਨਾ ਤੁਹਾਡੇ ਕਿਸੇ ਸਗੇ ਸੰਬੰਧੀਆਂ ਦੇ ਉੱਪਰ, ਕਿਸੇ ਉੱਪਰ ਤੁਹਾਡਾ ਪ੍ਰਭਾਵ ਨਹੀਂ। ਫਿਰ ਤੁਸੀਂ ਕਾਹਦੇ ਮਸੀਹ ਹੋਏ? ਤੁਸੀਂ ਵੀ ਉਹਨਾਂ ਵਰਗੇ ਹੋ ਗਏ, ਉਹ ਵੀ ਫੱਕੀ ਫਰੀਸੀ, ਤੁਸੀਂ ਵੀ ਫੱਕੀ ਫਰੀਸੀ। ਇਹੋ ਜਿਹੇ ਜੀਵਨ ਖੁਦਾ ਨਹੀਂ ਪਸੰਦ ਕਰਦਾ। ਤੁਹਾਨੂੰ ਪਤਾ ਹੀ ਉਹ ਸੰਤ ਪੌਲੁਸ ਨੂੰ ਦਮਿਸ਼ਕ ਦੇ ਰਾਹ ਤੇ ਦਰਸ਼ਨ ਦਿੱਤਾ ਸੀ, ਤਾਂ ਪ੍ਰਭੂ ਨੇ ਉਹਨੂੰ ਕਿਹਾ ਸੀ ਪੌਲੁਸ ਤੂੰ ਕਿਉਂ ਸਤਾਨਾ? ਉਹ ਕਹਿੰਦਾ ਪ੍ਰਭੂ ਜੀ ਤੂੰ ਕੌਣ ਆ? ਕਹਿੰਦਾ ਮੈਂ ਉਹੀ ਆ ਜਿਹਨੂੰ ਤੂੰ ਸਤਾਨਾ। ਕਹਿੰਦਾ ਚੱਲ ਮੇਰੇ ਕੰਮਾਂ ਨੂੰ ਕਰ। ਜਦੋਂ ਉਹਨੇ ਪ੍ਰਭੂ ਦੇ ਕੰਮਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜੇ ਲੋਕੀ ਉਹਦੇ ਅੱਗੇ ਪਿੱਛੇ ਘੁੰਮਦੇ ਸੀ, ਉਹੀ ਲੋਕਾਂ ਨੇ ਉਹਨੂੰ ਕੁੱਟਿਆ, ਉਹਨੂੰ ਤਾਨੇ ਮਿਹਣੇ ਮਾਰੇ। ਉਹ ਕਹਿੰਦੇ ਤੂੰ ਉਹੀ ਨਹੀਂ ਆ ਜੋ ਲੋਕਾਂ ਨੂੰ ਮਾਰਦਾ ਸੀ, ਅੱਜ ਤੂੰ ਸਾਡੇ ਖਿਲਾਫ ਹੋ ਗਿਆ। ਤੁਹਾਡਾ ਜੀਵਨ ਏਦਾਂ ਦਾ ਹੋਣਾ ਚਾਹੀਦਾ, ਤੁਹਾਡੇ ਜੀਵਨ ਤੋਂ ਲੋਕੀ ਡਰਨ। ਇੱਥੇ ਲੋਕੀ ਆ ਕੇ ਤੁਹਾਡੇ ਜੀਵਨਾਂ ਦਾ ਮਖੌਲ ਉਡਾਉਂਦੇ ਆ, ਉਹ ਕਹਿੰਦੇ ਇਹ ਸਾਨੂੰ ਕੀ ਬਚਾਊਗਾ, ਇਹ ਤਾਂ ਆਪ ਹੀ ਰੁੜੇ ਫਿਰਦੇ ਆ। ਇਹ ਸਾਨੂੰ ਕੀ ਬਰਕਤ ਦਵਾਓਗੇ? ਇਹਨਾਂ ਕੋਲ ਕਿਹੜੀ ਬਰਕਤ ਆ? ਇਹ ਸਾਨੂੰ ਸੰਦੇਸ਼ 'ਚ ਕੀ ਲਿਆਓਗੇ? ਇਹਨਾਂ ਤੋਂ ਆਪ ਨਹੀਂ ਸੰਦੇਸ਼ ਦਾ ਪਤਾ, ਇਹਨਾਂ ਨੂੰ ਜੀਵਨ ਜੀਣ ਦਾ ਨਹੀਂ ਪਤਾ। ਤੁਹਾਡੇ ਜੀਵਨਾਂ ਤੋਂ ਲੋਕੀ ਠੋਕਰ ਖਾ ਰਹੇ ਆ, ਲੋਕਾਂ ਲਈ ਠੋਕਰ ਦਾ ਕਾਰਨ ਨਾ ਬਣੋ, ਕਿਉਂਕਿ ਨਬੀ ਕਹਿੰਦਾ ਸਭ ਤੋਂ ਭ੍ਰਿਸ਼ਟ ਮਨੁੱਖ ਹੁੰਦਾ ਜੇ ਕਿਸੇ ਦੀ ਠੋਕਰ ਦਾ ਕਾਰਨ ਬਣਦਾ। ਤੁਹਾਡੇ ਜੀਵਨ ਵਧੀਆ ਹੋਣੇ ਚਾਹੀਦੇ ਆ। ਰਿਸ਼ਤੇਦਾਰੀ ਤੋੜਦੀ ਤੋੜ ਦੋ, ਕੋਈ ਗੱਲ ਨਹੀਂ, ਖੁਦਾ ਨਾਲ ਸੰਬੰਧ ਨਾ ਤੋੜੋ। ਜੀਵਨ ਤੁਹਾਨੂੰ ਰਿਸ਼ਤੇਦਾਰਾਂ ਨੇ ਨਹੀਂ ਦੇਣਾ, ਤੁਹਾਡੇ ਭੈਣ ਭਰਾਵਾਂ ਦਾ ਜੀਵਨ ਨਹੀਂ ਦੇਣਾ ਤੁਹਾਨੂੰ, ਜੀਵਨ ਤੁਹਾਨੂੰ ਪ੍ਰਭੂ ਯੀਸ਼ੂ ਮਸੀਹ ਨੇ ਦੇਣਾ। ਯੀਸ਼ੂ ਮਸੀਹ ਨੇ ਜਾਨ ਦਿੱਤੀ ਆ, ਸਾਡੇ ਰਿਸ਼ਤੇਦਾਰਾਂ ਨੇ, ਸਾਡੇ ਆਂਢ ਗੁਆਂਢੀਆਂ ਨੇ ਜਾਨ ਨਹੀਂ ਦਿੱਤੀ ਸਾਡੇ ਲਈ। ਅੱਜ ਮੰਗੋ, ਤੁਹਾਨੂੰ ਤੋਂ ਕੋਈ ਮੁਸੀਬਤ ਆਂਦੀ, ਮੰਗੋ ਕਿਸ ਤੋਂ 1 2 ਲੱਖ ਰੁਪਇਆ, ਤੁਹਾਨੂੰ ਤੁਹਾਡੇ ਤੋਂ ਰਿਸ਼ਤੇਦਾਰੀ ਤੋੜ ਕੇ ਚੱਲ ਜਾਣਗੇ। ਲੇਕਿਨ ਜੇ ਤੁਸੀਂ ਆਪਣੇ ਖੁਦਾ ਤੋਂ ਮੰਗੋਗੇ, ਕਦੇ ਤੁਹਾਨੂੰ ਤਾਣਾ ਮਿਹਣਾ ਨਹੀਂ ਮਾਰੂਗਾ। ਉਹਨੇ ਕਹਿਣਾ ਆਹ ਲਾ ਮੇਰੀ ਬੇਟੀ, ਆਹ ਲਾ ਮੇਰੇ ਬੇਟੇ, ਕਿਉਂਕਿ ਖੁਦਾਵੰਦ ਕਿਸ ਨਾਲ ਪੱਖਪਾਤ ਨਹੀਂ ਕਰਦਾ। ਉਹ ਫਰੀਸੀ ਦੇ ਘਰ ਕਿਉਂ ਚਲਾ ਗਿਆ ਸੀਗਾ? ਜਦੋਂ ਮੈਂ ਪਿਛਲੇ ਪ੍ਰਚਾਰ 'ਚ ਦੱਸਿਆ, ਉਹਨੇ ਨਫ਼ਰਤ ਨਹੀਂ ਕੀਤੀ, ਉਹ ਫਰੀਸੀ ਦੇ ਘਰ 'ਚ ਗਿਆ, ਲੇਕਿਨ ਫਰੀਸੀ ਨੇ ਰਿਸਪੈਕਟ ਨਹੀਂ ਕੀਤੀ। ਹੋ ਸਕਦਾ ਜਦੋਂ ਫਰੀਸੀ ਦੇ ਘਰ ਗਿਆ ਉਹਨੂੰ ਬਰਕਤਾਂ ਮਿਲ ਗਈਆਂ ਹੋਣ, ਕਿਉਂਕਿ ਜਿੱਥੇ ਪ੍ਰਭੂ ਦਾ ਆਤਮਾ, ਜਿੱਥੇ ਪ੍ਰਭੂ ਚੱਲ ਜਾਂਦਾ ਉੱਥੇ ਬਰਕਤ ਆ ਜਾਂਦੀ ਹੈ। ਉਹਨੂੰ ਬਹੁਤ ਪੈਸਾ ਮਿਲ ਗਿਆ ਹੋਵੇ, ਲੇਕਿਨ ਜੀਵਨ ਨਹੀਂ ਮਿਲਿਆ। ਜੀਵਨ ਉਸੇ ਮਨੁੱਖ ਨੂੰ ਮਿਲਦਾ ਜੋ ਖੁਦਾ ਨੂੰ ਪਹਿਲ ਦਿੰਦਾ, ਤੇ ਉਸ ਜਗ੍ਹਾ ਵਿੱਚ ਵੈਸ਼ਿਆ ਔਰਤ ਆ ਕੇ ਜੀਵਨ ਲੈ ਕੇ ਚਲੇਗੀ। ਉਹ ਕਹਿੰਦਾ ਜਾ ਬੇਟੀ ਤੇਰੇ ਪਾਪ ਮਾਫ ਹੋਏ। ਲੇਕਿਨ ਉਸ ਫਰੀਸੀ ਨੇ ਨਹੀਂ ਕਿਹਾ ਵੀ ਪ੍ਰਭੂ ਮੈਂ ਤੇਰੇ ਪੈਰ ਧੋਣਾ ਹੈ, ਮੈਂ ਪਾਪੀ ਹਾਂ, ਤੂੰ ਮੇਰੇ ਘਰ 'ਚ ਆਇਆ, ਮੇਰਾ ਉਧਾਰ ਕਰ। ਕੁਛ ਨਹੀਂ ਕਿਹਾ, ਆਪਣੇ ਮਸਤ ਹੋ ਗਿਆ। ਇਸੇ ਤਰ੍ਹਾਂ ਅੱਜ ਲੋਕ ਖੁਦਾ ਨੂੰ ਖੂੰਜੇ ਲਾ ਕੇ ਮਸਤ ਹੋਏ ਬੈਠੇ ਆ। ਉਹ ਕਹਿੰਦੇ ਕੋਈ ਨਹੀਂ, ਬਸਮਾ ਲੈ ਲਿਆ ਯੀਸ਼ੂ ਮਸੀਹ ਨਾਮ 'ਚ, ਹੋਰ ਕੀ ਕਰੀਏ? ਚਰਚ ਜਾਂਦੇ ਆ, ਹੋਰ ਕੀ ਕਰੀਏ? ਦਸ਼ਮਾਂਸ਼ ਦਿੰਦੇ, ਭੇਟਾ ਦਿੰਦੇ, ਹੋਰ ਕੀ ਕਰੀਏ? ਜੀਵਨ ਨਹੀਂ ਜੀ ਹੁੰਦਾ ਸਾਡੇ ਕੋਲ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਜੀਵਨ ਨਹੀਂ ਜਿੰਦੇ, ਤੁਹਾਡੀ ਦਸ਼ਮਾਂਸ਼, ਤੁਹਾਡੀਆਂ ਭੇਟਾਂ ਸਭ ਕੁਝ ਵਿਅਰਥ ਆ। ਤੁਸੀਂ ਬਰਕਤ ਪਾ ਲਓਗੇ ਉਹਦੇ ਵੱਟੇ, ਕਿਉਂਕਿ ਪ੍ਰਭੂ ਦਾ ਰੂਲ ਰੱਖਦਾ ਨਹੀਂ ਹੈ। ਤੁਸੀਂ ਉਹਦੇ ਵੱਟੇ ਬਰਕਤ ਪਾ ਲਓਗੇ, ਲੇਕਿਨ ਜੀਵਨ 'ਚ ਪ੍ਰਵੇਸ਼ ਨਹੀਂ ਕਰੋਗੇ। ਜੇ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ, ਤੇ ਮਸੀਹ ਨੂੰ ਕਹੋ ਪ੍ਰਭੂ ਯੀਸ਼ੂ ਮਸੀਹ ਮੇਰੇ ਵਿੱਚ ਆ ਕੇ ਜੀਵਨ ਜੀ, ਮੇਰੇ ਵਿੱਚ ਆ ਕੇ ਮੇਰੇ ਨਾਲ ਬੈਠ ਕੇ ਖਾ ਪੀ, ਮੇਰੇ ਬੈੱਡ ਤੇ ਸੋ, ਮੇਰੇ ਸੋਫੇ ਤੇ ਬੈਠ ਆ ਕੇ। ਤੁਹਾਨੂੰ ਪਤਾ ਯੀਸ਼ੂ ਮਸੀਹ ਇਸ ਥਾਨ ਦੇ ਵਿੱਚ ਮੇਰੇ ਨਾਲ ਬੈਠਦਾ ਉੱਠਦਾ ਹੈ। ਰਾਤ ਨੂੰ ਮੈਂ ਇੱਕ ਸੁਪਨਾ ਦੇਖਿਆ, ਇੱਕ ਸੁਪਨੇ ਦੇ ਵਿੱਚ ਇੱਕ ਦੂਤ ਨੂੰ ਦੇਖਿਆ ਮੈਂ, ਚਿੱਟੇ ਕੱਪੜੇ ਪਾਏ ਹੋਏ ਸੀ, ਉਹਦਾ ਚਿਹਰਾ ਬਹੁਤ ਚਮਕ ਰਿਹਾ ਸੀਗਾ। ਤੇ ਮੈਂ ਕਿਹਾ ਪ੍ਰਭੂ ਇਸ ਦੂਤ ਨੂੰ ਮੈਂ ਦੇਖਣਾ ਚਾਹਨਾ। ਜਦੋਂ ਉਸ ਦੂਤ ਨੂੰ ਦੇਖਿਆ ਤਾਂ ਮੈਂ ਹੀ ਸੀਗਾ। ਪ੍ਰਭੂ ਨੇ ਮੈਨੂੰ ਮੇਰੀ ਤੁਫੈਨੀ ਦਿਖਾਈ, ਉਹਨੇ ਇੰਨਾ ਪ੍ਰਭਾਵ ਪਾਇਆ ਉਸ ਚੀਜ਼ ਨੇ ਮੇਰੇ ਉੱਪਰ। ਖੁਦਾਵੰਦ ਤੁਹਾਨੂੰ ਤੁਹਾਡੀ ਤੁਫੈਨੀ ਵੀ ਦਿਖਾਵੇਗਾ ਵੀ ਤੁਸੀਂ ਉੱਪਰ ਕਿੱਦਾਂ ਦੇ ਦਿਖੋਗੇ ਜਾ ਕੇ। ਉਹਦੇ ਵਿੱਚ ਮੈਂ ਇੱਕ ਜਵਾਨ ਸੀਗਾ, 16-17 ਸਾਲ ਦੀ ਉਮਰ ਦੇ ਵਿੱਚ ਸ਼ਕਲ ਸੀ ਮੇਰੀ, ਪਤਲਾ ਸੀਗਾ ਬਿਲਕੁਲ ਮੈਂ। ਤੇ ਮੈਂ ਦੇਖ ਰਿਹਾ ਵੀ ਚਿੱਟੇ ਕੱਪੜੇ ਪਾਏ ਹੋਏ ਆ, ਦੂਤ ਅੱਗੇ ਖੜਾ ਆ, ਉਹਦਾ ਚਿਹਰੇ 'ਚੋਂ ਲਾਈਟ ਨਿਕਲ ਰਹੀ ਆ। ਤੇ ਮੈਂ ਕਿਹਾ ਪ੍ਰਭੂ ਮੈਂ ਦੇਖਣਾ ਚਾਹੁੰਦਾ, ਮੈਂ ਸੁਪਨੇ 'ਚ ਕਹਿ ਰਿਹਾ, ਮੈਂ ਕਿਹਾ ਪ੍ਰਭੂ ਮੈਂ ਦੇਖਣਾ ਚਾਹੁੰਦਾ, ਇਹਦੇ ਚਿਹਰੇ 'ਚੋਂ ਲਾਈਟ ਲਿਖ ਰਹੀ ਆ, ਮੈਂ ਇਹਦਾ ਚਿਹਰਾ ਦੇਖਣਾ ਚਾਹੁੰਦਾ। ਜੋ ਦੇਖਿਆ ਤਾਂ ਮੈਂ ਸੀਗਾ ਖੁਦ। ਪ੍ਰਭੂ ਨੇ ਆਪਣਾ ਆਪ ਮੈਨੂੰ ਦਿਖਾਇਆ।
ਕਿ ਤੁਸੀਂ ਜਦੋਂ ਰੈਪਚਰ 'ਚ ਜਾਣਾ ਤੁਸੀਂ ਕਿੱਦਾਂ ਦੇ ਹੋਣਾ ਹੈ। ਜੇ ਖੁਦਾ ਅੱਜ ਮੈਨੂੰ ਦਰਸ਼ਨ ਦੇ ਕੇ ਮੇਰੇ ਨਾਲ ਗੱਲਾਂ ਕਰਦਾ, ਮੇਰੇ ਨਾਲ ਸੁਪਨਿਆਂ ਵਿੱਚ ਗੱਲਾਂ ਕਰਦਾ, ਤੁਹਾਡੇ ਨਾਲ ਵੀ ਕਰੂਗਾ। ਪੱਖ ਥੋੜੀ ਕਰਦਾ। ਜੀਵਨ ਤਾਂ ਦਿਓ ਆਪਣਾ। ਤੁਹਾਡੇ ਜੀਵਨ ਤਾਂ ਸਹੀ ਨਹੀਂ ਹੈ, ਤੁਹਾਡੇ ਜੀਵਨ ਤਾਂ ਸਾਫ਼ ਨਹੀਂ ਹੈ। ਖੁਦਾ ਲਈ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ ਕੋਈ ਵੀ। ਜੇ ਸੰਸਾਰਿਕ ਕੰਮ ਆ ਤਾਂ ਅਸੀਂ ਲੱਖਾਂ ਰੁਪਏ ਝਾੜਦੇ, ਲੇਕਿਨ ਜੇ ਖੁਦਾ ਦਾ ਕੰਮ ਹੁੰਦਾ ਤੁਹਾਡੇ ਹੱਥ ਟਾਈਟ ਹੋ ਜਾਂਦੇ ਆ। ਇਹ ਵਿਸ਼ਵਾਸੀ ਨਹੀਂ ਹੁੰਦਾ ਇਹੋ ਜਿਹਾ ਬੰਦਾ। ਵਿਸ਼ਵਾਸੀ ਉਹ ਹੁੰਦਾ ਜਿਹੜਾ ਕਹਿੰਦਾ ਪ੍ਰਭੂ ਯਿਸੂ ਮਸੀਹ ਮੇਰਾ ਜੀਵਨ, ਮੇਰਾ ਤਨ, ਮੇਰਾ ਧਨ ਸਭ ਕੁਝ ਤੈਨੂੰ ਸਮਰਪਿਤ ਆ। ਕਿਉਂਕਿ ਤੁਹਾਨੂੰ ਪਤਾ ਜਿਹੜੇ ਖੁਦਾ ਦੇ ਲੋਕ ਹੁੰਦੇ ਉਹਨਾਂ ਨੂੰ ਪੈਸੇ ਦਾ ਲਾਲਚ ਨਹੀਂ ਹੁੰਦਾ। ਮੈਨੂੰ ਪੈਸੇ ਦਾ ਲਾਲਚ ਨਹੀਂ ਕਿਸੇ ਦਾ। ਇਹ ਉਹ ਸੇਵਕ ਨਹੀਂ ਆ ਜਿਹੜਾ ਕਹੂਗਾ ਪੈਸਾ ਆਊਗਾ ਤਾਂ ਮੈਂ ਕੱਪੜੇ ਲੈ ਲੂੰਗਾ, ਅੱਜ ਮੈਂ ਅੱਜ ਗੱਡੀ ਲੈ ਲੂੰਗਾ। ਖੁਦਾਵੰਦ ਨੇ ਮੈਨੂੰ ਉਹ ਸੇਵਕ ਬਣਾਇਆ ਜਿਹਨੇ ਆਪਣੇ ਆਪ ਦਾ ਵੀ ਕੁਝ ਨਹੀਂ ਰੱਖਿਆ। ਮੈਨੂੰ ਕਿਸੇ ਦੇ ਰੁਪਈਏ ਦਾ ਲਾਲਚ ਨਹੀਂ ਹੈ, ਨਾ ਮੈਂ ਕਿਸੇ ਦਾ ਪੈਸਾ ਖਾਣਾ, ਕਿਉਂਕਿ ਖੁਦਾ ਦੇ 1 ਰੁਪਏ ਦਾ ਮੈਂ ਹਿਸਾਬ ਕਰਦਾ। 1 ਰੁਪਇਆ ਵੀ ਮੈਂ ਖੁਦਾ ਦਾ ਖਾ ਨਹੀਂ ਸਕਦਾ। ਇਹ ਖੁਦਾ ਨੂੰ ਮੈਂ ਕਿਹਾ ਹੋਇਆ। ਤੇ ਤੁਸੀਂ ਵੀ ਜੇ ਖੁਦਾ ਦੇ ਰਾਹ 'ਚ ਜਾਣਾ ਚਾਹੁੰਦੇ ਆਪਣਾ ਜੀਵਨ ਸਹੀ ਕਰੋ। ਇੱਕ ਸੇਵਕ ਦਾ ਕੰਮ ਨਹੀਂ ਹੁੰਦਾ ਕਿ ਤੁਸੀਂ ਕਹਿੰਦੇ ਪਾਸਟਰ ਦਾ ਹੀ ਕੰਮ ਹੀ ਪ੍ਰਾਰਥਨਾ ਕਰਨਾ, ਪਾਸਟਰ ਦਾ ਕੰਮ ਹੀ ਆ ਦੁਆਵਾਂ ਕਰਨੀਆਂ, ਪਾਸਟਰ ਦਾ ਕੰਮ ਹੀ ਆ ਫਾਸਟਿੰਗ ਰੱਖਣੀ। ਇਹੀ ਜੀਵਨ ਜੀਏ। ਅਸੀਂ ਕਿਉਂ ਜੀਏ? ਕਿ ਤੁਸੀਂ ਭਾਈਵਾਲ ਨਹੀਂ ਹੋ ਰੈਪਚਰ ਦੇ ਵਿੱਚ। ਜੇ ਤੁਸੀਂ ਦਾਵਾ ਪੇਸ਼ ਕਰਦੇ ਅਸੀਂ ਵੀ ਰੈਪਚਰ 'ਚ ਜਾਣਾ, ਤੇ ਜੋ ਕੰਮ ਮੈਂ ਕਰਦਾ, ਜੋ ਮੇਰਾ ਯਿਸੂ ਮਸੀਹ ਕਰਦਾ, ਉਹੀ ਕੰਮ ਤੁਸੀਂ ਕਰੋ। ਕਿ ਤੁਸੀਂ ਉਹਦੀ ਦੇਹੀ ਦੇ ਹਿੱਸੇ ਨਹੀਂ ਹੋ। ਜੇ ਤੁਸੀਂ ਉਹਦੀ ਦੇਹੀ ਦੇ ਹਿੱਸੇ ਹੋ ਤੇ ਤੁਹਾਡੇ ਜੀਵਨ ਦੇ ਵਿੱਚੋਂ ਪ੍ਰਭਾਵ ਦਿਖਣਾ ਚਾਹੀਦਾ। ਲੋਕਾਂ ਨੂੰ ਪਤਾ ਲੱਗੇ ਵੀ ਇਹ ਮਨੁੱਖ ਮਸੀਹ ਆ। ਮਸੀਹ ਬਣੋ। ਪਰਦੇ ਪਿੱਛੇ ਨਾ ਉਹ ਜਿੱਦਾਂ ਆਦਮ ਤੇ ਹਵਾ ਪਰਦੇ ਦੇ ਪਿੱਛੇ ਸੀਗੇ। ਉਹਨਾਂ ਨੇ ਇੱਕ ਨਬੀ ਕਹਿੰਦਾ ਕਿ ਚੋਲਾ ਬਣਾ ਲਿਆ ਉਹਨਾਂ ਨੇ, ਫੰਗੂੜੀ ਦੇ ਪੱਤੇ ਸਿਉਂ ਕੇ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਤਾਂ ਪ੍ਰਭੂ, ਪ੍ਰਭੂ ਅਸੀਂ ਤਾਂ ਲੁਕੇ ਹੋਏ ਆ। ਲੇਕਿਨ ਉਹ ਪ੍ਰਭੂ ਸਾਹਮਣੇ ਫਿਰ ਵੀ ਨੰਗੇ ਸੀ। ਕਹਿੰਦਾ ਉਸ ਪਰਦੇ ਨੇ ਉਹਨਾਂ ਨੂੰ, ਉਸ ਧਰਮ ਜਿਹੜਾ ਉਹਨਾਂ ਨੇ ਇੱਕ ਧਰਮ ਬਣਾਇਆ ਸੀ, ਉਸ ਧਰਮ ਨੇ ਉਹਨਾਂ ਨੂੰ ਲੁਕੋਇਆ ਨਹੀਂ। ਉਹ ਪ੍ਰਭੂ ਸਾਹਮਣੇ ਫਿਰ ਵੀ ਨੰਗੇ ਸੀ। ਅੱਜ ਵੀ ਲੋਕ ਯਿਸੂ ਮਸੀਹ ਸਾਹਮਣੇ ਨੰਗੇ ਆ। ਉਹ ਕਹਿੰਦਾ ਆਓ ਮੈਂ ਤੁਹਾਨੂੰ ਪਵਿੱਤਰਤਾਈ ਵਾਲੇ ਕੱਪੜੇ ਦਵਾਂ, ਆਓ ਸੁਰਮਾ ਲਓ। ਉਹ ਸੁਰਮਾ ਕੀ ਹੈ? ਨਬੀ ਦਾ ਸੰਦੇਸ਼। ਜੇ ਤੁਸੀਂ ਨਬੀ ਦੇ ਸੰਦੇਸ਼ ਦੇ ਅਨੁਸਾਰ ਜੀਵਨ ਨਹੀਂ, ਚਲੋ ਉਹਨਾਂ ਲੋਕਾਂ ਨੇ ਤਾਂ ਨਿਆਂ ਥੱਲੇ ਜਾਣਾ ਹੀ ਹੈ ਜਿਹੜੇ ਸੰਦੇਸ਼ ਨੂੰ ਨਹੀਂ ਮੰਨਦੇ। ਜੇ ਤੁਸੀਂ ਸੰਦੇਸ਼ ਨੂੰ ਮੰਨਦੇ ਹੋਏ ਵੀ ਜੀਵਨ ਨਹੀਂ ਬਤੀਤ ਕਰਦੇ ਤੇ ਤੁਸੀਂ ਮੰਦਭਾਗੇ ਹੋ। ਫਿਰ ਤੁਹਾਨੂੰ ਤਾਂ ਰੋਜ਼ ਖੁਦਾ ਨੂੰ ਮੁਬਾਰਕ ਕਹਿਣਾ ਚਾਹੀਦਾ, ਪ੍ਰਭੂ ਤੇਰਾ ਸੰਦੇਸ਼ ਸਾਡੇ ਕੋਲ ਉਤਰਿਆ ਆ, ਤੇਰੀ ਇੰਜੀਲ ਦੀਆਂ ਗੱਲਾਂ ਸਾਡੇ ਸਾਹਮਣੇ ਖੁੱਲ ਗਈਆਂ। ਪ੍ਰਭੂ ਜੀ ਅਸੀਂ ਤੇਰੇ ਰਾਜ 'ਚ ਜਾਵਾਂਗੇ। ਤੁਹਾਨੂੰ ਪਤਾ ਨਰਕ ਦੀ ਸਜ਼ਾ ਕਿੱਦਾਂ ਦੀ ਹੈ? ਕਦੇ ਦੇਖ ਲਿਓ ਤੁਸੀਂ, ਇੱਕ ਜਿਹੜੀ ਦਿਖਾਵਟੀ ਬਣਾਈ ਆ ਤੁਸੀਂ YouTube 'ਚ ਦੇਖ ਲਿਓ, Facebook ਤੇ ਦਿਖਾਵਟੀ ਜਿਹੜਾ ਨਕਲੀ ਤਰੀਕੇ ਨਾਲ ਬਣਾਇਆ, ਉਹਨੂੰ ਦੇਖ ਕੇ ਵੀ ਡਰ ਲੱਗਦਾ। ਲੇਕਿਨ ਨਬੀ ਨੇ ਕਿਹਾ ਨਰਕ ਦੇ ਵਿੱਚ ਇੰਨੀ ਪੀੜਾ ਹੋਵੇਗੀ ਮਨੁੱਖ ਬਰਦਾਸ਼ਤ ਨਹੀਂ ਕਰ ਪਾਣਗੇ। ਇੰਨੀ ਗਰਮੀ ਹੋਵੇਗੀ ਲੋਕੀ ਬਰਦਾਸ਼ਤ ਨਹੀਂ ਕਰ ਪਾਣਗੇ। ਜਿੱਦਾਂ ਅਮੀਰ ਮਨੁੱਖ ਨੂੰ ਕਹਿੰਦਾ ਸੀਗਾ, ਅਮੀਰ ਮਨੁੱਖ ਕਹਿੰਦਾ ਸੀ ਇਬਰਾਹਿਮ ਨੂੰ, ਕਹਿੰਦਾ ਲਾਜ਼ਰ ਨੂੰ ਭੇਜ ਦੇ, ਕਹਿੰਦਾ ਮੈਂ ਤੜਫ ਰਿਹਾ ਆ, ਇੱਕ ਪਾਣੀ ਦਾ ਤੁਪਕਾ ਮੇਰੀ ਜੀਭ ਨੂੰ ਲਗਾ ਦੇ। ਕਿੰਨਾ ਪਿਆਸਾ ਹੋਵੇਗਾ। ਤੁਸੀਂ ਗਰਮੀ 'ਚ ਤੁਹਾਨੂੰ ਪਿਆਸ ਪਾਣੀ ਨਾ ਮਿਲੇ ਤੁਸੀਂ ਅੱਧੇ ਘੰਟੇ ਤੜਫ ਜਾਂਦੇ ਹੋ, ਤੇ ਨਰਕ ਦੀ ਅੱਗ ਦੇ ਵਿੱਚ ਕਿੰਨੀ ਗਰਮੀ ਮਹਿਸੂਸ ਕਰਕੇ ਦੇਖੋ। ਇਸ ਕਰਕੇ ਸੰਸਾਰ ਦੇ ਪਿੱਛੇ ਨਾ ਚੱਲੋ। ਸੰਸਾਰ ਦਾ ਕੀ ਕੰਮ ਆ? ਸੰਸਾਰ ਤੁਹਾਨੂੰ ਮੌਤ ਵੱਲ ਲੈ ਜਾਵੇਗਾ। ਕਿਉਂਕਿ ਭਾਈ ਬ੍ਰੈਨਮ ਨੇ ਕਿਹਾ ਜਿਹੜਾ ਨਰਕ ਆ, ਨਰਕ ਕਿਹਦੇ ਵਾਸਤੇ ਬਣਾਇਆ? ਨਰਕ ਪ੍ਰਭੂ ਨੇ ਸ਼ੈਤਾਨ ਵਾਸਤੇ ਬਣਾਇਆ ਸੀਗਾ। ਲੇਕਿਨ ਲੋਕ ਕਿਉਂ ਜਾ ਰਹੇ ਨਰਕ ਦੇ ਵਿੱਚ? ਉਹ ਕਹਿੰਦਾ ਸ਼ੈਤਾਨ ਨੂੰ ਚੰਬੜ ਜਾਂਦੇ ਜਾ ਕੇ। ਸ਼ੈਤਾਨ ਖੜਾ ਆ, ਉਹਨੂੰ ਜੱਫੀ ਪਾਉਂਦੇ ਆ, ਅਸੀਂ ਆ ਰਹੇ ਆ ਪਾਪਾ ਜੀ। ਪਾਪਾ ਜੀ ਕਹਿੰਦਾ ਚਲੋ ਫਿਰ ਬੇਟਾ ਜੀ ਨਰਕ ਵਿੱਚ ਚੱਲੀਏ। ਜੇ ਸ਼ੈਤਾਨ ਨੂੰ ਆਪਣਾ ਪਿਓ ਕਹੋਗੇ ਤੁਹਾਨੂੰ ਨਰਕ 'ਚ ਲੈ ਕੇ ਜਾਊਗਾ। ਜੇ ਯਿਸੂ ਮਸੀਹ ਨੂੰ ਕਹੋਗੇ ਤੂੰ ਮੇਰਾ ਪਿਤਾ ਆ, ਉਹ ਕਹੇਗਾ ਚੱਲ ਉੱਪਰ, ਜਿੱਥੇ ਮੈਂ ਆ ਉੱਥੇ ਤੁਸੀਂ ਵੀ ਹੋਵੋਗੇ। ਕਿਉਂਕਿ ਖੁਦਾਵੰਦ ਜ਼ਮੀਨ ਤੇ ਨਹੀਂ ਰਹਿੰਦਾ, ਉਹਦਾ ਸਿੰਘਾਸਨ ਉੱਪਰ ਆ, ਜ਼ਮੀਨ ਉਹਦੇ ਪੈਰਾਂ ਦੀ ਚੌਂਕੀ ਆ। ਇਸ ਕਰਕੇ ਕਹਿੰਦਾ ਅਸਮਾਨ ਮੇਰਾ ਸਿੰਘਾਸਨ ਤੇ ਜ਼ਮੀਨ ਮੇਰੇ ਪੈਰਾਂ ਦੀ ਚੌਂਕੀ ਆ। ਇਸ ਕਰਕੇ ਕਹਿੰਦਾ ਤੁਸੀਂ ਮੇਰੇ ਵਾਸਤੇ ਕਿਹੋ ਜਿਹਾ ਭਵਨ ਬਣਾਓਗੇ? ਪ੍ਰਭੂ ਯਿਸੂ ਮਸੀਹ ਇਸ ਭਵਨ 'ਚ ਰਹਿਣਾ ਚਾਹੁੰਦਾ, ਤੇ ਇਸ ਭਵਨ 'ਚ ਰਹਿਣਾ ਚਾਹੁੰਦਾ ਤੇ ਤੁਹਾਡਾ ਭਵਨ ਸਾਫ਼ ਹੋਣਾ ਚਾਹੀਦਾ। ਝਾੜੂ ਤੇ ਪੋਚਾ ਮਾਰ ਕੇ ਰੱਖੋ ਇਸ ਭਵਨ ਦੇ ਵਿੱਚ। ਗੰਦਗੀ ਵਾਲੇ ਭਵਨ 'ਚ ਯਿਸੂ ਮਸੀਹ ਨਹੀਂ ਆਉਂਦਾ। ਉਹਨੂੰ ਸਾਫ਼ ਹਿਰਦਾ ਚਾਹੀਦਾ, ਤੇ ਸਾਫ਼ ਹਿਰਦੇ ਵਾਲਾ ਮਨੁੱਖ ਰੈਪਚਰ ਦੇ ਵਿੱਚ ਜਾਵੇਗਾ ਤੇ ਕੋਈ ਵੀ ਉਹਦੇ ਰੈਪਚਰ ਨੂੰ ਰੋਕ ਨਹੀਂ ਪਾਵੇਗਾ। ਪ੍ਰਭੂ ਯਿਸੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਯੁਗਾਂ ਨੂੰ ਯੁਗ ਹੋਵੇ। ਸੱਚਮੁੱਚ ਮੇਰੇ ਮਹਾਨ ਪਿਤਾ ਪ੍ਰਭੂ ਜੀ, ਜਦੋਂ ਇਸ ਧਰਤੀ ਤੇ ਸੀਗਾ ਖੁਦਾਵੰਦਾ, ਤੂੰ ਇੱਕ ਪ੍ਰਭਾਵਸ਼ਾਲੀ ਜੀਵਨ ਬਤੀਤ ਕੀਤਾ ਪ੍ਰਭੂ ਯਿਸੂ ਮਸੀਹ। ਤੇ ਤੇਰਾ ਪ੍ਰਭਾਵ ਜਦੋਂ ਤੇਰੇ ਚੇਲਿਆਂ ਤੇ ਪਿਆ ਪ੍ਰਭੂ ਜੀ, ਤੇ ਉਹਨਾਂ ਨੇ ਪ੍ਰਭੂ ਜੀ ਯਿਸੂ ਮਸੀਹ ਆਪਣੇ ਆਪ ਨੂੰ ਤੇਰੇ ਲਈ ਸਮਰਪਿਤ ਕਰ ਦਿੱਤਾ। ਤੇ ਪਤਰਸ ਨੇ ਵੀ ਖੁਦਾਵੰਦਾ ਆਪਣੀ ਜਾਨ ਦੇ ਦਿੱਤੀ ਖੁਦਾਵੰਦਾ, ਪੌਲੁਸ ਨੇ ਆਪਣੀ ਜਾਨ ਦੇ ਦਿੱਤੀ ਖੁਦਾਵੰਦਾ, ਹਰੇਕ ਨੇ ਆਪਣੀ ਜਾਨ ਪ੍ਰਭੂ ਯਿਸੂ ਮਸੀਹ ਤੇਰੇ ਵਚਨ ਦੇ ਲਈ ਦਾਅ ਤੇ ਲਗਾ ਦਿੱਤੀ ਖੁਦਾਵੰਦਾ। ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਚਨ ਤੋਂ ਪਿੱਛੇ ਹਟਾਂਗੇ। ਉਹਨਾਂ ਨੇ ਕਿਹਾ ਅਸੀਂ ਜਾਨ ਦੇ ਦੇਵਾਂਗੇ, ਲੇਕਿਨ ਪ੍ਰਭੂ ਯਿਸੂ ਮਸੀਹ ਦੇ ਵਚਨ ਤੋਂ ਪਿੱਛੇ ਨਹੀਂ ਹਟਾਂਗੇ।
ਕਿਉਂਕਿ ਉਹਨਾਂ ਨੂੰ ਜਦੋਂ ਮਾਰਿਆ ਜਾਂਦਾ ਸੀ, ਉਹਨਾਂ ਨੂੰ ਕਿਹਾ ਜਾਂਦਾ ਸੀ ਯਿਸੂ ਨਾਮ ਦਾ ਪ੍ਰਚਾਰ ਫਿਰ ਨਹੀਂ ਕਰਨਾ, ਲੇਕਿਨ ਉਹ ਕਹਿੰਦੇ ਸੀ ਅਸੀਂ ਇਸੇ ਨਾਮ ਦਾ ਪ੍ਰਚਾਰ ਕਰਾਂਗੇ। ਤੇ ਸੱਚਮੁੱਚ ਖੁਦਾਵੰਦਾ ਤੇਰਾ ਪ੍ਰਭਾਵ ਤੇਰੇ ਚੇਲਿਆਂ ਤੇ ਸੀ ਖੁਦਾਵੰਦਾ, ਤੇ ਅੱਜ ਤੇਰਾ ਪ੍ਰਭਾਵ ਤੇਰੀ ਦੁਲਹਨ ਤੇ ਹੈ ਖੁਦਾਵੰਦਾ। ਤੇਰੀ ਦੁਲਹਨ ਵੀ ਪ੍ਰਭੂ ਯਿਸੂ ਮਸੀਹ ਤੇਰੇ ਲਸ਼ਮੇ ਕਦਮਾਂ ਤੇ ਚੱਲੇਗੀ ਖੁਦਾਵੰਦਾ। ਜੋ ਕਦਮ ਪ੍ਰਭੂ ਯਿਸੂ ਮਸੀਹ ਤੇਰੇ ਸੀ ਖੁਦਾਵੰਦਾ, ਉਸੇ ਕਦਮਾਂ ਤੇ ਉਸੇ ਪੈੜਾਂ ਤੇ ਖੁਦਾਵੰਦਾ ਤੇਰੀ ਦੁਲਹਨ ਅੱਜ ਚੱਲ ਰਹੀ ਹੈ ਖੁਦਾਵੰਦਾ। ਮੈਂ ਤੇਰਾ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਕਰਦਾ ਪ੍ਰਭੂ ਯਿਸੂ ਮਸੀਹ ਵੀ ਦੇਖ ਸੰਸਾਰ ਖੁਦਾਵੰਦਾ ਪ੍ਰਭੂ ਜੀ ਅੱਜ ਆਪਣੀ ਮौज ਮਸਤੀ 'ਚ ਹੈ ਖੁਦਾਵੰਦਾ, ਤੇ ਤੂੰ ਵੀ ਖੁਦਾਵੰਦਾ ਉੱਪਰ ਕੁਝ ਕਰ ਰਿਹਾ ਹੈ ਪ੍ਰਭੂ ਯਿਸੂ ਮਸੀਹ। ਤੂੰ ਕਹਿ ਰਿਹਾ ਹੈ ਨਾ ਡਰੋ ਨਾ ਘਬਰਾਓ, ਮੈਂ ਬਹੁਤ ਜਲਦੀ ਆਉਣ ਵਾਲਾ ਹਾਂ। ਤੇ ਸੱਚਮੁੱਚ ਪ੍ਰਭੂ ਯਿਸੂ ਮਸੀਹ ਇਹ ਸੰਸਾਰ ਆਪਣੀ ਮਸਤੀ 'ਚ ਮਸਤ ਹੈ ਖੁਦਾਵੰਦਾ, ਲੇਕਿਨ ਤੇਰੇ ਲੋਕ ਤੂੰ ਪ੍ਰਭੂ ਜੀ ਦੁੱਖਾਂ ਮੁਸੀਬਤਾਂ 'ਚ ਹੁੰਦੇ ਹੋਏ ਵੀ ਤੇਰੀ ਮਹਿਮਾ ਤੇ ਵਡਿਆਈ ਕਰ ਰਹੇ ਆ ਪ੍ਰਭੂ ਯਿਸੂ ਮਸੀਹ। ਤੇ ਮੈਂ ਵਿਸ਼ਵਾਸ ਕਰਦਾ ਤੂੰ ਬਹੁਤ ਜਲਦੀ ਖੁਦਾਵੰਦਾ ਆਪਣੀ ਪਾਕ ਪਵਿੱਤਰ ਲੋਕਾਂ ਨੂੰ ਲੈਣ ਵਾਸਤੇ ਇਸ ਧਰਤੀ ਤੇ ਆ ਰਹੇ ਹੈ ਖੁਦਾਵੰਦਾ। ਮੈਂ ਤੇਰਾ ਧੰਨਵਾਦ ਕਰਦਾ ਪ੍ਰਭੂ ਜੀ, ਜਿਸ ਤੱਕ ਤੂੰ ਆਪਣੀ ਦੁਲਹਨ ਨੂੰ ਲੈਣ ਨਹੀਂ ਆਂਦਾ ਪ੍ਰਭੂ ਜੀ, ਅਸੀਂ ਇਸੇ ਤਰ੍ਹਾਂ ਡਰ ਅਤੇ ਖੌਫ ਦੇ ਨਾਲ ਤੇਰੀ ਮਹਿਮਾ ਤੇ ਵਡਿਆਈ ਕਰਦੇ ਰਹੀਏ ਤੇ ਤੇਰੇ ਹਰੇਕ ਉਸ ਵਚਨ ਨੂੰ ਪੂਰਾ ਕਰੀਏ ਪ੍ਰਭੂ ਜੀ ਜੋ ਤੇਰੇ ਪਵਿੱਤਰ ਮੁਖ ਦੇ ਵਿੱਚੋਂ ਨਿਕਲਿਆ ਹੈ ਖੁਦਾਵੰਦਾ, ਕਿਉਂਕਿ ਖੁਦਾਵੰਦ ਤੇਰੇ ਮੁਖ ਚੋਂ ਨਿਕਲਿਆ ਹਰ ਇੱਕ ਵਚਨ ਸੱਚ ਤੇ ਆਮੀਨ ਹੈ ਖੁਦਾਵੰਦਾ। ਜੇ ਤੂੰ ਕਿਹਾ ਹੈ ਮੈਂ ਤੁਹਾਨੂੰ ਜਿਉਂਦਾ ਉਠਾਵਾਂਗਾ ਤੇ ਸੱਚਮੁੱਚ ਖੁਦਾਵੰਦਾ ਮੈਂ ਵਿਸ਼ਵਾਸ ਕਰਦਾ ਹਾਂ ਖੁਦਾਵੰਦਾ ਤੂੰ ਸਾਨੂੰ ਸਭਨਾਂ ਨੂੰ ਜਿਉਂਦਾ ਉਠਾਵੇਂਗਾ ਖੁਦਾਵੰਦਾ। ਇੱਕ ਇੱਕ ਭੈਣ ਭਾਈ ਤੇ ਬਰਕਤ ਨੂੰ, ਇੱਕ ਇੱਕ ਭੈਣ ਭਾਈ ਨੂੰ ਬਰਕਤ ਦੇ, ਆਸ਼ੀਸ਼ ਦੇ, ਇਹਨਾਂ ਦੇ ਜੀਵਨ ਨੂੰ ਪ੍ਰਭਾਵਸ਼ਾਲੀ ਬਣਾ ਪ੍ਰਭੂ ਜੀ। ਇਹਨਾਂ ਦੇ ਜੀਵਨਾਂ ਵੱਲ ਦੇਖ ਕੇ ਹੋਰਨਾਂ ਦੇ ਜੀਵਨ ਵੀ ਬਦਲ ਜਾਣ ਖੁਦਾਵੰਦਾ। ਦਇਆ ਕਰ, ਕਿਰਪਾ ਕਰ, ਤੇਰੇ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ, ਹਾਲੇਲੂਇਆ।